पर सवाल इत्थे ये है कि अगर कोई नौजवान पिंड दे विच इकल्ला खड़ा होके ये नारा मारदा है तां उस दे उत्ते क्यों अजिहियां घटना मतलब कार्रवाइयां कीतियां जांदियां ने कि यूथ दे दिल दे विच एक डर है। पर उसे नौजवान दे नाल जेकर आके श्रोमणी अकाली दल अमृतसर खड़ जावे या कोई वड्डी जथेबंदी आए खड़ जावे तां फिर सरकारां दे मूंह 'च भी घुंगणियां पै जांदियां ने। खालिस्तान खालिस्तान करी जाते हैं, पर मैनूं दसो खालिस्तान का झंडा है कित्थे है? वो तो साडा निशान साहब है जिहड़ा गुरु घरां दे विच लहरा रहा जी। एक मुद्दा बना लिया भी खालिस्तान का झंडा किसी ने लहराता जी, खालिस्तान का झंडा ते सब तो वड्डी चीज साडी प्रचारक श्रेणी जो हुण पिछे पंज सिंह सहवाना ने लंबे समय बाद एक फैसला सुनाया, यानी हरप्रीत सिंह जी ने जो ऐलान कीते उस दे नाल तुसीं किन्ना की सहमत हो या की सोचदे? क्योंकि गुरु हरगोबिंद साहब महाराज ने आप तैयार किया करवाया ते उत्थे बैठ के संगतां दे जिहड़े मसले सी हल गुरु साहब ने कीते। उस समय जिहड़े मसले सरकारां नहीं सी हल कर सकदियां गुरु साहब आप करा करदे सन। कोई भी कारोबार अदारा है वो संस्था माड़ी नहीं होंदी, वो बंदियां दे किरदार नूं लैके असीं श्री अकाल तख्त साहिब जी दे माण नूं किते ना किते सੱਟ पहुंची है। गलतियां बंदियां दी सी, जिहड़े बंदे उत्थे बैठ के काबज हो गए गलतियां उन्हां दी सी, पर किते ना किते श्री अकाल तख्त साहिब जी दे माण नूं भी जिहड़ा सीगा वो ठेस पहुंची। ते हुण जिहड़े जथेदार साहब मौजूद ने ज्ञानी हरप्रीत सिंह जी, इन्हां दे उत्ते बड़ा माण है, पर बड़े लिखे ने, सूझवान ने ते ठोक के गल करन वाले ने, पर गल उत्थे आ जांदी है दबा दी। आजाद हस्ती ये भी नहीं है, बिल्कुल प्रॉपर तौर पे आजाद नहीं, और गल्लां तो ये भी निकलियां पिछे जिहड़े इन्होंने बेबाक बयान दिते ने वो भी गल्लां सामने आईयां भी दिते नहीं दवाए गए ते हुण ओह जिहड़े सीगे स्वरूप ओह दस रहे ने कि जिहड़े वाधू अंग सीगे उन्हां तो बना के अगे वेचे गए, लहसरां ते नहीं चढ़ाए गए। ਇਹ ਤੁਹਾਨੂੰ नहीं लगता कि अगर गुरु के नाम के उत्ते गुरु के घर की जिहड़ी जथेबंदी है उत्थे दे इंप्लॉइज ठीक है तां श्री गुरु ग्रंथ साहिब जी दी देहां नूं बेच के 2 नंबर की मोटी कमाई कर रहे हैं। देखो जी, पहला तो खदशा ये इन्होंने कढ़िया सीगा भी लिखत दे विच ही गड़बड़ हो गई, कोई स्वरूप नहीं चोरी होई। बाद ਵਿੱਚ ਗੱਲ ਇਹ ਵੀ ਨਿਕਲ ਕੇ ਆਈ ਸੀ ਕਿ ਜਿੰਨੇ ਸਰੂਪ ਘੱਟ ਸੀਗੇ ਉਹਨੇ ਛਪਵਾ ਕੇ ਤੇ ਪੂਰੇ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਨਾਂ ਦਾ ਫਰਜ਼ ਬਣਦਾ ਜਿਹਨਾਂ ਦੀ ਡਿਊਟੀ ਹੈ ਗੁਰੂ ਰਾਮਦਾਸ ਜਿਹੜੀ ਪ੍ਰਿੰਟਿੰਗ ਪ੍ਰੈਸ ਹੈਗੀ ਹੈ ਜਿੱਥੇ ਸਰੂਪ ਛਪਦੇ ਨੇ ਕਿ ਉੱਥੇ ਇੰਨਾ ਵੱਡਾ ਘਪਲਾ ਹੋ ਜਾਣਾ ਬਹੁਤ ਵੱਡੀ ਮਾਇਨੇ ਰੱਖਦੀ ਹੈ ਜੀ ਗੱਲ, ਤੇ ਸਾਡੇ ਲਈ ਬੜੀ ਸ਼ਰਮ ਵਾਲੀ ਗੱਲ ਹੈ। ਕਿਤੇ ਤਾਂ ਅਸੀਂ ਗੁਰੂ ਸਾਹਿਬ ਦੇ ਅੱਗੇ ਖੜ ਕੇ ਅਰਦਾਸਾਂ ਕਰਦੇ ਹਾਂ, ਆਪਣੇ ਦੁੱਖ ਰੋਂਦੇ ਹਾਂ ਗੁਰੂ ਸਾਹਿਬ ਦੇ ਅੱਗੇ ਖੜ ਕੇ, ਤੇ ਕਿਤੇ ਜਦੋਂ ਇਹ ਸੁਣਨ ਨੂੰ ਮਿਲਦਾ ਵੀ ਆਪਣੇ ਗੁਰੂ ਨੂੰ ਹੀ ਅਸੀਂ 2 ਨੰਬਰ ਦੇ ਵਿੱਚ ਸਾਡੇ ਲੋਕ ਵੇਚੀ ਜਾ ਰਹੇ ਨੇ ਤਾਂ ਮਨ ਦੇ ਅੰਤਰਾਤਮਾ ਨੂੰ ਸੱਟ ਵੱਜ ਗਈ। ਜਿਹੜੇ ਹੁਕਮ ਹੁਣ ਆਏ ਨੇ ਉਹਦੇ ਲਿਖ ਦਿੱਤਾ ਵੀ ਜੋ ਇਕਬਾਲ ਸਿੰਘ ਨੇ ਬੋਲਿਆ ਉਹਦੇ ਨਾਲ ਅਸੀਂ ਸਹਿਮਤ ਨਹੀਂ ਜੀ, ਪਰ ਉਹਨੇ ਕਿੱਥੋਂ ਬੋਲਿਆ ਹੈ? ਉਹਨੇ ਤਾਂ ਸਾਰੇ ਗ੍ਰੰਥ ਕੱਢ ਕੇ ਅੱਗੇ ਰੱਖ ਦਿੱਤੇ ਵੀ ਆਹ ਦੇਖੋ ਜੀ 10ਵੇਂ ਗ੍ਰੰਥ ਇਹਦੇ 'ਚ ਲਿਖਿਆ, ਆ ਗਿਆਨ ਦਰਪਣ ਹੈ ਜਿਹੜਾ ਟਕਸਾਲੀ ਮਤਲਬ ਜਿਨ੍ਹਾਂ ਦਾ ਮੇਨ ਛਾਪਿਆ ਜਿਨ੍ਹਾਂ ਨੇ ਗੁਰਬਚਨ ਸਿੰਘ ਸ਼ਾਇਦ ਪਿੰਡਰਾਂ ਵਾਲੇ ਜਿਹੜੇ ਸਭ ਤੋਂ ਪਹਿਲਾਂ ਹੋਏ ਜੀ ਬਿਲਕੁਲ, ਤੇ ਉਹਨਾਂ ਨੇ ਲਿਖਿਆ ਉਹਦੇ 'ਚ ਵੀ ਸਾਫ਼ ਲਿਖਿਆ ਹੋਇਆ। ਹੁਣ ਮਸਲਾ ਤਾਂ ਇਹ ਸੀ ਨਾ ਵੀ ਜਿਹੜੀਆਂ ਲਿਖਤਾਂ ਨੇ ਸਾਡੀਆਂ ਵੀ ਉਹਨਾਂ ਦੇ ਉੱਤੇ ਵਿਚਾਰ ਕੀਤਾ ਜਾਏ, ਜੇ ਉੱਥੇ ਤੁਸੀਂ ਸਹਿਮਤ ਨਹੀਂ ਫਿਰ ਉਹਨਾਂ ਨਾਲ ਕਿਉਂ ਸਹਿਮਤ ਹੋ, ਗ੍ਰੰਥਾਂ ਨਾਲ ਕਿਉਂ? ਸੋ ਇਹ ਧੜੇਬਾਜ਼ੀ ਬਣ ਚੁੱਕੀ ਹੈ। ਅਗਲਾ ਪਹਿਲਾਂ ਪੁੱਛਦਾ ਵੀ ਮਿਸ਼ਨ ਟਕਸਾਲੀ ਨੂੰ ਤਾਂ ਵੀ ਆਪਣੇ ਜੋ ਸਾਡੀ ਮਤਲਬ ਜਿੱਥੇ ਅਸੀਂ ਜੁੜੇ ਹੋਏ ਆ ਉਹਨੂੰ ਬਿਠਾਣਾ ਸੀ ਤੇ ਦੂਜੇ ਨੂੰ ਨਹੀਂ ਬਹਿਣ ਦੇਣਾ ਸੀ। ਕੌਮ ਦੀ ਦੋ ਫਾੜ ਹੋਈ ਵੀ ਇਸ ਸਮੇਂ ਕੌਮ, ਤੇ ਜਦ ਤੱਕ ਅਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਨਹੀਂ ਨਾ ਸਾਡੀ ਕੌਮ ਚਾਹੁੰਦਾ ਬਿਲਕੁਲ ਉਦੋਂ ਤੱਕ ਅਸੀਂ ਇੱਕ ਨਹੀਂ ਹੋ ਸਕਦੇ। ਬਿਲਕੁਲ ਬਿਲਕੁਲ, ਤੇ ਮੈਂ ਅਕਸਰ ਬੇਨਤੀਆਂ ਕਰਦਾ ਹੁੰਦਾ ਵੀ ਅਸੀਂ ਬੈਠ ਕੇ ਇਹ ਸੋਚਦੇ ਹਾਂ ਆ ਜਦੋਂ ਵੀ ਕਿਤੇ ਕੋਈ ਗੱਲ ਆਉਂਦੀ ਹੈ 4 ਬੰਦੇ ਬਹਿ ਜਾਂਦੇ ਉਹ ਕਹਿਣ ਕੋਈ ਭਿੰਡਰਾਂ ਵਾਲੇ ਵਰਗਾ ਆਊਗਾ, ਕੋਈ ਅਕਾਲੀ ਫੂਲਾ ਸਿੰਘ ਵਰਗਾ ਆਊਗਾ, ਕੋਈ 10ਵੇਂ ਪਾਤਸ਼ਾਹ ਵਰਗਾ ਆਊਗਾ ਜਿਹੜੀ ਕੌਮ ਨੂੰ ਇੱਕ ਕਰੂਗਾ। ਮੈਂ ਕਹਿੰਦਾ ਉਹ ਤਾਂ ਜਦੋਂ ਆਣਗੇ ਵੀ ਤੁਹਾਨੂੰ ਗੁਰੂ ਸਾਹਿਬ ਨੇ ਹਿੰਮਤ ਦਿੱਤੀ ਹੈ, ਸਰੀਰ ਦਿੱਤਾ, ਤੁਸੀਂ ਕੋਸ਼ਿਸ਼ ਕਰੋ ਬਣਨ ਦੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਅਖੰਡ ਬਾਣੀ ਦੇਖਣੀ ਹੈ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਦਾ ਮੈਂ ਪ੍ਰੀਤ ਸੈਣੀ ਤੁਹਾਡੇ ਪਸੰਦੀਦਾ ਪ੍ਰੋਗਰਾਮ ਸਫਰ ਸਿੱਖੀਜ਼ਮ ਦੇ ਵਿੱਚ ਸਵਾਗਤ ਕਰਦਾ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਮੇਸ਼ਾ ਸਿੱਖ ਕੌਮ ਨਾਲ ਜੁੜੇ ਹੋਏ ਮਸਲਿਆਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਹਾਲ ਹੀ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ 5 ਸਿੰਘ ਸਾਹਿਬਾਨਾਂ ਵੱਲੋਂ ਕੁਝ ਅਹਿਮ ਫੈਸਲੇ ਲਿੱਤੇ ਗਏ, ਜਿਨ੍ਹਾਂ ਵਿੱਚੋਂ ਸਭ ਤੋਂ ਜ਼ਰੂਰੀ ਜਿਨ੍ਹਾਂ ਵੱਲ ਸਿੱਖ ਕੌਮ ਨੂੰ ਧਿਆਨ ਦੇਣਾ ਬਣਦਾ ਹੈ ਕਿ ਬਹੁਤ ਸਮੇਂ ਤੋਂ ਇਹ ਵਿਵਾਦ ਉੱਠ ਰਿਹਾ ਸੀ ਕਿ 267 ਸਵਰੂਪ ਕਿੱਦਾਂ ਗਾਇਬ ਹੋਏ ਜਾਂ ਕਿੱਦਾਂ ਕਿਸੇ ਨੂੰ ਦਿੱਤੇ ਗਏ ਤੇ ਲੈਜ਼ਰਾਂ ਦੇ ਵਿੱਚ ਉਹ ਕਿਉਂ ਨਹੀਂ ਚੜੇ। ਪਰ ਹੁਣ ਜਦੋਂ ਜਾਂਚ ਹੋਈ ਹੈ, ਜਾਂਚ ਅਧਿਕਾਰੀਆਂ ਨੇ ਜੋ ਸਾਹਮਣੇ ਰੱਖਿਆ ਕਿ ਉਹ 267 ਸਵਰੂਪ ਨਹੀਂ ਸੀ, 328 ਸਰੂਪ ਸਨ। ਅਤੇ ਉਸ ਤੋਂ ਬਾਅਦ ਅਗਰ ਗੱਲ ਕੀਤੀ ਜਾਵੇ ਕੂੜ ਪ੍ਰਚਾਰ ਦੀ ਤਾਂ ਪ੍ਰਚਾਰਕ ਸ਼੍ਰੇਣੀ ਦੇ ਵਿੱਚ ਸਭ ਤੋਂ ਉੱਤੇ ਜਿਨ੍ਹਾਂ ਦਾ ਨਾਮ ਆਉਂਦਾ ਭਾਈ ਰਣਜੀਤ ਸਿੰਘ ਜੀ ਟੱਟਰੀਆਂ ਵਾਲੇ, ਉਹਨਾਂ ਦੇ ਉੱਤੇ ਪੂਰਨ ਤੌਰ ਦੇ ਉੱਤੇ ਪਾਬੰਦੀ ਲਾ ਦਿੱਤੀ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਾਫ਼ ਕਿਹਾ ਹੈ ਕਿ ਨਾ ਤਾਂ ਇਹਨਾਂ ਦੇ ਦੀਵਾਨ ਕਿਤੇ ਲੱਗਣ ਤੇ ਨਾ ਹੀ ਇਹਨਾਂ ਦੀਆਂ ਬਣਾਈਆਂ ਹੋਈਆਂ ਵੀਡੀਓਜ਼ ਕਿਤੇ ਸ਼ੇਅਰ ਕੀਤੀਆਂ ਜਾਣ ਤੇ ਸੰਗਤ ਨੂੰ ਇਹ ਬੇਨਤੀ ਕੀਤੀ ਗਈ ਹੈ। ਇਸ ਦੇ ਵਿੱਚ ਕਿੰਨਾ ਕੀ ਸਹੀ ਹੈ ਕਿੰਨਾ ਕੀ ਗਲਤ ਹੈ, ਭਾਈ ਇਕਬਾਲ ਸਿੰਘ ਨੇ ਜੋ ਬਿਆਨ ਰਾਮ ਮੰਦਿਰ ਦੇ ਸ਼ਿਲਾਨਿਆਸ ਉੱਤੇ ਦਿੱਤਾ ਸੀਗਾ ਤੇ ਉਸ ਦੇ ਉੱਤੇ ਕੀ ਪ੍ਰਤੀਕਰਮ ਰਿਹਾ, ਇਸ ਸਾਰੇ ਬਾਬਤ ਅਸੀਂ ਗੱਲਬਾਤ ਕਰਾਂਗੇ। ਤੇ ਸਾਡੇ ਨਾਲ ਨੇ ਸਿੱਖ ਪ੍ਰਚਾਰਕ ਭਾਈ ਰਵਿੰਦਰ ਸਿੰਘ ਜੀ ਰਾਜ, ਉਹਨਾਂ ਦਾ ਪਹਿਲਾਂ ਸਵਾਗਤ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਗੁਰਬਾਣੀ ਖੰਡਬਾਣੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਵੀ ਮੈਂ ਆਪਣੇ ਵੱਲੋਂ ਧੰਨਵਾਦ ਕਰਦਾ। ਫਤਿਹ ਦੀ ਸਾਂਝ ਪਾਉਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਵਿੰਦਰ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹੀ ਜਾਣਨਾ ਚਾਹਾਂਗਾ ਕਿ ਇਸ ਵੇਲੇ ਜੋ ਕੁਝ ਸਿੱਖ ਕੌਮ ਦੇ ਵਿੱਚ ਚੱਲ ਰਿਹਾ ਹੈ, ਕਿਉਂਕਿ ਇੱਕ ਪਾਸਿਓਂ ਵਿਵਾਦ ਸ਼ੁਰੂ ਹੁੰਦੇ ਨੇ ਤੇ ਦੂਸਰੇ ਪਾਸੇ ਉਮੀਦ ਇਹ ਲੱਗਦੀ ਹੈ ਕਿ ਵਿਵਾਦ ਕਿਤੇ ਮੁੱਕਣਗੇ। ਬੀਤੇ ਲੰਬੇ ਸਮੇਂ ਤੋਂ ਕੋਈ ਵੀ ਜਥੇਦਾਰ ਅਜਿਹਾ ਨਹੀਂ ਸੀ ਨਜ਼ਰ ਆਇਆ ਜਿਸ ਨੇ ਕੌਮ ਦੇ ਹੱਕ ਦੇ ਵਿੱਚ ਫੈਸਲੇ ਦਿੱਤੇ ਹੋਣ, ਪਰ ਗਿਆਨੀ ਹਰਪ੍ਰੀਤ ਸਿੰਘ ਦੇ ਇੱਕ ਤੋਂ ਬਾਅਦ ਇੱਕ ਬੇਬਾਕ ਬਿਆਨ ਵੀ ਸਾਹਮਣੇ ਆਏ ਨੇ, ਫੈਸਲੇ ਵੀ ਅਜਿਹੇ ਸਾਹਮਣੇ ਆਏ ਨੇ ਜਿਸ ਕਰਕੇ ਰਵਨੀਤ ਬਿੱਟੂ ਤੱਕ ਦੇ ਨਿਸ਼ਾਨੇ ਦੇ ਉੱਤੇ ਰਹੇ ਨੇ ਜਥੇਦਾਰ ਕਿ ਜੇਕਰ ਖਾਲਿਸਤਾਨ ਦੀ ਤੁਸੀਂ ਹਿਮਾਇਤ ਕਰਨੀ ਹੈ ਤਾਂ ਖੁੱਲ੍ਹ ਕੇ ਕਹੋ। ਬੇਸ਼ੱਕ ਨਿਸ਼ਾਨੇ ਦੇ ਉੱਤੇ ਫਿਰ ਬਾਦਲ ਧਿਰ ਵੀ ਆ ਗਈ, ਪਰ ਖਾਲਸਾ ਰਾਜ ਦੀ ਗੱਲ ਕਰਨਾ ਜਾਂ ਖਾਲਸਾ ਰਾਜ ਬਾਰੇ ਸੋਚਣਾ ਸਿੱਖ ਕੌਮ ਅਗਰ ਅਜਿਹੇ ਪ੍ਰਸਤਾਵ ਸਾਹਮਣੇ ਰੱਖਦੀ ਹੈ ਤਾਂ ਉਸ ਦੇ ਵਿੱਚ ਕੀ ਗਲਤ ਹੈ? ਸਭ ਤੋਂ ਪਹਿਲਾਂ ਤਾਂ ਮੈਂ ਇਹੀ ਜਾਣਨਾ ਚਾਹਾਂਗਾ, ਕਿਉਂਕਿ ਜੋ ਵੀ ਖਾਲਸੇ ਦੀ ਗੱਲ ਕਰਦਾ ਹੈ ਜਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਕਰਦਾ, ਕਿਉਂਕਿ ਖਾਲਸਾ ਰਾਜ ਜੋ ਹੈ ਉਹ ਖਾਲਸਾ ਪੰਥ ਦੇ ਨਾਲ ਜੁੜਿਆ ਹੋਇਆ ਹੈ ਤੇ ਉਹ ਇਤਿਹਾਸ ਕੋਈ ਵੀ ਨਹੀਂ ਮਿਟਾ ਸਕਦਾ। ਤੁਹਾਨੂੰ ਕੀ ਲੱਗਦਾ ਕਿ ਇਹ ਖਾਲਸਾ ਰਾਜ ਦੀ ਗੱਲ ਕਰਨਾ ਕੀ ਗਲਤ ਹੈ, ਜਾਂ ਅਸੀਂ ਗੁਰਦੁਆਰਿਆਂ ਦੇ ਵਿੱਚ ਅਰਦਾਸ ਕਰਦੇ ਹਾਂ ਜਾਂ ਰਾਜ ਕਰੇਗਾ ਖਾਲਸਾ ਕਹਿੰਦੇ ਆ? ਬੀਤੇ ਦਿਨ ਤੁਹਾਨੂੰ ਪਤਾ ਕਿ ਉਦੋਂ ਵੀ ਨੌਜਵਾਨਾਂ ਨੂੰ ਅਰੈਸਟ ਕਰ ਲਿੱਤਾ ਗਿਆ ਸੀਗਾ, ਬਿਲਕੁਲ ਉਹ ਕਿੰਨਾ ਕੀ ਜਾਇਜ਼ ਹੈ? ਦੇਖੋ ਜੀ ਪ੍ਰੀਤ ਜੀ, ਸਭ ਤੋਂ ਪਹਿਲਾਂ ਤਾਂ ਖਾਲਸਾ ਰਾਜ ਦੀ ਤੁਸੀਂ ਗੱਲ ਕੀਤੀ। ਤਕਰੀਬਨ 1699 ਦੀ ਵਿਸਾਖੀ ਤੇ ਜਦੋਂ ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ, ਉਦੋਂ ਤੋਂ ਹੀ ਖਾਲਸਾ ਰਾਜ ਦੀ ਜਿਹੜੀ ਚਾਹਤ ਹੈ ਸਿੱਖਾਂ ਦੇ ਮਨ ਦੇ ਵਿੱਚ ਚੱਲਦੀ ਆਈ। ਗੁਰੂ ਸਾਹਿਬ ਜੀ ਨੇ ਵੀ ਸਾਨੂੰ ਇੱਕ ਰਾਜਸੀ ਠਾਠ ਬਾਠ ਬਖਸ਼ੇ, ਦਾਤਾ ਜੀ ਨੇ 10ਵੇਂ ਪਾਤਸ਼ਾਹ ਨੇ ਖੁਦ ਵੀ ਮਹਾਰਾਜ ਦੇ ਬਾਦਸ਼ਾਹਾਂ ਵਾਲੀ ਜ਼ਿੰਦਗੀ ਜਿਹੜੀ ਬਤੀਤ ਕਰਿਆ ਕਰਦੇ ਸਨ ਤੇ ਉਦੋਂ ਤੋਂ ਹੀ ਅਰਦਾਸ ਦਾ ਹਿੱਸਾ ਸਾਡਾ ਜੀਵਨ ਦਾ ਬਣਿਆ, ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਈ। ਗਿਆਨੀ ਗਿਆਨ ਸਿੰਘ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚ ਇਹ ਲਿਖਿਆ ਉਹਨਾਂ ਨੇ। ਸੋ ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਈ। ਅਸੀਂ 350 ਸਾਲ ਤੋਂ ਅਸੀਂ ਗਾਇਨ ਕਰਦੇ ਆ ਰਹੇ ਹਾਂ, ਅਰਦਾਸ ਦੇ ਵਿੱਚ ਸ਼ਾਮਲ ਹੈ। ਜੇ ਅੱਜ ਦੇ ਸਮੇਂ 'ਚ ਆਪਾਂ ਗੱਲ ਕਰੀਏ ਵੀ ਇਸ ਦਾ ਵਿਰੋਧ ਕਿਉਂ ਹੋ ਰਿਹਾ, ਕਿਉਂਕਿ ਜਿਹੜੀ ਕਾਬਜ਼ ਧਿਰ ਹੈ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਇਹ ਡਰ ਹਮੇਸ਼ਾ ਬੈਠੇ ਹੀ ਰਹਿੰਦਾ ਵੀ ਅੱਜ ਸਾਡਾ ਕਬਜ਼ਾ ਕੱਲ ਨੂੰ ਕਿਸੇ ਹੋਰ ਦਾ ਨਾ ਹੋਵੇ ਤੇ ਦੂਸਰੇ ਦਾ ਕਬਜ਼ਾ ਨਾ ਹੋ ਜਾਏ ਤੇ ਉਸ ਨੂੰ ਪਹਿਲਾਂ ਹੀ ਦਬਾ ਕੇ ਰੱਖਿਆ ਜਾਏ। ਤੇ ਜਿੱਥੇ ਵੀ ਕਿਤੇ ਉਹਨਾਂ ਨੂੰ ਨਜ਼ਰ ਆਉਂਦਾ ਵੀ ਇਹ ਕੌਮ ਜਾਂ ਇਹ ਜੋ ਵੀ ਸੰਪਰਦਾ ਜੋ ਵੀ ਕੋਈ ਸਮੂਹ ਹੈ ਵੀ ਇਹ ਸਾਡੇ ਰਾਜ ਤੱਕ ਪਹੁੰਚਣ ਦਾ ਨਿਸ਼ਾਨਾ ਬਣ ਰਹੇ ਨੇ ਜਾਂ ਕੋਸ਼ਿਸ਼ਾਂ ਕਰ ਰਹੇ ਨੇ, ਮਤਲਬ ਜਿਹਨਾਂ ਨੇ ਹਜ਼ਾਰਾਂ ਸਾਲ ਗੁਲਾਮੀ ਦੇ ਵਿੱਚ ਕੱਢੇ ਨੇ, ਮੋਟੀ ਗੱਲ ਇਹ ਹੈ ਵੀ ਉਹਨਾਂ ਨੂੰ ਹਮੇਸ਼ਾ ਡਰ ਇਹੀ ਸਤਾਉਂਦਾ ਰਹਿੰਦਾ ਹੈ ਕਿ ਕਿਤੇ ਫਿਰ ਤੋਂ ਸਾਡੇ ਹੱਥੋਂ ਰਾਜ ਭਾਗ ਖੁੱਸ ਨਾ ਜਾਵੇ। ਬਿਲਕੁਲ ਬਿਲਕੁਲ ਜੀ। ਹਾਲਾਂਕਿ ਇਹ ਜਿਹੜਾ ਰਾਜ ਮਿਲਿਆ ਇਹ ਦੇਣ ਖਾਲਸੇ ਦੀ ਹੈ, ਬਿਲਕੁਲ ਇਸ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ। ਇਹ ਖਾਲਸੇ ਹੀ ਦੇਣ ਹੈ। 92% ਸ਼ਹੀਦੀਆਂ ਸਾਡੇ ਸਿੱਖ ਪੰਥ ਦੀਆਂ ਹਿੰਦੁਸਤਾਨ ਨੂੰ, ਭਾਰਤ ਨੂੰ ਆਜ਼ਾਦ ਕਰਾਉਣ ਦੇ ਵਿੱਚ ਲੱਗੀਆਂ। ਰਵਿੰਦਰ ਜੀ, ਉਹ ਤਾਂ ਸਾਰੇ ਜਾਣਦੇ ਨੇ ਕਿ 9ਵੀਂ ਪਾਤਸ਼ਾਹੀ ਨੇ ਤਿਲਕ ਜੰਜ ਦੀ ਰੱਖਿਆ ਵਾਸਤੇ ਆਪਣਾ ਸੀਸ ਬਲੀਦਾਨ ਦਿੱਤਾ ਸੀ, ਜਿਸ ਕਰਕੇ ਅੱਜ ਹਿੰਦੂ ਧਰਮ ਜਾਂ ਕਹਿ ਸਕਦੇ ਹਾਂ ਸਨਾਤਨ ਧਰਮ ਜਿਉਂਦਾ ਹੈ। ਬਿਲਕੁਲ ਬਿਲਕੁਲ। ਤੇ ਅਸੀਂ ਹਿੱਕ ਠੋਕ ਕੇ ਕਹਿ ਸਕਦੇ ਹਾਂ ਕਿ ਹਿੰਦੂ ਵੀਰ ਅਸੀਂ ਕਿਸੇ ਧਰਮ ਵਿਸ਼ੇਸ਼ ਦੇ ਉੱਤੇ ਟਿੱਪਣੀ ਨਹੀਂ ਕਰ ਰਹੇ, ਪਰ ਹਾਂ ਇਹ ਇਤਿਹਾਸ ਹੈ, ਇਤਿਹਾਸ ਸਾਨੂੰ ਮੰਨਣਾ ਪੈਣਾ ਆ। ਤੇ ਅਗਰ ਅਸੀਂ ਇਤਿਹਾਸ ਜਾਣਦੇ ਹੋਏ ਵੀ
उस सच वाल पिठ करके खड़दे हाँ तो हिंदू सिख भाईचारे दे विच खटास पाउण की कोशिश करते हैं, तो किते ना किते असीं आप अपने आप नाल, अपनी कौम नाल ते अपने भाईचारे नाल गद्दारी कर रहे हैं। तो अजिहे बहुत घੱਟ लोग ने, ये सिर्फ वो लोग ने कुछ गिणती के जिन्होंने सिर्फ अपन कुर्सियां प्यारियां ने, अपन अहुदेदारियां प्यारियां ने, या अपन नकली झूठियां तरीफां प्यारियां ने, जिहड़े ਵੱਡੇ ਅਹੁਦੇਦਾਰਾਂ ਦੇ ਤਲਵੇ ਚੱਟਦੇ ਨੇ ਤੇ ਇਹ ਕਹਾਣਾ ਪਸੰਦ ਕਰਦੇ ਨੇ ਕਿ ਤੁਸੀਂ ਬਹੁਤ ਚੰਗਾ ਕੀਤਾ, ਦੋ ਧਰਮਾਂ ਦੇ ਵਿੱਚ ਪਾੜ ਪਵਾ ਕੇ ਜਾਂ ਲੜਾਈ ਕਰਵਾ ਕੇ। ਹਾਂਜੀ ਪ੍ਰੀਤ ਜੀ, ਇਹੀ ਮੈਂ ਕਹਿਣਾ ਚਾਹ ਰਿਹਾ ਸੀਗਾ ਵੀ ਆਮ ਜਿਹੜਾ ਹਿੰਦੂ ਹੈ, ਆਮ ਜਿਹੜਾ ਸਿੱਖ ਹੈ, ਉਹ ਕਦੇ ਨਹੀਂ ਇਹੋ ਜਿਹੀ ਗੱਲ ਕਰਦਾ। ਬਿਲਕੁਲ ਆਮ ਹਿੰਦੂ ਪਰਿਵਾਰਾਂ ਦੇ ਘਰਾਂ 'ਚ ਸਾਡਾ ਆਮ ਆਣ ਜਾਣ ਲੱਗਿਆ ਰਹਿੰਦਾ, ਬੜੀਆਂ ਸਾਡੀਆਂ ਪਰਿਵਾਰਕ ਸਾਂਝਾਂ ਨੇ ਹਿੰਦੂ ਭਰਾਵਾਂ ਨਾਲ, ਹਿੰਦੂ ਵੀਰਾਂ ਨਾਲ ਬੜਾ ਹੀ ਸਤਿਕਾਰ ਹੈ, ਬੜਾ ਹੀ ਮਾਣ ਹੈ, ਗੁਰੂ ਘਰ ਨਾਲ ਬੜੇ ਜੁੜੇ ਹੋਏ ਨੇ। ਆਪਣੇ ਪਟਿਆਲੇ ਦੁੱਖ ਨਿਵਾਰਨ ਸਾਹਿਬ ਤੁਸੀਂ ਸਵੇਰੇ 2:30 ਵਜੇ ਜਾ ਕੇ ਦੇਖੋ, ਜਿਸ ਟਾਈਮ ਕਵਾਰ ਖੁੱਲ੍ਹਦੇ ਨੇ ਗੁਰੂ ਸਾਹਿਬ ਦੇ ਦਰਬਾਰ ਦੇ। ਮੈਂ ਕਹਿੰਦਾ ਸਿੱਖਾਂ ਨਾਲੋਂ ਜ਼ਿਆਦਾ ਹਿੰਦੀ ਜਿਹੜੀ ਗਿਣਤੀ ਉਹ ਹਿੰਦੂਆਂ ਵੀਰਾਂ ਦੀ ਹੁੰਦੀ ਹੈ ਉੱਥੇ ਸੇਵਾ ਦੇ ਵਿੱਚ। ਬਿਲਕੁਲ। ਸੋ ਕਹਿਣ ਤੋਂ ਬਾਅਦ ਆਮ ਇਨਸਾਨ ਹੈ ਜਿਹੜਾ, ਚਾਹੇ ਹਿੰਦੂ ਹੈ ਚਾਹੇ ਸਿੱਖ ਹੈ, ਉਹ ਰਲ ਮਿਲ ਕੇ ਹੀ ਰਹਿਣਾ ਚਾਹੁੰਦਾ ਹੈ, ਉਹ ਨਹੀਂ ਤੇ ਇਤਿਹਾਸ ਤੋਂ ਮੁਨਕਰ। ਪਰ ਤੁਹਾਡੇ ਵਾਲੀ ਗੱਲ ਵੀ ਜਿਹੜੀਆਂ ਰਾਜਸੀ ਧਿਰਾਂ ਦੇ ਉੱਤੇ ਬੈਠੀਆਂ ਕਾਬਜ਼ ਨੇ, ਜਿਨ੍ਹਾਂ ਨੇ ਤਲਵੇ ਚੱਟਣੇ ਨੇ, ਜਿਨ੍ਹਾਂ ਨੂੰ ਕੋਈ ਕੁਰਸੀ ਦਾ ਲਾਲਚ ਹੈ, ਬਸ ਉਹ ਕੋਈ ਨਾ ਕੋਈ ਮੁੱਦਾ ਛੇੜ ਕੇ ਬੈਠੇ ਰਹਿੰਦੇ। ਥੋੜੇ ਦਿਨ ਪਹਿਲਾਂ ਜਿਹੜਾ ਇਹਨਾਂ ਨੇ ਮਾਨਸਾ ਦੇ ਵਿੱਚ ਸ਼ਾਇਦ ਮੋਗੇ ਜਿਹੜਾ ਝੰਡਾ ਖਾਲਸੇ ਦਾ ਖਾਲਿਸਤਾਨ ਕਰੀ ਜਾਂਦੇ ਨੇ, ਪਰ ਮੈਨੂੰ ਦੱਸੋ ਖਾਲਿਸਤਾਨ ਦਾ ਝੰਡਾ ਹੈ ਕਿੱਥੇ ਹੈ? ਉਹ ਤਾਂ ਸਾਡਾ ਨਿਸ਼ਾਨ ਸਾਹਿਬ ਹੈ ਜਿਹੜਾ ਗੁਰੂ ਘਰਾਂ ਦੇ ਵਿੱਚ ਲਹਿਰਾ ਰਿਹਾ ਜੀ। ਇੱਕ ਮੁੱਦਾ ਬਣਾ ਲਿਆ ਵੀ ਖਾਲਿਸਤਾਨ ਦਾ ਝੰਡਾ ਕਿਸੇ ਨੇ ਲਹਿਰਾਤਾ ਜੀ, ਖਾਲਿਸਤਾਨ ਦਾ ਝੰਡਾ ਲਹਿਰਾਤਾ। ਪਹਿਲਾਂ ਡੀਸੀ ਦਫ਼ਤਰ ਦੇ ਉੱਤੇ ਲਹਿਰਾਇਆ ਗਿਆ ਤੇ ਉਸ ਤੋਂ ਬਾਅਦ ਉਹ ਹਾਈਵੇ ਦੇ ਉੱਤੇ ਲਹਿਰਾਇਆ ਗਿਆ। ਚਲੋ ਨਹੀਂ, ਅਗਰ ਲਹਿਰਾ ਵੀ ਦਿੱਤਾ, ਹੁਣ ਅਗਰ ਮਾਨਦਵ ਦੀ ਗੱਲ ਕਰੀਏ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕਰਦੇ ਹਾਂ ਅਸੀਂ, ਤੇ ਉਹ ਸਰੇਆਮ ਸੜਕਾਂ ਉੱਤੇ ਖੜੇ ਹੋ ਕੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲਾਉਂਦੇ ਨੇ। ਬਿਲਕੁਲ ਦਰਬਾਰ ਸਾਹਿਬ ਦੇ ਵਿੱਚ ਲੱਗਦੇ ਨੇ, ਹਰ 6 ਜੂਨ ਨੂੰ ਲੱਗਦੇ ਨੇ। ਆਪ ਪਿੱਛੇ ਜੇ ਹਰਿਆਣੇ ਦੇ ਵਿੱਚ ਲੱਗ ਕੇ ਹਟੇ ਨੇ, ਸੜਕ ਦੇ ਉੱਤੇ ਲੱਗ ਕੇ ਹਟੇ ਨੇ। ਪਰ ਸਵਾਲ ਇੱਥੇ ਇਹ ਹੈ ਕਿ ਅਗਰ ਕੋਈ ਨੌਜਵਾਨ ਪਿੰਡ ਦੇ ਵਿੱਚ ਇਕੱਲਾ ਖੜਾ ਹੋ ਕੇ ਇਹ ਨਾਰਾ ਮਾਰਦਾ ਹੈ ਤਾਂ ਉਸ ਦੇ ਉੱਤੇ ਕਿਉਂ ਅਜਿਹੀਆਂ ਘਟਨਾ ਮਤਲਬ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਕਿ ਯੂਥ ਦੇ ਦਿਲ ਦੇ ਵਿੱਚ ਇੱਕ ਡਰ ਪੈ। ਪਰ ਉਸੇ ਨੌਜਵਾਨ ਦੇ ਨਾਲ ਜੇਕਰ ਆ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਖੜ ਜਾਵੇ ਜਾਂ ਕੋਈ ਵੱਡੀ ਜਥੇਬੰਦੀ ਆਏ ਖੜ ਜਾਵੇ ਤਾਂ ਫਿਰ ਸਰਕਾਰਾਂ ਦੇ ਮੂੰਹ 'ਚ ਵੀ ਘੁੰਗਣੀਆਂ ਪੈ ਜਾਂਦੀਆਂ ਨੇ। ਮਤਲਬ ਸਿਰਫ ਤੇ ਸਿਰਫ ਇਹ ਹੈ ਕਹਿਣ ਦਾ ਕਿ ਇਹ ਇੱਕ ਬਹੁਤ ਸੋਚੀਆਂ ਸਮਝੀਆਂ ਸਾਜ਼ਿਸ਼ਾਂ ਨੇ ਕਿ ਨੌਜਵਾਨ ਵਰਗ ਜਿਹੜਾ ਸੁਚੇਤ ਹੋ ਰਿਹਾ ਹੈ ਖਾਲਸਾ ਪੰਥ ਨੂੰ ਲੈ ਕੇ, ਖਾਲਸਾ ਰਾਜ ਨੂੰ ਲੈ ਕੇ, ਉਹਨਾਂ ਨੂੰ ਅਸੀਂ ਸੁਚੇਤ ਨਾ ਹੋਣ ਦੇਈਏ। ਉਹਨਾਂ ਦੀ ਚੇਤਨਾ ਜੇ ਮਰੀ ਹੋਈ ਹੈ ਤਾਂ ਉਹ ਮਰੀ ਹੀ ਰਵੇ, ਕਿਉਂਕਿ ਤੁਸੀਂ ਸਭ ਬਾਖੂਬ ਜਾਣਦੇ ਹੋ ਕਿ ਸਾਡੇ ਸਿੱਖ ਇਤਿਹਾਸ ਤੋਂ ਲੈ ਕੇ ਜਾਂ ਨੌਜਵਾਨਾਂ ਨੂੰ, ਬੱਚਿਆਂ ਨੂੰ ਜੋ ਸਕੂਲਾਂ ਦੇ ਵਿੱਚ ਪੜ੍ਹਾਇਆ ਜਾ ਰਿਹਾ ਹੈ, ਹੁਣ ਉਹ ਇਤਿਹਾਸ ਨਹੀਂ ਰਿਹਾ, ਉਹ ਮਿਥਿਹਾਸ ਬਣ ਗਿਆ ਹੈ। ਕਿਉਂਕਿ ਕਹਾਣੀਆਂ, ਸਾਖੀਆਂ ਅਜਿਹੀਆਂ ਹੁਣ ਸਿਲੇਬਸ ਦੇ ਵਿੱਚ ਐਡ ਕਰ ਦਿੱਤੀਆਂ ਗਈਆਂ ਜਿਹੜੀਆਂ ਪਖੰਡਵਾਦ ਵੱਲ ਬੱਚਿਆਂ ਨੂੰ ਲੈ ਕੇ ਜਾ ਰਹੀਆਂ, ਢੋਂਗਾ ਵੱਲ ਲੈ ਕੇ ਜਾ ਰਹੀਆਂ ਨੇ। ਹੋਰ ਤਾਂ ਹੋਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਜੋ ਗੁਟਕਾ ਸਾਹਿਬਾਨ ਜਿਸ ਵਿੱਚ ਅਸੀਂ ਨਿਤਨੇਮ ਦੀਆਂ ਬਾਣੀਆਂ ਪੜ੍ਹਦੇ ਹਾਂ, ਉਹ ਵੀ ਗੁਰੂ ਘਰਾਂ ਦੇ ਵਿੱਚ ਲਿਫਾਫੇ ਭਰ ਭਰ ਕੇ ਛਪਾਈ ਕਰਵਾ ਕੇ ਛੱਡੇ ਜਾ ਰਹੇ ਨੇ ਸੰਗਤ ਦੇ ਪੜ੍ਹਨ ਵਾਸਤੇ। ਪਰ ਜਦੋਂ ਤੁਸੀਂ ਪੜਚੋਲ ਕਰੋਗੇ, ਉਹਨਾਂ ਨੂੰ ਖੋਲ ਕੇ ਉਹਦਾ ਅਧਿਐਨ ਕਰੋਗੇ ਤਾਂ ਅੰਦਰ ਅੱਧੇ ਨਾਲੋਂ ਵੱਧ ਚੀਜ਼ਾਂ ਦੇ ਵਿੱਚ ਤੁਹਾਨੂੰ ਮਿਲਾਵਟ ਸਾਫ਼ ਨਜ਼ਰ ਆਏਗੀ। ਪੰਕਤੀਆਂ ਉੱਤੇ ਨੀਚੇ ਨਜ਼ਰ ਆਉਣਗੀਆਂ, ਅਸ਼ਟਪਦੀਆਂ ਅੱਗੇ ਪਿੱਛੇ ਨਜ਼ਰ ਆਉਣਗੀਆਂ, ਵਿੱਚੋਂ ਕੁਝ ਗੁਰਬਾਣੀ ਦੀਆਂ ਪੰਕਤੀਆਂ ਗਾਇਬ ਨਜ਼ਰ ਆਉਣਗੀਆਂ। ਇਹ ਸਿਰਫ ਭਾਰਤ ਜਾਂ ਪੰਜਾਬ ਵਿੱਚ ਨਹੀਂ ਹੋ ਰਿਹਾ, ਵਿਦੇਸ਼ਾਂ ਤੱਕ ਇਹ ਏਜੰਡਾ ਚੱਲ ਰਿਹਾ ਹੈ। ਤੇ ਇਹ ਏਜੰਡਾ ਸਿਰਫ ਇੱਕ ਰੀਜ਼ਨ ਕਰਕੇ ਚਲਾਇਆ ਜਾ ਰਿਹਾ ਹੈ ਕਿ ਕਿਸ ਤਰੀਕੇ ਸਿੱਖ ਕੌਮ ਦੀ ਕਬਰ ਖੋਦੀ ਜਾਵੇ, ਕਿੱਦਾਂ ਨੇਸ ਤੋਂ ਨਾਬੂਦ ਪੂਰੀ ਤਰ੍ਹਾਂ ਨਾਲ ਇਸ ਕੌਮ ਨੂੰ ਕੀਤਾ ਜਾਵੇ। ਕਿਉਂਕਿ ਉਹ ਬਹੁਤ ਚੰਗੀ ਤਰ੍ਹਾਂ ਜਾਣਦੇ ਕਿ ਸਿੱਖ ਕੌਮ ਦੀ ਸਭ ਤੋਂ ਵੱਡੀ ਤਾਕਤ ਸ਼ਬਦ ਗੁਰੂ ਹੈ। ਇਹਨਾਂ ਨੂੰ ਹੋਰ ਕਿਸੇ ਤਰੀਕੇ ਦੇ ਨਾਲ ਖਤਮ ਨਹੀਂ ਕੀਤਾ ਜਾ ਸਕਦਾ। ਪਰ ਹਾਂ, ਜੇ ਇਹਨਾਂ ਦੇ ਸ਼ਬਦ ਗੁਰੂ ਦੇ ਵਿੱਚ ਅਸੀਂ ਮਿਲਾਵਟ ਕਰਕੇ ਗਲਤ ਚੀਜ਼ਾਂ ਪੇਸ਼ ਕਰ ਦਿੱਤੀਆਂ ਤਾਂ ਫਿਰ ਆਪੇ ਇਹਨਾਂ ਦੇ ਵਿੱਚ ਪਾੜ ਪੈ ਜਾਣਗੇ। ਪਹਿਲਾਂ ਹੀ ਬਹੁਤ ਪਾੜ ਪਾਏ ਹੋਏ ਨੇ। ਸੂਰਜ ਪ੍ਰਕਾਸ਼ ਤੁਹਾਡੇ ਸਾਹਮਣੇ ਹੈ, ਦਸਮ ਦੀ ਬਾਣੀ ਤੁਹਾਡੇ ਸਾਹਮਣੇ ਹੈ, ਜਿਨ੍ਹਾਂ ਨੂੰ ਲੈ ਕੇ ਅਜੇ ਤੱਕ ਬਹੁਤ ਵੱਡੇ ਵੱਡੇ ਬੁੱਧੀਜੀਵੀਆਂ ਦੇ ਵਿੱਚ ਸੰਸ਼ੇ ਨੇ, ਬਹੁਤ ਵੱਡੇ ਵੱਡੇ ਪ੍ਰਚਾਰਕ ਸਾਡੇ ਕੌਮ 'ਚੋਂ ਛੇਕ ਵੀ ਦਿੱਤੇ ਗਏ ਨੇ ਕਿਉਂਕਿ ਉਹਨਾਂ ਦੇ ਆਪਸੀ ਮਤਭੇਦ ਸਾਹਮਣੇ ਹੈ। ਪਰ ਅੱਜ ਤੱਕ ਕਿਸੇ ਦੀ ਹਿੰਮਤ ਨਹੀਂ ਹੋਈ ਕਿ ਇੱਕ ਮੰਚ ਉੱਤੇ ਇਕੱਤਰ ਹੋ ਕੇ ਜੋ ਦੁਵਿਧਾਵਾਂ ਕੌਮ ਦੇ ਵਿੱਚ ਪਾਈਆਂ ਗਈਆਂ ਨੇ ਜਾਂ ਜੋ ਮਿਲਾਵਟਾਂ ਇਤਿਹਾਸ ਵਿੱਚ ਕੀਤੀਆਂ ਗਈਆਂ ਨੇ ਉਹਨਾਂ ਨੂੰ ਅਸੀਂ ਸੋਧਣ ਬਾਰੇ ਕਦੀ ਸੋਚਿਆ ਹੋਵੇ। ਹੁਣ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਇੰਨੀਆਂ ਦੁਵਿਧਾਵਾਂ ਨੇ ਤੇ ਸਾਰੀ ਦੁਨੀਆ ਜਾਣਦੀ ਹੈ ਕਿ ਵਿਕਰਮੀ ਤੇ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਦਾ ਅੰਤਰ ਕੀ ਹੈ। 1999 ਦੇ ਵਿੱਚ ਪੂਰੇ ਸਾਲ ਦੇ ਵਿੱਚ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਨਹੀਂ ਸੀ ਆਇਆ। ਹੁਣ ਕੀ 1999 ਦੇ ਸਾਲ ਦੇ ਵਿੱਚ ਪੂਰੇ ਸਾਲ 'ਚ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਨਹੀਂ ਆਉਣਾ ਚਾਹੀਦਾ ਸੀ? ਕਿਉਂਕਿ ਅਸੀਂ ਆਪਣਾ ਜੋ ਇਤਿਹਾਸ ਸੀਗਾ ਉਸ ਨੂੰ ਭੁੱਲ ਕੇ ਅਸੀਂ ਆਪ ਦੂਸਰੇ ਪਾਸੇ ਲੱਗ ਗਏ। ਇਸ ਲਈ ਉਹ 2000 ਦੀ ਜਨਵਰੀ ਦੇ ਵਿੱਚ ਆਇਆ।
ਪਰ ਇਹ ਸਵਾਲ ਵੀ ਅਗਰ ਸਾਡੇ ਅਖੌਤੀ ਜਥੇਦਾਰਾਂ ਨੂੰ ਪ੍ਰਧਾਨਾਂ ਨੂੰ ਕੀਤੇ ਜਾਂਦੇ ਨੇ ਜਾਂ ਬੱਚੇ ਸਾਡੇ ਤੋਂ ਪੁੱਛਦੇ ਨੇ ਕਿ ਉਸ ਸਾਲ ਕਿਉਂ ਨਹੀਂ ਸੀ ਆਇਆ ਜਨਮ ਦਿਨ, ਤਾਂ ਸਾਡੇ ਕੋਲ ਜਵਾਬ ਨਹੀਂ ਹੁੰਦੇ। ਪਰ ਅਗਰ ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਨਾਲ ਤੁਸੀਂ ਦੇਖੋਗੇ ਤਾਂ ਉਹ ਜਨਮ ਦਿਹਾੜਾ ਦਸੰਬਰ ਦੇ ਅੰਤ ਵਿੱਚ ਆਉਂਦਾ ਹੈ। ਤੇ ਇਹ ਜੋ ਮਤਲਬ ਕੈਲੰਡਰਾਂ ਨੂੰ ਲੈ ਕੇ ਜੋ ਫਰਕ ਹੈਗਾ ਜਾਂ ਇਤਿਹਾਸ ਨੂੰ ਲੈ ਕੇ ਜਿੱਦਾਂ ਕੌਮ ਨੂੰ ਕੁਰਾਹੇ ਪਾਇਆ ਜਾ ਰਿਹਾ ਹੈ, ਤੇ ਸਭ ਤੋਂ ਵੱਡੀ ਚੀਜ਼ ਸਾਡੀ ਪ੍ਰਚਾਰਕ ਸ਼੍ਰੇਣੀ ਜੋ ਹੁਣ ਪਿੱਛੇ ਪੰਜ ਸਿੰਘ ਸਹਿਬਾਨਾਂ ਨੇ ਲੰਬੇ ਸਮੇਂ ਬਾਅਦ ਇੱਕ ਫੈਸਲਾ ਸੁਣਾਇਆ, ਗਿਆਨੀ ਹਰਪ੍ਰੀਤ ਸਿੰਘ ਜੀ ਨੇ ਜੋ ਐਲਾਨ ਕੀਤੇ, ਉਸ ਦੇ ਨਾਲ ਤੁਸੀਂ ਕਿੰਨਾ ਕੀ ਸਹਿਮਤ ਹੋ ਜਾਂ ਕੀ ਸੋਚਦੇ? ਸਭ ਤੋਂ ਪਹਿਲਾਂ ਤਾਂ ਪ੍ਰੀਤ ਜੀ ਮੈਂ ਕਹਿਣਾ ਚਾਹਾਂਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਜੋ ਸਾਡੇ ਸਿੱਖ ਪੰਥ ਦੀ ਰੀੜ੍ਹ ਦੀ ਹੱਡੀ ਹੈ, ਬਿਲਕੁਲ ਬਹੁਤ ਹੀ ਸਤਿਕਾਰਤ ਸਥਾਨ ਹੈ। ਤੇ ਮੈਂ ਕਹਿੰਦਾ ਕਿ ਜਿੰਦ ਵੀ ਜੇ ਉੱਥੋਂ ਵਾਰਦੀ ਹੈ ਤਾਂ ਘੱਟ ਹੈ ਸਾਡੇ ਲਈ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪ ਤਿਆਰ ਕੀਤਾ, ਕਰਵਾਇਆ, ਤੇ ਉੱਥੇ ਬੈਠ ਕੇ ਸੰਗਤਾਂ ਦੇ ਜਿਹੜੇ ਮਸਲੇ ਸੀ ਹੱਲ ਗੁਰੂ ਸਾਹਿਬ ਨੇ ਕੀਤੇ। ਉਸ ਸਮੇਂ ਜਿਹੜੇ ਮਸਲੇ ਸਰਕਾਰਾਂ ਨਹੀਂ ਸੀ ਹੱਲ ਕਰ ਸਕਦੀਆਂ, ਉਹ ਗੁਰੂ ਸਾਹਿਬ ਆਪ ਕਰਿਆ ਕਰਦੇ ਸਨ। ਤੇ ਬਹੁਤ ਹੀ ਸਤਿਕਾਰਤ ਸਥਾਨ ਰੱਖਦਾ ਰਹੇਗਾ, ਰੱਖਦਾ ਹੈ। ਬਿਲਕੁਲ ਜੀ। ਸੋ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ। ਪਰ ਵੀਰ ਜੀ ਮੈਂ ਇਹ ਦੱਸਣਾ ਚਾਹਾਂਗਾ, ਕੋਈ ਵੀ ਸੰਸਥਾ, ਕੋਈ ਵੀ ਮੈਨੇਜਮੈਂਟ ਹੈ, ਕੋਈ ਵੀ ਕਾਰੋਬਾਰ ਅਦਾਰਾ ਹੈ, ਉਹ ਸੰਸਥਾ ਮਾੜੀ ਨਹੀਂ ਹੁੰਦੀ। ਉਸ ਸੰਸਥਾ ਦੇ ਵਿੱਚ ਜਿਹੜੇ ਲੋਕ ਕੰਮ ਕਰਨ, ਕਿਉਂਕਿ ਟਾਈਮ ਦਾ ਟਾਈਮ ਬਦਲਦੇ ਰਹਿਣਾ। ਕੁਰਸੀ ਤੇ ਅੱਜ ਤੁਸੀਂ ਬੈਠੇ ਹੋ, ਕੱਲ ਨੂੰ ਮੈਂ ਬਹਿ ਜਾਣਾ, ਪਰਸੋਂ ਕਿਸੇ ਹੋਰ ਨੇ ਬਹਿ ਜਾਣਾ। ਉਸ ਬੰਦੇ ਦਾ ਕਿਰਦਾਰ ਹੈ ਜਿਹੜਾ, ਅਸੀਂ ਉਹਨੂੰ ਲੈ ਕੇ ਅੱਜ ਦਾ ਜਿਹੜਾ ਸਮਾਂ ਸਾਡਾ ਚੱਲ ਰਿਹਾ ਨਾ, ਉਹ ਬੰਦਿਆਂ ਦੇ ਕਿਰਦਾਰ ਨੂੰ ਲੈ ਕੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮਾਣ ਨੂੰ ਕਿਤੇ ਨਾ ਕਿਤੇ ਸੱਟ ਪਹੁੰਚੀ ਹੈ। ਗਲਤੀਆਂ ਬੰਦਿਆਂ ਦੀ ਸੀ, ਜਿਹੜੇ ਬੰਦੇ ਉੱਥੇ ਬੈਠ ਕੇ ਕਾਬਜ ਹੋ ਗਏ, ਗਲਤੀਆਂ ਉਹਨਾਂ ਦੀ ਸੀ, ਪਰ ਕਿਤੇ ਨਾ ਕਿਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮਾਣ ਨੂੰ ਵੀ ਜਿਹੜਾ ਸੀਗਾ ਉਹ ਠੇਸ ਪਹੁੰਚੀ, ਕਿਉਂਕਿ ਉੱਥੋਂ ਜਾਰੀ ਕੀਤੇ ਗਏ ਹੁਕਮਨਾਮੇ ਤੁਸੀਂ ਗੱਲ ਕੀਤੀ ਸਿਰ ਮੱਥੇ ਪ੍ਰਵਾਨ ਹੁੰਦੇ ਸੀ, ਤੇ ਅੱਜ ਅੱਧੇ ਨਾਲ ਵੱਧ ਕੌਮ ਅਜਿਹੀ ਹੈ ਜੋ ਧਿਆਨ ਵੀ ਨਹੀਂ ਦਿੰਦੀ। 1999 ਦੀ ਤੁਸੀਂ ਗੱਲ ਕੀਤੀ ਵੀ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਨਹੀਂ ਆਇਆ ਉਸ ਸਾਲ ਦੇ ਵਿੱਚ, ਪਰ ਉਸ ਤੋਂ ਬਾਅਦ ਘੱਟੋ ਘੱਟ 4-5 ਵਾਰੀ ਐਸਾ ਹੋ ਚੁੱਕਿਆ। ਕਈ ਸਾਲਾਂ ਦੇ ਵਿੱਚ ਗੁਰੂ ਸਾਹਿਬ ਜੀ ਦਾ ਗੁਰਪੁਰਬ ਆਇਆ ਹੀ ਨਹੀਂ, ਤੇ ਕਈ ਅਗਲੇ ਸਾਲ ਦੇ ਵਿੱਚ ਦੋ ਵਾਰ ਆ ਗਿਆ ਜੀ, ਬੜੀ ਵਾਰੀ ਹੋਇਆ। ਔਰ ਇੱਥੋਂ ਤੱਕ ਏਦਾਂ ਵੀ ਹੋ ਗਿਆ, ਇੱਕ ਉਸੇ ਦਿਨ ਹੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦਿਹਾੜਾ ਹੈ, ਤੇ ਉਸੇ ਦਿਨ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼। ਤੇ ਮੈਂ ਇੱਕ ਸਵਾਲ ਇਸ ਗੱਲਬਾਤ ਦੇ ਰਾਹੀਂ, ਚੈਨਲ ਦੇ ਰਾਹੀਂ ਵੀ ਰੱਖਣਾ ਚਾਹੁੰਦਾ ਵੀ ਦੇਖੋ 11, 12, 13 ਪੋਹ ਅਸੀਂ ਫਿਕਸ ਕੀਤੀ ਹੈ ਨਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ। ਬਿਲਕੁਲ 11, 12, 13 ਪੋਹ ਹਰ ਸਾਲ ਪੱਕੀ ਹੈ। ਅੰਗਰੇਜ਼ੀ ਦੇ ਹਿਸਾਬ ਨਾਲ ਜੇ ਦੇਖੀਏ ਤਾਂ 25, 26, 27, 28 ਵੀ ਹੋ ਜਾਂਦੀ, ਇੱਕ ਅੱਧਾ ਦਿਨ ਉੱਤੇ ਥੱਲੇ ਹੋ ਜਾਂਦਾ। ਸਾਨੂੰ ਕੋਈ ਉਹਦੇ ਚ ਟੈਨਸ਼ਨ ਨਹੀਂ, ਕੋਈ ਸਾਨੂੰ ਦਿੱਕਤ ਨਹੀਂ। ਪਰ 11, 12, 13 ਪੋਹ ਜੇ ਅਸੀਂ ਫਿਕਸ ਕਰ ਸਕਦੇ ਹਾਂ, ਤਾਂ 7 ਪੋਹ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਕਿਉਂ ਨਹੀਂ ਫਿਕਸ ਕਰ ਸਕਦੇ? ਉਹ ਤਾਂ ਨਹੀਂ ਫਿਕਸ ਹੁੰਦਾ ਨਾ, ਕਿਉਂਕਿ ਅਗਰ ਸਾਹਿਬਜ਼ਾਦਿਆਂ ਦਾ ਸਾਨੂੰ ਦਰਦ ਯਾਦ ਆਵੇਗਾ ਤੇ ਉਹ ਦਰਦ ਭੁਲਾਉਣ ਵਾਸਤੇ ਸਾਨੂੰ ਸੋਚੀਆਂ ਸਮਝੀਆਂ ਸਾਜ਼ਿਸ਼ਾਂ ਨੇ। ਹੁਣ ਕੋਈ ਖੁਸ਼ੀ ਦਾ ਮੰਜ਼ਰ ਦੇਣਾ ਹੈ ਨਾ। ਬਿਲਕੁਲ। ਹੁਣ 6 ਜੂਨ ਜੋ ਵਾਪਰਿਆ ਸੀ ਘੱਲੂ ਘਾਰਾ, ਤੇ ਉਸ ਤੋਂ ਬਾਅਦ ਪ੍ਰਕਾਸ਼ ਪੁਰਬ ਪਹੁੰਚਾਤਾ ਉੱਥੇ। ਬਿਲਕੁਲ ਆ ਦੇਖੋ, ਥੋੜੇ 2-4 ਸਾਲ ਪਹਿਲਾਂ ਦੀ ਗੱਲ ਹੈ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਨਾ ਉਸੇ ਦਿਨ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੇ ਦਿਨ ਹੀ ਆ ਗਿਆ। ਕਈਆਂ ਸੰਗਤਾਂ ਨੇ ਵਿਰੋਧ ਕੀਤਾ ਵੀ ਅਸੀਂ ਉਦੋਂ ਨਹੀਂ ਮਨਾਉਣਾ, ਤੇ ਸਾਡਾ ਆਪਣਾ ਫੈਸਲਾ, ਮੇਰਾ ਅਸੀਂ ਕੀਰਤਨ ਕਰਦੇ ਹਾਂ ਜੱਥਾ ਸਾਡਾ, ਤੇ ਸਾਨੂੰ ਵੀ ਸੀਗਾ ਵੀ ਪ੍ਰੋਗਰਾਮ ਸਾਡੇ ਕੋਲ ਆਉਣਗੇ, ਤੇ ਅਸੀਂ ਫੈਸਲਾ ਕਰ ਲਿਆ ਵੀ ਅਸੀਂ 5 ਜਨਵਰੀ ਵਾਲਾ ਆਪਾਂ ਪ੍ਰੋਗਰਾਮ ਕਰਨਾ ਹੈ, ਪਰ 25 ਨੂੰ ਨਹੀਂ ਆਪਾਂ ਕਰਨਾ। 25 ਤਰੀਕ ਦਾ ਇਹਨਾਂ ਨੇ ਪਤਾ ਨਹੀਂ, ਮੇਰੇ ਖਿਆਲ 26 ਦਾ ਸੀ ਜਾਂ 25 ਦਾ ਸੀ, ਸ਼ਹੀਦੀ ਦਿਨ ਦੇ ਵਾਲੇ ਦਿਨ ਇਕੱਠੇ ਮਤਲਬ ਇਹਨਾਂ ਨੇ ਰੱਖੇ। ਪਹਿਲਾਂ ਅਸੀਂ ਫੈਸਲਾ ਤੈਅ ਕੀਤਾ, ਫਿਰ ਥੋੜੇ ਸਮੇਂ ਬਾਅਦ ਮੈਨੂੰ ਫੋਨ ਆਇਆ ਜੀ, ਕਹਿੰਦੇ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਕੀਰਤਨ ਦੀ ਸੇਵਾ ਤੁਸੀਂ ਨਿਭਾਉਣੀ ਹੈ, ਸਾਨੂੰ ਸਮਾਂ ਦਿਓ। ਤੇ ਮੈਂ ਕਿਹਾ ਜੀ ਕਿੱਦਣ ਮਨਾ ਰਹੇ ਹੋ? ਕਹਿੰਦੇ ਜੀ ਅਸੀਂ ਜਿਹੜਾ ਅਕਾਲ ਤਖਤ ਸਾਹਿਬ ਵੱਲੋਂ ਨਿਯਤ ਹੋਇਆ ਉਸੇ ਦਿਨ ਮਨਾਉਣਾ ਸੀ, 25 ਜਾਂ 26 ਦਸੰਬਰ ਦਾ। ਮੈਂ ਕਿਹਾ ਉਦੋਂ ਤਾਂ ਸਾਹਿਬਜ਼ਾਦੇ ਦੀ ਸ਼ਹੀਦੀ ਦਾ ਪੁਰਬ ਹੈ। ਕਹਿੰਦੇ ਨਹੀਂ ਜੀ, ਅਕਾਲ ਤਖਤ ਦਾ ਹੁਕਮ ਹੈ, ਆਪਾਂ ਉਹੀ ਮਨਾਉਣਾ। ਪਹਿਲਾਂ ਤਾਂ ਸਾਡਾ ਮੈਂ ਕਿਹਾ ਤੁਹਾਨੂੰ ਮੈਂ ਸੋਚ ਕੇ ਦੱਸਦਾ। ਫਿਰ ਪਹਿਲਾਂ ਅਸੀਂ ਆਪਣੇ ਜਥੇ ਵਿੱਚ, ਆਪਣੀ ਟੀਮ ਦੇ ਵਿੱਚ ਫੈਸਲਾ ਕੀਤਾ ਸੀ ਵੀ ਜਾਣਾ ਨਹੀਂ, ਪਰ ਅਸੀਂ ਸੋਚਿਆ ਵੀ ਜੇ ਆਪਾਂ ਗਏ ਨਾ, ਕੋਈ ਹੋਰ ਜਥਾ ਆ ਕੇ ਕੀਰਤਨ ਕਰ ਦੇਗਾ, ਪਰ ਅਗਲੇ ਨੇ ਤਾਂ ਸ਼ਬਦ ਗਾ ਕੇ ਚੱਲ ਜਾਣਾ, ਗੱਲ ਉੱਥੇ ਦੀ ਉੱਥੇ ਰਹਿ ਜਾਣੀ ਹੈ। ਵੀ ਆਪਾਂ ਜਾਵਾਂਗੇ, ਬੋਲ ਕੇ ਆਵਾਂਗੇ ਜੋ ਸੱਚਾਈ ਹੈ, ਜੋ ਗੱਲਬਾਤ ਹੈ, ਵੀ ਅੱਜ ਦਿਨ ਕਿਹੜਾ ਤੇ ਅਸੀਂ ਮਨਾ ਕਿਹੜਾ ਰਹੇ ਹਾਂ। ਤੇ ਸਾਨੂੰ ਭਾਵੇਂ ਉੱਥੇ ਅਗਲਾ ਸਟੇਜ ਤੋਂ ਲਾਹਣ ਦਾ ਵੀ ਯਤਨ ਕਰੇ ਤਾਂ ਕੋਈ ਗੱਲ ਨਹੀਂ, ਵੀ ਆਪਾਂ ਆਪਣੀ ਗੱਲ ਰੱਖ ਕੇ ਆਏ ਆਪਣੀ ਇਮਾਨਦਾਰੀ ਦੇ ਨਾਲ, ਕਿਉਂਕਿ ਅਸੀਂ ਵਾਹਿਗੁਰੂ ਦੀ ਕਚਹਿਰੀ 'ਚ ਸਹੀ। ਬਿਲਕੁਲ। ਮੈਂ ਜੀ ਉਹ ਪ੍ਰੋਗਰਾਮ ਬੁੱਕ ਕਰ ਲਿਆ, ਤੇ ਉਸੇ ਦਿਨ ਅਸੀਂ ਚਲੋ ਉਸ ਥਾਂ ਤੇ ਪਹੁੰਚੇ। ਪਟਿਆਲੇ ਦੇ ਵਿੱਚ ਹੀ ਸਮਾਗਮ ਸੀਗਾ, ਉਹ ਸੰਗਤ ਦਾ ਇਕੱਠ, ਤੇ ਖੁਸ਼ੀਆਂ ਮਨਾ ਰਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਉਤਸਵ ਦੀਆਂ। ਸਾਹਿਬਜ਼ਾਦਿਆਂ ਸ਼ਹੀਦੀ ਦੀ ਕੋਈ ਗੱਲ ਨਹੀਂ ਸੀ। ਪਰ ਜਦੋਂ ਮੈਂ ਸਟੇਜ ਤੇ ਬੈਠਾ, ਮੇਰੇ ਤੋਂ ਪਹਿਲਾਂ ਕਥਾਵਾਚਕ ਸੀਗਾ, ਉਹਨੇ ਆਪਣੇ ਵਿਚਾਰ ਕੀਤੇ, ਕਿਤੇ ਹੋਰ ਸੀਗਾ। ਜਦੋਂ ਅਸੀਂ ਸਟੇਜ ਤੇ ਬੈਠੇ, ਜਥਾ ਮੇਰਾ ਬੈਠਿਆ,
ਤੇ ਮੈਂ ਤਾਂ ਪਹਿਲਾਂ ਹੀ ਕਹਿਤਾ ਭਾਈ ਮੈਂ ਤਾਂ ਉਹਦੇ ਸਾਹਿਬਜ਼ਾਦਿਆਂ ਦੀ ਗੱਲ ਕਰਕੇ ਜਾਊਂਗਾ। ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਜੇ ਤੁਸੀਂ ਕੋਈ ਗੱਲਬਾਤ ਸੁਣਨੀ ਹੈ ਤਾਂ 5 ਜਨਵਰੀ ਦੁਆਰਾ ਬੁਲਾ ਲਿਆ ਜੀ। ਵੀ ਅੱਜ ਜਿਹੜਾ ਦਿਨ ਹੈ ਉਹਦੇ ਫਿਰ ਗੱਲ ਉੱਥੇ ਕੀਤੀ ਅਸੀਂ ਵੀ ਇਹ ਸਾਜ਼ਿਸ਼ਾਂ ਨੇ ਵੀ ਅਸੀਂ ਕਿਉਂ ਨਹੀਂ ਸਮਝਦੇ। ਸਾਨੂੰ ਸਮਝਣਾ ਚਾਹੀਦਾ ਹੈ ਵੀ ਜਿਹੜੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਿਹਾੜੇ ਜਿਹੜੀ ਸਾਨੂੰ ਵਿਲ ਪਾਵਰ ਮਿਲਣੀ ਹੈ ਨਾ, ਜੋ ਅਸੀਂ ਉਹ ਇਤਿਹਾਸ ਸੁਣ ਕੇ ਜੋ ਅੰਦਰ ਸਾਡੇ ਜਜ਼ਬਾ ਪੈਦਾ ਹੋਣਾ ਆਪਣੇ ਗੁਰੂ ਦੇ ਪ੍ਰਤੀ, ਆਪਣੇ ਕੌਮ ਦੇ ਪ੍ਰਤੀ, ਤੇ ਉਹ ਕੇਵਲ ਖੁਸ਼ੀਆਂ ਮਨਾ ਕੇ ਜਾਂ ਅਸੀਂ ਖੁਸ਼ੀ ਦੇ ਸ਼ਬਦ ਪੜ੍ਹਤੇ ਜਾਂ ਗੁਰੂ ਸਾਹਿਬ ਦੇ ਜਨਮ ਦੀ ਗੱਲ ਕਰਤੀ, ਮੈਂ ਨਹੀਂ ਕਹਿ ਰਿਹਾ ਵੀ ਗਲਤ ਹੈ। ਗੁਰੂ ਸਾਹਿਬ ਨੇ ਹੀ ਸਾਨੂੰ ਖਾਲਸਾ ਸਾਜਿਆ, 10ਵੇਂ ਪਿਤਾ ਨੇ, ਪਰ ਇੱਕ ਸਮਾਂ ਨਿਯਤ ਹੁੰਦਾ ਨਾ। ਬਿਲਕੁਲ। ਹੁਣ ਮੰਨ ਲਓ ਸੰਸਾਰ ਦੇ ਵਿੱਚ ਲੋਕੀ ਆਪਾਂ ਦੀਵਾਲੀ ਮਨਾਉਂਦੇ ਆ ਬੜੀਆਂ ਖੁਸ਼ੀਆਂ ਦੇ ਨਾਲ। ਦੀਵਾਲੀ ਵਾਲੇ ਦਿਨ ਜੇ ਕਿਸੇ ਦੇ ਘਰ ਕੋਈ ਡੈਥ ਹੋ ਜਾਏ ਨਾ ਤਾਂ ਸਾਰੀ ਉਮਰ ਦੀਵਾਲੀ ਨਹੀਂ ਮਨਾ ਸਕਦਾ ਚੱਜ ਨਾਲ। ਅਗਲਾ ਕਹਿੰਦਾ ਇਸ ਦਿਨ ਮੇਰੇ ਘਰ ਡੈਥ ਹੋਈ ਸੀ, ਮੇਰੇ ਪਿਤਾ ਦੀ ਜਾਂ ਮੇਰੇ ਕਿਉਂਕਿ ਉਹ ਚੀਜ਼ਾਂ ਅੱਖਾਂ ਦੇ ਸਾਹਮਣੇ ਅੱਖਾਂ ਦੇ ਸਾਹਮਣੇ ਆਉਂਦੀ। ਤੇ ਸਾਡੇ ਤਾਂ ਕੌਮ ਵਾਸਤੇ ਜਿਹੜੇ ਨੇ ਛੋਟੇ 7 ਸਾਲ 9 ਸਾਲ ਦੇ ਨੇ ਸ਼ਹਾਦਤਾਂ ਦਿੱਤੀਆਂ, ਉਹ ਅਸੀਂ ਕਿੱਦਾਂ ਭੁੱਲ ਜਾਈਏ। ਉਹਨਾਂ ਨੂੰ ਭੁਲਾ ਕੇ ਤੇ ਅਸੀਂ ਖੁਸ਼ੀਆਂ ਮਨਾਈ ਜਾਈਏ, ਇਦਾਂ ਨਹੀਂ ਹੋ ਸਕਦਾ। ਪ੍ਰੀਤ ਜੀ ਇਹ ਬਹੁਤ ਵੱਡੀਆਂ ਸਾਜ਼ਿਸ਼ਾਂ ਨੇ। ਸੋ ਗੱਲ ਕੀਤੀ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਜਿਹੜਾ ਫੈਸਲਾ ਆਇਆ, ਸੋ ਜਿਸ ਤਰ੍ਹਾਂ ਕਿ ਪਹਿਲਾਂ ਵੀ ਜਥੇਦਾਰ ਬੜੇ ਰਹੇ ਨੇ ਤੇ ਹੁਣ ਜਿਹੜੇ ਜਥੇਦਾਰ ਸਾਹਿਬ ਮੌਜੂਦ ਨੇ ਗਿਆਨੀ ਹਰਪ੍ਰੀਤ ਸਿੰਘ ਜੀ, ਇਹਨਾਂ ਦੇ ਉੱਤੇ ਬੜਾ ਮਾਣ ਹੈ। ਪਰ ਪੜ੍ਹੇ ਲਿਖੇ ਨੇ, ਸੂਝਵਾਨ ਨੇ ਤੇ ਠੋਕ ਕੇ ਗੱਲ ਕਰਨ ਵਾਲੇ ਨੇ। ਪਰ ਗੱਲ ਉੱਥੇ ਹੀ ਆ ਜਾਂਦੀ ਹੈ ਦਬਾਅ ਦੀ। ਆਜ਼ਾਦ ਹਸਤੀ ਇਹ ਵੀ ਨਹੀਂ ਹੈਗੇ, ਬਿਲਕੁਲ ਪ੍ਰੋਪਰ ਤੌਰ ਤੇ ਆਜ਼ਾਦ ਨਹੀਂ। ਔਰ ਗੱਲਾਂ ਤੇ ਇਹ ਵੀ ਨਿਕਲੀਆਂ ਪਿੱਛੇ ਜਿਹੜੇ ਇਹਨਾਂ ਨੇ ਬੇਬਾਕ ਬਿਆਨ ਦਿੱਤੇ ਨੇ, ਉਹ ਵੀ ਗੱਲਾਂ ਸਾਹਮਣੇ ਆਈਆਂ ਵੀ ਦਿੱਤੇ ਨਹੀਂ, ਦਵਾਏ ਗਏ ਨੇ ਤਾਂ ਕਿ ਚਲੋ ਸੱਚ ਜੋ ਵੀ ਹੈ ਆਪਾਂ ਨਹੀਂ ਇਹਦੇ ਤੇ ਮਲ ਜਾਂਦੇ, ਉਹ ਗੱਲਾਂ ਸਾਹਮਣੇ ਆ ਹੀ ਜਾਂਦੀਆਂ ਵੀ ਇਹ ਦਵਾਏ ਗਏ ਨੇ। ਨਰਿੰਦਰ ਜੀ 2022 ਦੇ ਵਿੱਚ ਚੋਣਾਂ ਨੇ, ਸਾਰੀ ਆਵਾਮ ਜਾਣਦੀ ਹੈ ਕਿ 2022 ਦੀਆਂ ਚੋਣਾਂ ਵਾਸਤੇ ਇਹਨਾਂ ਨੇ ਹੁਣ ਪਲੇਟਫਾਰਮ ਤਿਆਰ ਕਰਨਾ ਹੈ। ਬਿਲਕੁਲ। ਤੇ ਜੋ ਸਿੱਖ ਸੰਗਤ ਜਾਂ ਪੰਜਾਬ ਦੀ ਆਵਾਮ ਦੇ ਜ਼ਿਹਨ ਦੇ ਵਿੱਚ ਇਹ ਚੀਜ਼ ਬੈਠੀ ਹੋਈ ਹੈ, ਬੈਠੀ ਕਿ ਇਹ ਸੱਚ ਹੈ, ਜੋ ਸੰਗਤ ਜਾਣ ਗਈ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਹੋਵੇ ਜਾਂ SGPC ਹੋਵੇ, ਉਸ ਦੇ ਉੱਤੇ ਬਾਦਲਾਂ ਦਾ ਅਧਿਕਾਰ ਹੋ ਗਿਆ ਹੈ। ਗੁਰੂ ਘਰਾਂ ਦੀਆਂ ਗੋਲਕਾਂ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਖੁੱਲਦੀਆਂ ਨੇ, ਚਾਹੇ ਜਥੇਦਾਰ ਹੋਵੇ, ਚਾਹੇ SGPC ਦਾ ਪ੍ਰਧਾਨ ਹੋਵੇ, ਬਾਦਲਾਂ ਦੇ ਲਿਫਾਫੇ ਦੇ ਵਿੱਚੋਂ ਨਿਕਲਦਾ ਹੈ। ਇਹ ਕੁਝ ਉਹ ਕੌੜੇ ਸੱਚ ਨੇ ਜਿਹੜੇ ਸਾਰੇ ਪੰਜਾਬ ਨੂੰ ਪਤਾ ਲੱਗ ਗਏ ਨੇ। ਤੇ ਹੁਣ ਇਹ ਕੌੜੇ ਸੱਚਾਂ ਨੂੰ ਕਿੱਦਾਂ ਲੋਕਾਂ ਦੇ ਜ਼ਿਹਨ ਚੋਂ ਕੱਢਿਆ ਜਾਵੇ, ਇਹਨਾਂ ਤੇ ਮਿੱਟੀ ਕਿੱਦਾਂ ਪਾਈ ਜਾਵੇ, ਤਾਂ ਸਭ ਤੋਂ ਆਸਾਨ ਗੱਲ ਹੈ ਕਿ ਇੱਕ ਜਥੇਦਾਰ ਨੂੰ ਜੇ ਉਹਨਾਂ ਨੇ ਘਰੇ ਆਪਣੀ ਕੋਠੀ 'ਚ ਤਲਬ ਕੀਤਾ ਸੀ ਕਾਕਾ ਇੰਨੇ ਵਜੇ ਤੁਸੀਂ ਪਹੁੰਚਣਾ ਹੈ ਜਥੇਦਾਰ ਸਾਹਿਬ, ਅਸੀਂ ਉਹੀ ਗੱਲ ਕਰਨੀ ਹੈ, ਉੱਥੇ ਹੁਣ ਦੂਜਾ ਜਥੇਦਾਰ ਐਸਾ ਬਿਠਾ ਦਿਓ ਜਿਹੜਾ ਉਹਨਾਂ ਦੀਆਂ ਗਲਤੀਆਂ ਨੂੰ ਤਲਬ ਕਰਨਾ ਸ਼ੁਰੂ ਕਰੇ ਕਿ ਆਹ ਚੀਜ਼ ਉਦੋਂ ਗਲਤ ਹੋਈ ਸੀ, ਆਹ ਚੀਜ਼ ਉਦੋਂ ਗਲਤ ਹੋਈ ਸੀ, ਤੇ ਉਸ ਤੋਂ ਬਾਅਦ ਬਾਦਲ ਆਪਣਾ ਪੱਲਾ ਝਾੜ ਕੇ ਕਹਿ ਸਕਣ ਦੇਖੋ ਜੀ ਜਥੇਦਾਰ ਤਾਂ ਸਾਡੀ ਵੀ ਨਹੀਂ ਸੁਣਦਾ, ਜਥੇਦਾਰ ਤਾਂ ਖਾਲਸਾ ਰਾਜ ਦੀ ਗੱਲ ਕਰਦਾ ਪਿਆ ਹੈ, ਜਥੇਦਾਰ ਤਾਂ ਖਾਲਿਸਤਾਨ ਦੀ ਗੱਲ ਕਰਦਾ ਪਿਆ ਹੈ। ਇਸ ਕਰਕੇ ਸਾਡਾ ਕੋਈ ਹੱਕ ਨਹੀਂ ਹੈ ਜੀ, ਸਾਡਾ ਕੋਈ ਗ੍ਰਿਪ ਨਹੀਂ ਹੈ ਨਾ SGPC ਉੱਤੇ ਤੇ ਨਾ ਅਕਾਲ ਤਖਤ ਸਾਹਿਬ ਉੱਤੇ, ਨਾ ਜਥੇਦਾਰ ਉੱਤੇ, ਨਾ ਪ੍ਰਧਾਨ ਉੱਤੇ। ਇਹ ਚੀਜ਼ਾਂ ਉਮੀਦ ਕਰਦੇ ਹਾਂ ਕਿ ਇਹ ਸ਼ੋਅ ਵੇਖ ਕੇ ਤੁਹਾਡੇ ਪੱਲੇ ਥੋੜ੍ਹੀਆਂ ਬਹੁਤੀਆਂ ਤਾਂ ਪੈ ਹੀ ਰਹੀਆਂ ਹੋਣਗੀਆਂ। ਵੈਸੇ ਬੁੱਧੀਜੀਵੀ ਤਾਂ ਬਹੁਤ ਬਾਖੂਬ ਜਾਣਦੇ ਨੇ, ਪਰ ਪਿੰਡਾਂ ਦੀ ਭੋਲੀ ਭਾਲੀ ਜੋ ਜਨਤਾ ਹੈ, ਆਵਾਮ ਹੈ, ਉਹਨਾਂ ਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹ ਸਿਆਸਤਦਾਨ, ਖਾਸ ਕਰਕੇ ਰਵਾਇਤੀ ਪਾਰਟੀਆਂ, ਬੇਸ਼ੱਕ ਕਾਂਗਰਸ ਹੈ ਜਾਂ ਅਕਾਲੀ ਭਾਜਪਾ ਹੈ, ਖਾਸ ਕਰਕੇ ਰਵਾਇਤੀ ਪਾਰਟੀਆਂ ਉਹ ਪਾਰਟੀਆਂ ਨੇ ਜੋ ਆਪਣੀ ਕੁਰਸੀ ਉੱਤੇ ਹਮੇਸ਼ਾ ਇਨਸਾਨਾਂ ਦੀ ਦੇਹ ਦੀਆਂ ਲੱਕੜਾਂ ਦਾ ਬਾਲਣ ਲਾ ਕੇ ਫੇਰ ਬੈਠਦੀਆਂ। ਢਿੱਡ ਇਹਨਾਂ ਦਾ ਉਦੋਂ ਭਰਦਾ ਹੈ ਜਦੋਂ ਬੇਸ਼ੱਕ ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ ਹੋਵੇ, ਬੋਧੀ ਹੋਵੇ, ਜੈਨੀ ਹੋਵੇ, ਈਸਾਈ ਹੋਵੇ, ਲਾਸ਼ਾਂ ਕਿਸੇ ਨਾ ਕਿਸੇ ਦੀਆਂ ਡਿੱਗਦੀਆਂ ਹੋਣ, ਉਹਨਾਂ ਉੱਤੇ ਜਦੋਂ ਤੱਕ ਰੋਟੀਆਂ ਨਾ ਪੱਕਣ ਇਹਨਾਂ ਦੇ ਢਿੱਡ ਨਹੀਂ ਭਰਦੇ। ਮੈਂ ਸਿਰਫ ਪੰਜਾਬ ਦੀ ਗੱਲ ਨਹੀਂ ਕਰ ਰਿਹਾ, ਮੈਂ ਪੂਰੇ ਭਾਰਤ ਦੀ ਗੱਲ ਕਰ ਰਿਹਾ। ਤੇ ਜਿਸ ਦਿਨ ਇਹ ਧਰਮਾਂ ਦੀ ਰਾਜਨੀਤੀ ਬੰਦ ਹੋ ਗਈ, ਸਾਡਾ ਭਾਰਤ ਹੋਵੇ ਜਾਂ ਪੰਜਾਬ ਹੋਵੇ, ਇਹ ਸੂਬਾ ਪਹਿਲਾਂ ਵਾਂਗ ਹੱਸਦਾ ਵਸਦਾ ਖੇਡਦਾ ਹੋ ਜਾਵੇਗਾ। ਤੁਹਾਨੂੰ ਅੰਦਾਜ਼ਾ ਨਹੀਂ ਹੋਏਗਾ ਕਿ ਪੂਰੇ ਭਾਰਤ ਦੇ ਵਿੱਚ ਅਗਰ ਅਸੀਂ ਦਰ ਕੱਢੀਏ ਤਾਂ ਭਾਰਤ ਦਾ 74% ਪੈਸਾ ਸਿਰਫ 2% ਲੋਕਾਂ ਕੋਲ ਹੈ, ਤੇ ਬਾਕੀ ਦਾ ਜੋ 26% ਪੈਸਾ ਹੈ ਉਹ ਬਾਕੀ ਦੇ 98% ਲੋਕਾਂ ਦੇ ਵਿੱਚ ਵੰਡਿਆ ਹੋਇਆ ਹੈ। ਇਸ ਲਈ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ, ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ, ਤੇ ਸਭ ਤੋਂ ਵੱਧ ਸੱਟ ਖਾ ਰਿਹਾ ਹੈ ਮਿਡਿਓਕਰ। ਇਹ ਗੱਲਾਂ ਸਾਨੂੰ ਸਮਝ ਆਉਂਦੀਆਂ ਨੇ, ਤੁਹਾਨੂੰ ਸਮਝ ਆ ਰਹੀਆਂ ਹੋਣਗੀਆਂ, ਪਰ ਸਿਆਸਤਦਾਨਾਂ ਨੂੰ ਨਾ ਕਦੀ ਇਹ ਗੱਲਾਂ ਸਮਝ ਆਈਆਂ, ਨਾ ਉਹਨਾਂ ਨੂੰ ਆਉਣੀਆਂ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਵੋਟਾਂ ਇੱਕ ਪਾਸੇ ਜਿੱਤਣੀਆਂ ਨੇ ਤਾਂ ਲੋਕਾਂ ਦੀਆਂ ਅੱਖਾਂ 'ਚ ਘੱਟਾ ਕਿੱਦਾਂ ਪਾਉਣਾ ਹੈ। ਲੋਕ ਉਹ ਇਸ ਹੱਦ ਤੱਕ ਅੱਜ ਲਾਚਾਰ ਕਰ ਚੁੱਕੇ ਆ ਕਿ ਆਟੇ ਦਾਲ ਸਕੀਮ ਦੇ ਕਰਕੇ ਅੱਧੇ ਪਿੰਡ ਉਹਨਾਂ ਦੇ ਪਿੱਛੇ ਲਾ ਲਏ ਨੇ, ਤੇ ਲੋਕ ਸਿਰਫ 10 ਕਿਲੋ 5 ਕਿਲੋ ਆਟਾ ਜਾਂ 40 ਕਿਲੋ ਕਣਕ ਲੈਣ ਦੇ ਪਿੱਛੇ ਆਪਣੀ ਵੋਟ ਉਸ ਖਾਤੇ ਵਿੱਚ ਭੁਗਤਾ ਜਾਂਦੇ ਨੇ।
मैं हथ बन के यही बेनती करांगा, एक बार दिल ते पत्थर रख के सिर्फ ते सिर्फ अपने इलाके दे इन्हां दोनां तिन्नां धिरां नूं छड्ड के किसी भी चंगे उम्मीदवार नूं, चाहे वह आज़ाद होवे चाहे किसी होर तीजी धिर नाल ताल्लुक रखदा होवे, पर दूर दूर तक अकाली भाजपा या कांग्रेस दे नाल इह बंदा ताल्लुक ना रखदा होवे, अजिहे नुमाइंदे नूं चाहे दिल ते पत्थर रख के तुहानूं जिताना पवे, जितायो। जो तुहानूं लगदा है हक सच दी आवाज़ बुलंद करता है, जो तुहानूं लगदा है कि वह अपने निज मार के सिर्फ ते सिर्फ निस्वार्थ होकर लोगों की भलाई चाहता है, अजिहे बंदे अपने अपने इलाकों चों जितायो। फिर उस तो बाद पंजाब च जिहड़ी भी सरकार काबिज होगी वो वेखना पंजाब का कायाकल्प करती है या नहीं करती। पर अगर अकाली भाजपा या कांग्रेस का 5 साल तेरे ते 5 साल मेरे एवें चलता रहा तो फिर यह दस्तूर भी कदे नहीं मुकना। अज नशे नाल तेरा पुत मरिया, कल ओदा, अज फाहा ला के यह किसान चढ़िया तो कल ओह, क्योंकि यह बादस्तूर चल रहा सी, चल रहा है तो चलता रहना है। तो एक दिन वो आ जाना है पंजाब दे विच जदों पंजाब दीयां नस्लां नवीआं नस्लां जम्मण के काबिल नहीं रहणगीआं। हुण अकाल तख्त साहिब दे जथेदार की अगर गल करते हैं तो जथेदार साहब ने सब तो करड़ा फैसला अगर कह सकते हैं तो भाई रणजीत सिंह जी ढडरियां वालियां के खिलाफ सुनाया। तो दूसरी जिहड़ी चीज़ है जो धन श्री गुरु ग्रंथ साहिब जी के स्वरूप से, पहला गल करते हैं स्वरूपां की। पहला यह ऐसे है कि 267 स्वरूप जिहड़े ने वो गुम हुए ने, लैज़रां दे विच नहीं चढ़े हैं, जिद्दां भी बेचे गए। तो हुण सामने आया कि 328 शायद या 326 नहीं 328 या 326 स्वरूप, ठीक है जी। तो हुण वो जिहड़े सीगे स्वरूप वो दस रहे ने कि जिहड़े वाधू अंग सीगे उन्हां तो बना के अगे वेचे गए, लैज़रां ते नहीं चढ़ाए गए। यह तुहानूं नहीं लगता कि अगर गुरु के नाम के उत्ते गुरु के घर की जिहड़ी जथेबंदी है उत्थे दे इंपलॉइज, ठीक है, धन श्री गुरु ग्रंथ साहिब जी दीयां देहां नूं बेच के 2 नंबर की मोटी कमाई कर रहे हैं। देखो जी, पहला तो खदशा इन्होंने कढ़िया सीगा भी लिखत दे विच ही गल गड़बड़ हो गई, कोई स्वरूप नहीं चोरी हो। बिल्कुल, सब तो पहला बयान ही है, सब तो पहला तो बयान यही आया सीगा भी रजिस्टरां दे विच गलती नाल मतलब उत्ते थल्ले गिनती लिखी गई, कोई स्वरूप बाहर नहीं गया है। नहीं, बाद विच गल यह भी निकल के आई सी कि जिन्ने स्वरूप घट सीगे उन्ने छपवा के ते पूरे करन दी भी कोशिश की जा रही है। ये भी गल्लां आईयां जी, पर जदों पूरी खोज पड़ताल होई तो फिर गल ये आ गई भी वाधू जिहड़े अंग नाल बनाए जाते हैं भी जे किते कोई गलती रह गई तो वो अंग जिहड़ा चेंज किया जा सके। तो जिहड़े वाधू बनाए गए उन्हां वाधू अंगां नूं ही वो सारे अंग जोड़ के ते एक नवीं बीड़ तैयार कर ली गई। तो वो जिहड़ियां ने समाज दे विचों पर वाधू अंग जोड़ के रविंदर जी 1 2 3 बिल्कुल वही गल 4 बीड़ा 5 बीड़ा 10 बीड़ा 100 हो जाणगियां वाधू अंग जोड़ के। वाधू अंग भी देखो जे 300 तो वाधू 1430 अंग छपाई कीती है तो ਉਹਦੇ ਵਿੱਚੋਂ ਆਪਾਂ 1430 ਹੀ ਥੋੜਾ ਆਪਾਂ ਦੁਬਾਰਾ ਬਣਾ ਕੇ ਨਾ ਰੱਖ ਲੈ। मैं वही जो 5-7 ਆਪਾਂ ਰੱਖਾਂਗੇ ਵੀ ਜਿੱਥੇ ਸਾਨੂੰ ਲੱਗਦਾ ਵੀ ਕਿਤੇ ਗਲਤੀ ਹੋ ਸਕਦੀ ਹੈ। मतलब बीड़ा ਦੀਆਂ बीड़ा छापियां गईयां, सीधी गल यही है। वाधू अंग कोई नहीं सी, बीड़ा ਦੀਆਂ बीड़ा जानबूझ के छापियां गईयां ਤੇ ਉਹਨਾਂ ਨੂੰ ਮੋٹے ਪੈਸੇ ਲੈ ਕੇ ਵੇਚਿਆ ਗਿਆ। ਹੁਣ ਸਾਨੂੰ ਇਹ ਵੀ ਨਹੀਂ ਪਤਾ ਕਿ ਉਹ बीड़ा केस ने ਖਰੀਦੀਆਂ ਨੇ ਕਿੱਥੇ, ਕੱਲ ਨੂੰ ਬੇਅਦਬੀਆਂ ਜੇ ਸ਼ੁਰੂ ਹੁੰਦੀਆਂ ਨੇ ਦੁਬਾਰਾ ਤੋਂ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਊਗਾ? इस दा फैसला संगत जी तुसीं आप करना या सानू इस दा जवाब SGPC प्रधान गोविंद सिंह लौंगोवाल देण, जथेदार देण, ज्ञानी हरप्रीत सिंह, क्योंकि इन्हां दे हत्थ च असीं ज्ञानी गुरबचन सिंह देण जिहड़े पहलां इन्ना चिर काबिज रहे ने। इन्हां दा फर्ज बनदा जिन्हां दी ड्यूटी है गुरु रामदास जिहड़ी प्रिंटिंग प्रेस हैगी है जिथे सूप छपदे ने भी उत्थे इन्ना वड्डा घपला हो जाना बहुत वड्डी मायने रखदी है। गल ते साडे लई बड़ी शर्म वाली गल है किते दा असीं गुरु साहब दे अगे खड़ के अरदासां करते हैं, अपने दुख रोंदे गुरु साहब दे अगे खड़ के, ते किते जदों ये सुनन नूं मिलदा भी अपने गुरु नूं ही असीं 2 नंबर दे विच साडे लोक वेची जा रहे हैं तां मन दे अंतरात्मा नूं सट वजदी है। बिल्कुल सट तां वजदी है, पर की करिए कि हुण जिथे कहंदे आ कि धार्मिक स्थानां ते जाके सानूं एक चंगी सोच ही आंदी है, एक पॉजिटिव एनर्जी मिलदी है, पर ਇਹ ਉਹਨਾਂ ਨੂੰ ਮਿਲਦੀ ਜੋ ਸੱਚੀ ਆਤਮਾ ਦੇ ਨਾਲ ਉੱਥੇ ਜਾਂਦੇ ਨੇ, ਜਿਨ੍ਹਾਂ ਨੇ ਬਿਜ਼ਨਸ ਕਰਨ ਵਾਸਤੇ, ਧੰਦਾ ਕਰਨ ਵਾਸਤੇ ਆਪਣੀਆਂ ਕੁਰਸੀਆਂ ਤੇ ਕਾਬਜ਼ ਹੋਣਾ, ਦੂਜਿਆਂ ਦੇ ਹੱਥ ਠੋਕ ਕੇ ਬਣ ਕੇ ਚੱਲਣਾ ਹੈ। ਉਹਨਾਂ ਨੂੰ ਨਾ ਤਾਂ ਉਹ ਸਦਬੁੱਧੀ ਆ ਸਕਦੀ ਹੈ ਤੇ ਨਾ ਉਹ ਉਹਨਾਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਸਕਦਾ ਹੈ। ਕਹਿਣ ਨੂੰ ਸੁਣਨ ਨੂੰ ਜਿੰਨੀ ਮਰਜ਼ੀ ਉਹ ਬਾਣੀ ਸਾਨੂੰ ਸੁਣਾ ਦੇਣ, ਬਾਣੀ ਪੜ੍ਹ ਦੇਣ, ਬਸ ਉਹ ਬਾਣੀ ਉਹਨਾਂ ਲਈ ਸਿਰਫ ਪੜ੍ਹਨ ਨੂੰ ਮਾਤਰ ਹੁੰਦੀ ਹੈ। ਕਹਿਣ ਨੂੰ ਜਿੰਨੇ ਮਰਜ਼ੀ ਉਹ ਆਪਣੇ ਨੂੰ ਵੱਡੇ ਬੁੱਧੀਜੀਵੀ ਅਖਵਾਉਂਦੇ ਹੋਣ, ਸਾਡੇ ਵਾਸਤੇ ਤਾਂ ਕੌਮ ਦਾ ਅਸਲ ਜਥੇਦਾਰ, ਅਸਲ ਪ੍ਰਧਾਨ
ਉਹੀ ਹੋਵੇਗਾ ਜੋ ਹਿੱਕ ਠੋਕ ਕੇ ਸਹੀ ਫੈਸਲੇ ਲੈਣ ਦੀ ਤੜ ਰੱਖਦਾ ਹੋਵੇਗਾ, ਜੋ ਅਕਾਲੀ ਫੂਲਾ ਸਿੰਘ ਵਾਂਗੂ ਹਮਲੇ ਨਾਲ ਬੰਨ ਕੇ ਕੋੜੇ ਮਰਨ ਦੀ ਸਜ਼ਾ ਸੁਣਾਉਣ ਦੀ ਹਿੰਮਤ ਰੱਖਦਾ ਹੋਵੇਗਾ, ਕਿਰਦਾਰ ਰੱਖਦਾ ਹੋਵੇਗਾ। ਕਿਉਂਕਿ ਕਿਰਦਾਰ ਝੂਠੇ ਬਣਾ ਕੇ ਦਰਸਾਉਣਾ ਬਹੁਤ ਆਸਾਨ ਹੈ, ਦੂਜਿਆਂ ਨੂੰ ਭਰਮਾਉਣਾ ਬਹੁਤ ਆਸਾਨ ਹੈ, ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾ ਕੇ ਉਹਨਾਂ ਨੂੰ ਕੁਰਾਹੇ ਪਾਉਣਾ ਬਹੁਤ ਆਸਾਨ ਹੈ। ਪਰ ਸੱਚੀ ਸੁੱਚੀ ਇਨਸਾਨੀਅਤ ਦੇ ਨਾਲ, ਸੱਚੀ ਸੁੱਚੀ ਦੇਹ ਦੇ ਨਾਲ, ਸੱਚੀ ਸੁੱਚੀ ਆਤਮਾ ਦੇ ਨਾਲ ਕਿਸੇ ਨੂੰ ਗਲ ਨਾਲ ਲਾਉਣਾ, ਆਪਣੀ ਕੌਮ ਨੂੰ ਗਾਹਾਂ ਲੈ ਕੇ ਜਾਣਾ, ਆਪਣਿਆਂ ਨੂੰ ਬਾਂਹ ਫੜ ਕੇ ਖੜਾ ਕਰਨਾ ਤੇ ਫਿਰ ਉਹਨਾਂ ਨੂੰ ਸਹੀ ਰਾਹ ਦੇ ਉੱਤੇ ਤੋਰ ਕੇ ਤੇਜ਼ ਭਜਾਣਾ, ਇਹ ਮੰਨਿਆ ਬਹੁਤ ਔਖਾ ਹੈ ਪਰ ਨਾਮੁਮਕਿਨ ਨਹੀਂ ਹੈ। ਪਰ ਜਿਹੜੇ ਘਟੀਆ ਚਾਲਾਂ ਚੱਲਦੇ ਨੇ ਉਹ ਗੱਦਾਰ ਚਾਹੇ ਜੋ ਵੀ ਨੇ, ਕਿਉਂਕਿ ਬਹੁਤ ਸਾਰੇ ਗੱਦਾਰ ਅਜਿਹੇ ਨੇ ਜੋ ਅੱਜ ਗਾਤਰੇ ਚੋਲੇ ਪਾ ਕੇ ਬੈਠੇ ਹੋਏ ਨੇ, ਜਿਹੜੇ ਸੁਣਦੇ ਵੀ ਹੋਣਗੇ, ਜਿਹੜੇ ਇਹ ਗੱਲਾਂ ਚੁੱਭਦੀਆਂ ਵੀ ਨੇ, ਉਹ ਇਹ ਯਾਦ ਰੱਖਣ ਕਿ ਜੇਕਰ ਮੱਸਾ ਰੰਗੜ ਵਰਗੇ ਨਹੀਂ ਛੱਡੇ ਨਾ ਤਾਂ ਫਿਰ ਤੁਹਾਡਾ ਵੀ ਅੰਤ ਕੋਈ ਬਹੁਤ ਚੰਗਾ ਨਹੀਂ ਹੋਣਾ। ਜਾਗਦੀਆਂ ਜ਼ਮੀਰਾਂ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਅੱਜ ਵੀ ਸਿੰਘ ਬਹੁਤ ਮੌਜੂਦ ਨੇ, ਤੇ ਜਿੱਦਣ ਉਹ ਸਿੰਘ ਇਕਜੁੱਟ ਇੱਕ ਮੁੱਠ ਹੋ ਗਏ ਤੇ ਉਹਨਾਂ ਨੇ ਹਾਂ ਦਾ ਨਾਰਾ ਮਾਰਿਆ, ਉਦੋਂ ਤੁਹਾਨੂੰ ਕਿਸੇ ਨੂੰ ਭੱਜਦਿਆਂ ਦੀ ਥਾਂ ਨਹੀਂ ਲੱਭਣੀ। ਤੇ ਜੋ ਇਤਿਹਾਸ ਦੇ ਵਿੱਚ ਲਿਖਿਆ ਹੈ ਜਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਭਵਿੱਖਬਾਣੀਆਂ ਦੇ ਵਿੱਚ ਜੋ ਕੁਝ ਦਰਜ ਹੈ, ਬੇਸ਼ੱਕ ਉਹ ਸੱਚੀਆਂ ਨੇ ਝੂਠੀਆਂ ਨੇ, ਕਿਉਂਕਿ ਕਿੰਤੂ ਉਹਨਾਂ ਤੇ ਵੀ ਬਹੁਤ ਹੁੰਦਾ ਹੈ ਜਨਮ ਸਾਖੀਆਂ ਤੇ। ਫਿਰ ਦਿੱਲੀ ਤੱਕ ਹੀ, ਫਿਰ ਭਾਰਤ ਤੱਕ ਦੇ ਉੱਤੇ ਹਰ ਪਾਸੇ ਹਰ ਖੂੰਜੇ ਤੇ ਖਾਲਸਾ ਰਾਜ ਦੇ ਝੰਡੇ ਝੂਲਦੇ ਹੋਣਗੇ। ਤੇ ਉਹ ਦਿਨ ਜ਼ਰੂਰ ਆਏਗਾ, ਕਿਉਂਕਿ ਹਮੇਸ਼ਾ ਹੱਕ ਸੱਚ ਦੀ ਜਿੱਤ ਹੁੰਦੀ ਹੈ। ਤੇ ਜਿਸ ਮੁਕਾਮ ਦੇ ਉੱਤੇ ਇਸ ਵੇਲੇ ਪੰਜਾਬ ਜਾਂ ਭਾਰਤ ਹੈ, ਉੱਥੇ ਹਰ ਪਾਸੇ ਤਰਾਈ ਮਚੀ ਹੋਈ ਹੈ। ਲੋਕਾਂ ਦੇ ਘਰਾਂ 'ਚ ਅਨਾਜ ਨਹੀਂ ਹੈ, ਬਿਮਾਰੀਆਂ ਲੱਗੀਆਂ ਨੇ, ਇਲਾਜ ਕਰਵਾਉਣ ਨੂੰ ਪੈਸਾ ਨਹੀਂ ਹੈ, ਇਲਾਜ ਨਹੀਂ। ਤੇ ਪਰ ਉਹਨਾਂ ਨੂੰ ਜਦੋਂ ਵੀ ਕੋਈ ਕਿਸੇ ਦੇ ਸਿਰ ਤੇ ਦਸਤਾਰ ਸੱਜੀ ਹੁੰਦੀ ਹੈ, ਕਦੇ ਵੀ ਅਜਿਹਾ ਕੋਈ ਇਨਸਾਨ ਉਹਨਾਂ ਨੂੰ ਨਜ਼ਰ ਆਉਂਦਾ ਹੈ ਭਾਰਤ ਦੇ ਕਿਸੇ ਵੀ ਖੁੰਝ ਤੇ, ਉਹਨਾਂ ਦੇ ਅੰਦਰ ਇੱਕ ਉਮੀਦ ਜਾਗਦੀ ਹੈ ਕਿ ਸ਼ਾਇਦ ਇਹਨਾਂ ਨੇ ਕਿਤੇ ਲੰਗਰ ਲਾਇਆ ਹੋਊਗਾ, ਗੁਰਦੁਆਰਾ ਦੇਖ ਕੇ ਉਹਨਾਂ ਨੂੰ ਪਤਾ ਸਾਡਾ ਇੱਥੇ ਢਿੱਡ ਭਰ ਜਾਏਗਾ। ਉਮੀਦ ਜਾਗਦੀ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਹੜੇ ਸਿਰ ਤੇ ਦਸਤਾਰਾਂ ਸਜਾਉਂਦੇ ਨੇ ਉਹ ਦੂਜਿਆਂ ਦੀ ਮਦਦ ਕਰਦੇ ਨੇ ਤੇ ਦਿਲੋਂ ਕਰਦੇ ਨੇ, ਕਿਸੇ ਦਾ ਫਾਇਦਾ ਨਹੀਂ ਚੱਕਦੇ। ਪਰ ਸਰਦਾਰ ਦੀ ਦਸਤਾਰ ਦੀ ਇਹ ਕਿਰਦਾਰ ਨੂੰ ਵਿਗਾੜਨ ਵਾਸਤੇ ਵੀ ਅਜਿਹੇ ਘੁਸਪੈਠੀਏ ਵਿੱਚ ਬਾੜ ਦਿੱਤੇ ਗਏ ਨੇ, ਜੋ ਤਲਵੇ ਚੱਟ ਗੱਲਾਂ ਕਰਦੇ ਨੇ ਸੋਸ਼ਲ ਮੀਡੀਆ ਉੱਤੇ, ਜੋ ਪੂਜਦੇ ਨੇ ਉਹਨਾਂ ਨੂੰ ਜਿਹਨਾਂ ਨੇ ਘਾਣ ਕੀਤਾ ਕੌਮ ਦਾ, ਜੋ ਤਾਰੀਫਾਂ ਕਰਦੇ ਨੇ ਉਹਨਾਂ ਦੀਆਂ, ਜੋ ਜ਼ਿੰਮੇਵਾਰ ਨੇ 84 ਵਰਗੇ ਕਤਲੇਆਮ ਦਾ। ਤਾਂ ਫਿਰ ਅਜਿਹੇ ਬੰਦਿਆਂ ਨੂੰ ਤਾਂ ਲਾਹਣਤਾਂ ਪੈਣੀਆਂ ਹੀ ਬਣਦੀਆਂ ਨੇ। ਫਿਰ ਅੰਤ ਦੇ ਵਿੱਚ ਹੁਣ ਗੱਲ, ਕਿਉਂਕਿ ਇਹ ਤਾਂ ਟੌਪਿਕਸ ਉਹ ਨੇ ਜਿੰਨਾ ਮਰਜ਼ੀ ਅਸੀਂ ਡਿਸਕਸ ਕਰਦੇ ਰਹੀਏ, ਇਹ ਕੁਝ ਕੌਮ ਨਾਲ ਜੁੜੇ ਹੋਏ, ਜ਼ਹਿਨ ਨਾਲ ਜੁੜੇ ਹੋਏ ਉਹ ਮਸਲੇ ਨੇ ਜੋ ਦਰਦ ਅਸੀਂ ਜਿੰਨਾ ਮਰਜ਼ੀ ਬਿਆਨ ਕਰੀਏ ਕਦੇ ਨਹੀਂ ਕਰ ਸਕਦਾ। ਪਰ ਗੱਲ ਕਰਦੇ ਹਾਂ ਹੁਣ ਸਾਡੀ ਪ੍ਰਚਾਰਕ ਸ਼੍ਰੇਣੀ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦੀ। ਢੱਡਰੀਆਂ ਵਾਲਿਆਂ ਤੇ ਜੋ ਫੈਸਲਾ ਲਿਆ ਉਹ ਤੁਹਾਨੂੰ ਕਿੱਦਾਂ ਦਾ ਲੱਗਦਾ? ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਆਏ ਦਿਨ ਕਿਸੇ ਨਾ ਕਿਸੇ ਵਿਵਾਦ ਦੇ ਵਿੱਚ ਘਿਰੇ ਰਹਿੰਦੇ ਨੇ। ਪਹਿਲਾਂ ਤਾਂ ਦੇਖੋ ਇੱਕ ਦੋ ਸੀਗੇ ਟਕਸਾਲੀ ਤੇ ਮਿਸ਼ਨਰੀ, ਥੋੜਾ ਸਮਾਂ ਪਹਿਲਾਂ ਦੀ ਗੱਲ ਹੈ, 8-10 ਸਾਲ ਦੀ ਗੱਲ ਜੀ। ਹੁਣ ਟਕਸਾਲੀ, ਮਿਸ਼ਨਰੀ, ਜਾਗਰੂਕ ਤੇ ਅਪਗ੍ਰੇਡ 4-5 ਧਿਰਾਂ ਬਣ ਚੁੱਕੀਆਂ ਨੇ ਤੇ ਸਭ ਦੇ ਵਿਚਾਰ ਆਪੋ ਆਪਣੇ ਨੇ, ਕਿਸੇ ਦੇ ਵਿਚਾਰ ਇੱਕ ਦੂਜੇ ਨਾਲ ਮਿਲਦੇ ਨਹੀਂ। ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜਥੇਦਾਰ ਸਾਹਿਬ ਦਾ, ਸ੍ਰੀ ਅਕਾਲ ਤਖਤ ਸਾਹਿਬ ਦਾ ਉਹ ਫੈਸਲਾ ਨਹੀਂ ਮੈਂ ਕਹਾਂਗਾ, ਜਥੇਦਾਰ ਦਾ ਫੈਸਲਾ ਆਇਆ। ਚਾਹੀਦਾ ਤਾਂ ਇਹ ਸੀਗਾ ਵੀ ਜਿਹੜੀਆਂ 4-5 ਧਿਰਾਂ ਬਣ ਚੁੱਕੀਆਂ ਨੇ, ਵੀ ਕੋਸ਼ਿਸ਼ ਇਹ ਕੀਤੀ ਜਾਏ ਵੀ 4-5 ਨੂੰ ਇਕੱਠੇ ਬਿਠਾ ਕੇ ਇੱਕ ਧਿਰ ਬਣਾਈ ਜਾਏ। ਚਲੋ ਇੱਕ ਧਿਰ ਨਹੀਂ ਵੀ ਬਣਾਣੀ, ਕਿ ਉਹਨਾਂ ਦੇ ਜਿਹੜੇ ਮਤਭੇਦ ਨੇ ਉਹਨਾਂ ਦੇ ਉੱਤੇ ਮਸਲਾ ਹੱਲ ਕੀਤਾ ਜਾਏ, ਸੁਲਝਾਇਆ ਜਾਏ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਵੀ ਸਕੂਲਾਂ ਦੇ ਵਿੱਚ ਵੀ ਜਿਹੜੀ ਅੱਜ ਸਿੱਖਿਆ ਦਿੱਤੀ ਜਾ ਰਹੀ ਹੈ, ਇਤਿਹਾਸ ਨਹੀਂ ਮਿਥਿਹਾਸ ਹੈ। ਬਿਲਕੁਲ ਠੀਕ ਹੈ। ਜਿਹੜੀਆਂ ਸਾਡੇ ਪੁਰਾਤਨ ਗ੍ਰੰਥਾਂ ਦੇ ਵਿੱਚ ਸਾਖੀਆਂ ਐਸੀਆਂ ਵਾੜ ਦਿੱਤੀਆਂ ਜਿਹੜੀਆਂ ਕਿ ਗੁਰਮਤਿ ਨਾਲ ਸੰਬੰਧ ਨਹੀਂ ਰੱਖਦੀਆਂ। ਮੈਂ ਖੁਦ ਸੁਣਿਆ ਸੂਰਜ ਪ੍ਰਕਾਸ਼ ਦੀ ਕਥਾ ਹੁੰਦੀ ਹੈ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਜਿਹੜੇ ਗਿਆਨੀ ਜੀ ਕਥਾ ਕਰਦੇ ਨੇ, ਜਦੋਂ ਕੋਈ ਐਸੀ ਗੱਲ ਆਉਂਦੀ ਹੈ ਨਾ, ਉਹ ਖੁਦ ਮੈਂ ਉਹਨਾਂ ਦੇ ਮੂੰਹੋਂ ਸੁਣਿਆ ਵੀ ਆਹ ਜਿਹੜੀ ਗੱਲ ਹੁਣ ਲਿਖੀ ਹੈ ਇਹ ਗੁਰਬਾਣੀ ਦੀ ਕਸਵੱਟੀ ਤੇ ਪੂਰੀ ਨਹੀਂ ਉਤਰਦੀ, ਇਸ ਕਰਕੇ ਮੈਂ ਇਹਨੂੰ ਛੱਡ ਕੇ ਅੱਗੇ ਜਾ ਰਿਹਾ। ਉਹ ਤਾਂ ਕਹਿ ਕੇ ਅੱਗੇ ਲੰਘ ਕੇ ਸਕਿਪ ਕਰ ਗਏ। ਤੇ ਪਿੱਛੇ ਦੇ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਵੀ ਇਹ ਬਿਆਨ ਸੁਣਨ ਚ ਆਇਆ ਸੀਗਾ ਵੀ ਉਹ ਗੱਲਾਂ ਛੱਡ ਦੋ, ਲਓ ਨਾ ਕਿਉਂ ਨਾ ਲਈਏ, ਪਰ ਅਸੀਂ ਤਾਂ ਛੱਡ ਦਾਂਗੇ। ਤੇ ਜਿਹੜੇ ਸਾਡੇ ਐਂਟੀ ਪਾਰਟੀ ਹੈ, ਜਿਹੜੇ ਦੂਸਰੇ ਨੇ, ਉਹਨਾਂ ਤੋਂ ਉਹੀ ਚੱਕ ਕੇ ਸਾਡੇ ਬੱਚਿਆਂ ਨੂੰ ਪੜ੍ਹਾਉਣੀਆਂ ਨੇ। ਸਿੰਪਲ ਜੀ ਐਗਜ਼ਾਮਪਲ ਇਹਦੇ ਵਿੱਚ ਇਹ ਆ ਜਾਂਦੀ ਹੈ ਕਿ ਹੁਣ ਰਾਮ ਮੰਦਿਰ ਦਾ ਸ਼ਿਲਾਨਿਆਸ ਰੱਖਿਆ ਗਿਆ, ਬਾਬਰੀ ਮਸਜਿਦ ਦਾ ਇਤਿਹਾਸ ਕੀ ਸੀਗਾ, ਜੋ ਵੀ ਸੀਗਾ, ਹੈਗਾ ਸੀ, ਨਹੀਂ ਸੀਗਾ। ਇਕਬਾਲ ਸਿੰਘ ਜੋ ਬੋਲ ਕੇ ਆਇਆ, ਇਕਬਾਲ ਸਿੰਘ ਨੇ ਜੋ ਬੋਲਿਆ ਆ ਜਾਂ ਮੋਦੀ ਨੇ ਜੋ ਬੋਲਿਆ ਆ, ਉਸ ਤੋਂ ਬਾਅਦ ਕੀ ਜਥੇਦਾਰ ਨੇ ਉਹਨੂੰ ਤਲਬ ਕਰ ਲਿਆ, ਕਿਉਂ ਨਹੀਂ ਕੀਤਾ? ਕਿਉਂਕਿ ਉਹਨੂੰ ਪਤਾ ਕੀ ਲਿਆ ਕੇ ਇਕਬਾਲ ਸਿੰਘ ਨੇ ਗ੍ਰੰਥੀ ਉਹਨਾਂ ਦੇ ਸਾਹਮਣੇ ਮਾਰ ਦੇਣੇ ਆ। ਸਹਿਮਤੀ ਜ਼ਾਹਰ ਕਰਤੀ ਹੈ, ਜਿਹੜੇ ਹੁਕਮ ਹੁਣ ਆਏ ਨੇ ਉਹਦੇ 'ਚ ਲਿਖ ਦਿੱਤਾ ਵੀ ਜੋ ਇਕਬਾਲ ਸਿੰਘ ਨੇ ਬੋਲਿਆ ਉਹਦੇ ਨਾਲ ਅਸੀਂ ਸਹਿਮਤ ਨਹੀਂ ਜੀ।
ਪਰ ਉਹਨੇ ਕਿੱਥੋਂ ਬੋਲਿਆ ਹੈ? ਉਹਨੇ ਤਾਂ ਸਾਰੇ ਗ੍ਰੰਥ ਕੱਢ ਕੇ ਅੱਗੇ ਰੱਖ ਦਿੱਤੇ ਵੀ ਆਹ ਦੇਖੋ ਜੀ 10ਵੇਂ ਗ੍ਰੰਥ ਇਹਦੇ 'ਚ ਆਹ ਲਿਖਿਆ। ਆ ਗਿਆਨ ਦਰਪਣ ਹੈ ਜਿਹੜਾ ਟਕਸਾਲੀ ਮਤਲਬ ਜਿਨ੍ਹਾਂ ਦਾ ਮੇਨ ਛਾਪਿਆ, ਜਿਨ੍ਹਾਂ ਨੇ ਗੁਰਬਚਨ ਸਿੰਘ ਸ਼ਾਇਦ ਪਿੰਡਰਾਂ ਵਾਲੇ ਜਿਹੜੇ ਸਭ ਤੋਂ ਪਹਿਲਾਂ ਹੋਏ ਜੀ ਬਿਲਕੁਲ, ਤੇ ਉਹਨਾਂ ਨੇ ਲਿਖਿਆ, ਉਹਦੇ 'ਚ ਵੀ ਸਾਫ਼ ਲਿਖਿਆ ਹੋਇਆ। ਹੁਣ ਮਸਲਾ ਤਾਂ ਇਹ ਸੀ ਨਾ ਵੀ ਜਿਹੜੀਆਂ ਲਿਖਤਾਂ ਨੇ ਸਾਡੀਆਂ ਵੀ ਉਹਨਾਂ ਦੇ ਉੱਤੇ ਵਿਚਾਰ ਕੀਤਾ ਜਾਏ, ਜੇ ਉੱਥੇ ਤੁਸੀਂ ਸਹਿਮਤ ਨਹੀਂ ਫਿਰ ਉਹਨਾਂ ਨਾਲ ਕਿਉਂ ਸਹਿਮਤ ਹੋ, ਗ੍ਰੰਥਾਂ ਨਾਲ ਕਿਉਂ ਸਹਿਮਤ? ਵੰਸ਼ਾਵਲੀ ਅਗਰ ਗੁਰੂਆਂ ਦੀ ਦੇਖੀ ਜਾਵੇ ਤਾਂ ਸਾਰੀ ਦੀ ਸਾਰੀ ਚੱਕ ਕੇ ਕਿਹੜੇ ਪਾਸੇ ਲੈ ਗਏ? ਬਿਲਕੁਲ ਅਸੀਂ ਪੜ੍ਹੀ ਹੋਏਗੀ ਉਹ, ਮੈਂ ਤਾਂ ਬਿਆਨ ਵੀ ਨਹੀਂ ਕਰ ਸਕਦਾ ਬਿਕੋਜ਼ ਮੈਂ ਉਹਨਾਂ ਚੀਜ਼ਾਂ ਉੱਤੇ ਜਿਹੜੀਆਂ ਚੀਜ਼ਾਂ ਮੈਨੂੰ ਪਤਾ ਕਿ ਆਥੈਂਟਿਕ ਨਹੀਂ ਹੈ, ਬਿਲਕੁਲ ਉਹਨਾਂ ਉੱਤੇ ਚਰਚਾ ਕਰਨੀ ਵੀ ਸਾਡੇ ਵਾਸਤੇ ਕੋਈ ਬਹੁਤ ਗਿਆਨਤਾ ਦੀ ਗੱਲ ਨਹੀਂ ਹੈ। ਅਸੀਂ ਸਿਰਫ ਇੰਨਾ ਦੱਸ ਦਿੰਦੇ ਹਾਂ ਕਿ ਹਾਂ ਵੰਸ਼ਾਵਲੀ ਜੋ ਵੀ ਬਣਾ ਕੇ ਸਾਹਮਣੇ ਦਰਸਾਈ ਗਈ ਹੈ ਜਾਂ ਦੱਸੀ ਗਈ ਹੈ ਜਾਂ ਪੜ੍ਹਾਈ ਜਾ ਰਹੀ ਹੈ, ਇਵਨ ਟਕਸਾਲਾਂ ਦੇ ਵਿੱਚ ਪੜ੍ਹਾਈ ਜਾ ਰਹੀ ਹੈ, ਤੇ ਉਹ ਉਸ ਦੇ ਤੱਥ ਕੀ ਨੇ, ਉਸ ਦਾ ਆਧਾਰ ਕੀ ਹੈ। ਕਿਉਂਕਿ ਅਗਰ ਰਾਮਾਇਣ ਦਾ ਇਤਿਹਾਸ ਚੱਕ ਕੇ ਦੇਖਿਆ ਜਾਵੇ ਤਾਂ ਬੁੱਧੀਜੀਵੀ, ਮੈਂ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਵੀ ਨਸ਼ਰ ਕੀਤੀ ਸੀ, ਇੱਕ ਬੁੱਧ ਭਿਕਸ਼ੂ ਸੀ, ਉਸ ਦੀ ਵੀਡੀਓ ਹੈ, ਉਸਨੇ ਪ੍ਰਮਾਣ ਦਿੱਤੇ ਨੇ ਕਿ ਰਾਮਾਇਣ ਦਾ ਕੋਈ ਪੁਖਤਾ ਪ੍ਰਮਾਣ ਹੈ ਹੀ ਨਹੀਂ, ਉਹ ਇੱਕ ਮਿਥ ਹੈ। ਹਾਈ ਕੋਰਟ ਵੱਲੋਂ ਵੀ ਇਹ ਲਿਖਤੀ ਰੂਪ ਦੇ ਵਿੱਚ ਮੰਨਿਆ ਗਿਆ, ਸੁਪਰੀਮ ਕੋਰਟ ਦੇ ਵਿੱਚ ਵੀ ਕੇਸ ਜਿਹਨਾਂ ਨੇ ਕੀਤਾ ਸੀਗਾ ਉੱਥੇ ਵੀ ਇਹ ਪ੍ਰਮਾਣਿਤ ਹੋ ਚੁੱਕਿਆ ਹੈ ਕਿ ਉਹ ਇੱਕ ਮਿਥ ਹੈ। ਪਰ ਸਾਡੇ ਗੁਰੂ ਤਾਂ ਸਾਨੂੰ ਪਤਾ ਹੈ ਨਾ ਮਿਥ ਨਹੀਂ ਹੈ। ਸਾਡਾ ਸਿੱਖ ਇਤਿਹਾਸ ਤਾਂ ਕੋਈ ਇੰਨਾ ਪੁਰਾਣਾ ਨਹੀਂ ਹੈ, ਪਰ ਅੱਜ ਸਿੱਖਾਂ ਨੂੰ ਸਿਰਫ ਤੇ ਸਿਰਫ ਕਹਿ ਸਕਦੇ ਕਿ ਕੇਸਾਧਾਰੀ ਹਿੰਦੂ ਸਾਬਤ ਕਰਨ ਵਾਸਤੇ ਜੋ ਲਿਖਿਆ ਗਿਆ ਸੰਵਿਧਾਨ ਦੇ ਵਿੱਚ ਵੀ, ਧਾਰਾ 25 ਤੁਹਾਨੂੰ ਯਾਦ ਹੀ ਹੋਊਗੀ, ਬਹੁਤ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਹਾਂ ਅਸੀਂ, ਤਾਂ ਕਰਕੇ ਇਹਨਾਂ ਨੂੰ ਜੋੜਿਆ ਜਾ ਰਿਹਾ ਤਾਂ ਕਿ ਨਵੀਆਂ ਪੀੜ੍ਹੀਆਂ ਨੂੰ ਇਹ ਲੱਗੇ ਕਿ ਕੋਈ ਗੱਲ ਨਹੀਂ ਜੀ, ਸਾਡੇ 10 ਗੁਰੂਆਂ ਨੇ ਬਹੁਤ ਕੁਛ ਕੀਤਾ, ਲੋਕ ਭਲਾਈ ਕੀਤੀ, 10 ਪਾਤਸ਼ਾਹ ਇੱਕ ਅਲੱਗ ਕੌਮ ਸਜਾ ਗਏ, ਅਲੱਗ ਸਾਨੂੰ ਸਰੂਪ ਦੇ ਗਏ, ਰੂਪ ਦੇ ਗਏ, 5 ਕਕਾਰ ਦੇ ਗਏ, ਮਰਿਆਦਾ ਦੇ ਗਏ, ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਿਲ ਗਏ। ਪਰ ਅਸੀਂ ਹੈਗੇ ਹਿੰਦੂ ਹਾਂ, ਪਰ ਕੇਸਾਧਾਰੀ ਹਿੰਦੂ। ਇਹ ਇੱਕ ਉਹ ਸੋਚ ਹੈ, ਉਹ ਗੰਦੀ ਸੋਚ ਦਾ ਬੀਜ ਹੈ ਜੋ ਹਰ ਸਿੱਖ ਨਵੀਂ ਪੀੜ੍ਹੀ ਦੇ ਜ਼ਿਹਨ ਦੇ ਵਿੱਚ ਬੀਜਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਤਾਂ ਕਿ ਨਾਮ ਦੇ ਨਾਲ ਸਿੰਘ ਲੱਗਿਆ ਹੋਵੇ ਤੁਹਾਡੇ, ਪਰ ਤੁਸੀਂ ਸ਼ੇਰ ਨਾ ਹੋਵੋ ਤੁਸੀਂ ਅੰਦਰੋਂ ਗਿੱਦੜ ਹੀ। ਉਹ ਗਿੱਦੜ ਜਿਹਨਾਂ ਦੇ ਉੱਤੇ 1000 ਸਾਲ ਕਿਸੇ ਨੇ ਰਾਜ ਕੀਤਾ ਹੋਵੇ ਤੇ ਅੱਜ ਵੀ ਉਹਨਾਂ ਨੂੰ ਅੰਦਰੋਂ ਡਰ ਖਾਂਦਾ ਹੋਵੇ ਕਿ ਕਿਤੇ ਸਾਡੇ ਹੱਥੋਂ ਰਾਜਪਾਲ ਖੋਸ ਨਾ ਜਾਵੇ। ਹੁਣ ਤੁਸੀਂ ਆਪ ਇਹ ਤੈਅ ਕਰਨਾ ਹੈ ਕਿ ਤੁਸੀਂ ਸਿੰਘ ਲਾ ਕੇ ਵਾਕਈ ਹੀ ਸਿੰਘ ਬਣ ਕੇ ਰਹਿਣਾ ਹੈ, ਜਾਂ ਸਿੰਘ ਲਾ ਕੇ ਤੁਸੀਂ ਅਜਿਹੇ ਕਰਤੂਤਾਂ ਕਰਨੀਆਂ ਨੇ, ਅਜਿਹੇ ਕੰਮ ਕਰਨੇ ਨੇ ਕਿ ਜਿੱਦਾਂ ਤੁਹਾਡੀ ਖਲ ਲਾ ਕੇ ਕਿਸੇ ਅਸਲ ਸਿੰਘ ਨੇ ਸੁੱਟੀ ਤਾਂ ਫਿਰ ਉਹ ਗਿੱਦੜ ਨਾ ਤਾਂ ਭੱਜਣ ਜੋਗਾ ਰਹਿਣਾ ਤੇ ਨਾ ਸਾਹ ਲੈਣ ਜੋਗਾ। ਹੁਣ ਇਸ ਚੀਜ਼ ਦਾ ਅੰਤ ਕੀ? ਅੰਤ ਦੇਖੋ, ਜਿਹੜੀ ਗੱਲ ਆਪਾਂ ਕੀਤੀ ਸੀ ਪ੍ਰਚਾਰਕ ਸ਼੍ਰੇਣੀ ਦੇ ਉੱਤੇ, ਜਥੇਦਾਰ ਸਾਹਿਬ ਨੇ ਇਹ ਕਿਹਾ ਵੀ ਅਜੀਤ ਸਿੰਘ ਢੱਡਰੀਆਂ ਵਾਲੇ ਦਾ ਨਾਮ ਲੈ ਕੇ ਜਿਹੜਾ ਫੈਸਲਾ ਆਇਆ ਕਿ ਉਹ ਪਰੰਪਰਾਵਾਂ ਦੇ ਉੱਤੇ, ਪੁਰਾਤਨ ਪਰੰਪਰਾਵਾਂ ਦੇ ਉੱਤੇ ਕਟਾਕਸ਼ ਕਰਦਾ, ਉਹਨਾਂ ਨੂੰ ਭੰਡਦਾ। ਸੋ ਮੇਰੀ ਜਿਹੜੀ ਆਪਣੀ ਵਿਚਾਰ ਹੈ, ਦੇਖੋ ਗੁਰੂ ਸਾਹਿਬ ਨੇ ਸਾਨੂੰ ਪਰੰਪਰਾਵਾਂ ਦੇ ਨਾਲ ਨਹੀਂ ਜੋੜਿਆ, ਮਰਿਆਦਾ ਗੁਰੂ ਸਾਹਿਬ ਸਾਨੂੰ ਦੇ ਗਏ। ਹੁਣ ਪਹਿਲੀ ਪਾਤਸ਼ਾਹੀ ਤੋਂ ਲੈ ਕੇ 9ਵੀਂ ਪਾਤਸ਼ਾਹੀ ਤੱਕ ਜਿਹੜੀ ਚਰਨ ਪਹੁਲ ਦਿੱਤੀ ਜਾਂਦੀ ਸੀ ਜਦੋਂ ਸਿੱਖੀ ਦੇ ਵਿੱਚ ਪ੍ਰਵੇਸ਼ ਕਰਦਾ ਸੀ ਕੋਈ ਵੀ ਇਨਸਾਨ। ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਦੇ ਵਿੱਚ ਲਿਖਿਆ ਵੀ ਚਰਨ ਧੋਏ ਰਹਿ ਰਾਸ ਕਰ, ਚਰਨ ਅੰਮ੍ਰਿਤ ਗੁਰਸਿੱਖਾਂ ਪਿਲਾਇਆ ਜੀ। ਵੀ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 9ਵੇਂ ਪਾਤਸ਼ਾਹ ਤੱਕ ਇੱਕ ਪਰੰਪਰਾ ਚੱਲਦੀ ਆ ਰਹੀ ਸੀ ਕਿ ਗੁਰੂ ਸਾਹਿਬ ਜੀ ਦੇ ਚਰਨ ਧੋ ਕੇ ਉਹ ਸੰਗਤ ਨੂੰ ਪਿਲਾਏ ਜਾਂਦੇ ਸੀ ਵੀ ਉਹ ਸਿੱਖੀ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਸੀ। ਇੱਕ ਪਰੰਪਰਾ ਚੱਲਦੀ ਆ ਰਹੀ ਸੀ। 10ਵੇਂ ਪਾਤਸ਼ਾਹ ਜੀ ਨੇ, ਹੁਣ ਜੇ ਮਹਾਰਾਜ ਕਹਿੰਦੇ ਵੀ ਪੁਰਾਣੀ ਪਰੰਪਰਾ ਚੱਲਦੀ ਆ ਰਹੀ ਵੀ ਆਪਾਂ ਕਿਉਂ ਤੋੜੀਏ ਭਾਈ, ਗੁਰੂ ਸਾਹਿਬ ਨੇ ਉਹ ਪਰੰਪਰਾ ਤੋੜੀ, ਉਹ ਤੋੜ ਕੇ ਖੰਡੇ ਬਾਟੇ ਦੀ ਪਹੁਲ ਦੀ ਮਰਿਆਦਾ ਚਲਾਈ ਗੁਰੂ ਸਾਹਿਬ ਨੇ ਜੀ। ਗੁਰੂ ਸਾਹਿਬ ਕਲਗੀਧਰ ਪਾਤਸ਼ਾਹ ਵੀ ਸਾਨੂੰ ਮਰਿਆਦਾ ਦੇ ਗਏ ਨੇ ਤੇ ਉਹ ਇੱਕ ਮਰਿਆਦਾ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਮਾਣਿਤ ਹੈ, ਉਹਦੇ ਤੇ ਹੀ ਸਾਨੂੰ ਸਾਰਿਆਂ ਨੂੰ ਚੱਲਣਾ ਚਾਹੀਦਾ ਹੈ। ਸੋ ਜਿਹੜੇ ਕਈ ਪ੍ਰਚਾਰਕ ਨੇ, ਇਕੱਲਾ ਰਣਜੀਤ ਸਿੰਘ ਢੱਡਰੀਆਂ ਵਾਲੇ ਨਹੀਂ, ਹੋਰ ਵੀ ਕਈ ਪ੍ਰਚਾਰਕ ਨੇ ਜਿਹੜੇ ਕਿ ਪਰੰਪਰਾਵਾਂ ਦੇ ਉੱਤੇ ਕਟਾਕਸ਼ ਕਰਦੇ ਨੇ। ਕਿਉਂ ਕਰਦੇ ਨੇ? ਕਿਉਂਕਿ ਉਹ ਗੱਲਾਂ ਨੇ ਜਿਹੜੀਆਂ ਸਾਨੂੰ ਗੁਰਮਤਿ ਅਨੁਸਾਰ ਅਨੁਕੂਲ ਨਹੀਂ ਲੱਗਦੀਆਂ। ਹੁਣ ਅਸੀਂ ਕਿਤੇ ਜਾਈਦਾ ਤਾਂ ਜਿਹੜੀਆਂ ਸੰਪਰਦਾਵਾਂ ਦੀਆਂ ਮਰਿਆਦਾਵਾਂ ਨੇ, ਅਖੰਡ ਪਾਠ ਸਾਹਿਬ ਚੱਲ ਰਿਹਾ, ਨਾ ਜਪਜੀ ਸਾਹਿਬ ਜੀ ਦਾ ਪਾਠ ਚੱਲ ਰਿਹਾ, ਇੱਕੋ ਥਾਂ ਤੇ 10-10 ਲੜੀਆਂ ਚੱਲ ਰਹੀਆਂ ਨੇ, ਸੁਣਨ ਵਾਲਾ ਇੱਕ ਵੀ ਨਹੀਂ ਬੈਠਾ, ਕਰਨ ਵਾਲੇ 10-10 ਬੈਠੇ ਨੇ। ਸਾਨੂੰ ਖੁਦ ਨੂੰ ਲੱਗਦਾ ਵੀ ਇਹ ਗੁਰਮਤਿ ਦੇ ਅਨੁਕੂਲ ਨਹੀਂ ਹੈ। ਇੱਕ ਸਿਰਫ ਮਾਇਆ ਇਕੱਠੀ ਕਰਨ ਦੇ ਢੰਗ ਨੇ, ਢੰਗੋਚ ਨੇ। ਸੋ ਇਹਨਾਂ ਗੱਲਾਂ ਦੇ ਉੱਤੇ ਕਟਾਕਸ਼ ਕਰਦੇ ਨੇ, ਅਸੀਂ ਖੁਦ ਵੀ ਕਰਦੇ ਹਾਂ ਭਾਈ ਆਹ ਕੰਮ ਗਲਤ ਆ। ਸੋ ਕਹਿਣ ਤੋਂ ਭਾਵ ਮਸਲਾ ਤਾਂ ਇਹ ਹੱਲ ਕਰਨਾ ਚਾਹੀਦਾ ਸੀ ਨਾ ਸਾਨੂੰ ਵੀ ਅਗਲਾ ਕਿਸ ਬੇਸ ਤੇ ਬੋਲ ਰਿਹਾ, ਕਿਉਂ ਬੋਲ ਰਿਹਾ, ਕਿ ਉਹਨਾਂ ਗੱਲਾਂ ਨੂੰ ਆਪਾਂ ਨੂੰ ਸਾਹਮਣੇ ਰੱਖ ਕੇ ਸਾਰਿਆਂ ਨੂੰ ਇਕੱਠੇ ਬਿਠਾ ਕੇ ਤਾਂ ਕਿ ਸਾਡੀ ਕੌਮ ਇੱਕ ਹੋ ਸਕਦੀ। ਅੱਜ ਪਾੜ ਪੈ ਚੁੱਕੇ ਨੇ, ਟਕਸਾਲੀ, ਜਾਗਰੂਕ, ਅਪਗ੍ਰੇਡ, ਮਿਸ਼ਨਰੀ, ਸਾਰਿਆਂ ਦੇ ਵਿਚਾਰ ਵੱਖਰੇ ਵੱਖਰੇ ਨੇ, ਸਭ ਦੇ ਵਿਚਾਰ ਵੱਖਰੇ ਵੱਖਰੇ, ਪਰ ਇਹ ਵਿਚਾਰ ਸਾਨੂੰ ਜਦ ਤੱਕ ਇੱਕ ਨਹੀਂ ਕਰਨੇ ਪੈਂਦੇ। ਗੁਰੂ ਸਾਹਿਬ ਕਹਿੰਦੇ ਨਾ, ਜਦ ਤੱਕ ਸਾਡੇ ਵਿਚਾਰਾਂ ਦੀ ਸਾਂਝ ਨਹੀਂ ਬਣਦੀ ਉਦੋਂ ਤੱਕ ਸਾਡਾ ਭਲਾ ਨਹੀਂ ਹੋ ਸਕਦਾ।
ਤੇ ਵਿਚਾਰਾਂ ਦੀ ਸਾਂਝ ਤਾਂ ਬਣੇਗੀ ਜਦੋਂ ਇੱਕ ਵਿਚਾਰਧਾਰਾ ਨੂੰ ਅਸੀਂ ਮੰਨ ਲਵਾਂਗੇ ਸਾਰੇ, ਤੇ ਉਹ ਤਾਂ ਮੰਨੀ ਜਾਏਗੀ ਜਦੋਂ ਸਖਤੀ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਉੱਥੇ ਦੇ ਬੈਠੇ ਜਥੇਦਾਰ ਇਹ ਫੈਸਲਾ ਦੇਣ ਵੀ ਆਹ ਮਰਿਆਦਾ ਸਾਰੇ ਸਮਾਜ ਦੇ ਲਈ ਬਣਾ ਦਿੱਤੀ ਗਈ ਹੈ, ਸਿੱਖ ਸਮਾਜ ਲਈ ਸਭ ਨੇ ਆਹੀ ਮੰਨਣੀ। ਫਿਰ ਦੇਖੋ ਕੌਣ ਕਿਵੇਂ ਬੋਲ ਸਕਦਾ। ਗੱਲ ਹੋ ਗਈ ਅਮਿੰਦਰ ਜੀ, ਹੋਈ ਪੱਤਰ ਮਿਲੋ ਮੇਰੇ ਭਾਈ ਤੂੰ ਵੀ ਦਾ ਦੂਰ ਕਰਨ ਲੈਵਲ ਆਈ। ਬਿਲਕੁਲ ਇਹ ਪੰਕਤੀਆਂ ਗੁਰਬਾਣੀ ਦੀਆਂ ਮੇਰੇ ਹਿਸਾਬ ਦੇ ਨਾਲ ਸਾਡੇ ਜਥੇਦਾਰ ਵਾਸਤੇ ਵੀ ਸਿਰਫ ਪੜ੍ਹਨ ਮਾਤਰ ਹੀ ਨੇ, ਕਿਉਂਕਿ ਅਗਰ ਵਾਕਈ ਹੀ ਅਸੀਂ ਸਹੀ ਫੈਸਲੇ ਲੈਣੇ ਨੇ, ਕੌਮ ਇਕਜੁੱਟ ਇੱਕਮੁੱਠ ਕਰਨੀ ਹੈ, ਕਿਉਂਕਿ ਸਾਡੇ ਵਾਸਤੇ ਕੋਈ ਟਕਸਾਲੀ ਨਹੀਂ ਹੈ, ਕੋਈ ਮਿਸ਼ਨਰੀ ਨਹੀਂ ਹੈ। ਮੈਂ ਹਮੇਸ਼ਾ ਆਪਣੇ ਚੈਨਲ ਤੋਂ ਇਹ ਗੱਲ ਕਹੀ ਹੈ, ਬਹੁਤ ਸਾਰੇ ਲੋਕਾਂ ਨੂੰ ਅਜਿਹਾ ਲੱਗਦਾ ਕਿ ਮੇਰੇ ਚੈਨਲ ਦੇ ਉੱਤੇ ਕੁਝ ਵੀਡੀਓਜ਼ ਲਗਾਤਾਰ ਟਕਸਾਲੀਆਂ ਦੀਆਂ ਪੈ ਜਾਣ ਤਾਂ ਕਮੈਂਟ ਆਉਣ ਲੱਗ ਪੈਂਦੇ ਨੇ, ਹਾਂਜੀ ਸੈਣੀ ਸਾਹਿਬ ਕੀ ਗੱਲ ਟਕਸਾਲੀਆਂ ਵੱਲ ਹੋ ਗਏ। ਮਿਸ਼ਨਰੀਜ਼ ਦੀਆਂ ਪੈ ਜਾਣ ਤਾਂ ਮੈਨੂੰ ਕਮੈਂਟ ਆਉਣ ਲੱਗ ਪੈਂਦੇ, ਹਾਂਜੀ ਮਿਸ਼ਨਰੀਆਂ ਨਾਲ ਗੱਲਬਾਤ ਵਧਣ ਲੱਗ ਪਈ ਤੁਹਾਡੀ। ਤਾਂ ਮੈਂ ਹਮੇਸ਼ਾ ਮੇਰਾ ਇੱਕੋ ਹੀ ਜਵਾਬ ਹੁੰਦਾ ਹੈ ਕਿ ਗੁਰਬਾਣੀ ਅਖੰਡ ਬਾਣੀ ਇਹ ਪਲੇਟਫਾਰਮ ਇਨਸਾਨੀਅਤ ਦਾ ਹੈ, ਸਿੱਖ ਕੌਮ ਦਾ ਹੈ, ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਇਸ ਦੇ ਉੱਤੇ ਕੋਈ ਵੀ ਆ ਕੇ ਆਪਣੀ ਆਵਾਜ਼ ਬੁਲੰਦ ਕਰ ਸਕਦਾ। ਤੁਸੀਂ ਵੇਖਿਆ ਹੋਏਗਾ ਕਿ ਬੀਤੇ 3 ਸਾਲਾਂ ਤੋਂ ਮੈਂ ਚੈਨਲ ਇਹ ਸ਼ੁਰੂ ਕੀਤਾ ਹੈ। 3 ਸਾਲਾਂ ਦੇ ਵਿੱਚ ਇਸ ਚੈਨਲ 'ਤੇ ਤੁਸੀਂ ਕੋਈ ਵੀ ਇੱਕ ਪ੍ਰੋਫੈਸ਼ਨਲ ਐਡ ਚੱਲਦੀ ਹੋਈ ਨਹੀਂ ਦੇਖੀ ਹੋਈ। ਆਫਰਸ ਬਹੁਤ ਆਉਂਦੇ ਨੇ, ਪੰਡਤ ਚਲਾਉਣ ਨੂੰ ਮੈਂ ਅੱਜ ਚਲਾਦਾ, ਲੱਖ 1.5 ਲੱਖ ਰੁਪਈਆ ਦੇਣ ਵਾਸਤੇ ਪੰਡਤ ਤਿਆਰ ਬੈਠੇ ਨੇ। ਪਰ ਫਿਰ ਅਗਰ ਮੈਂ ਆਪ ਗੱਲਾਂ ਕਰ ਰਿਹਾ ਤੁਹਾਨੂੰ ਢੋਂਗਾ ਪਖੰਡਾਂ 'ਚੋਂ ਬਾਹਰ ਕੱਢਣ ਦੀਆਂ ਤੇ ਥੋੜ੍ਹੇ ਜਿਹੇ ਪੈਸੇ ਪਿੱਛੇ ਮਾਇਆ ਪਿੱਛੇ ਜੇ ਮੈਂ ਇੱਕ ਪੰਡਤ ਦੀ ਸਟ੍ਰਿਪ ਆਪਣੇ ਸ਼ੋਅ ਦੇ ਉੱਤੇ ਹੀ ਚਲਾਉਣੀ ਸ਼ੁਰੂ ਕਰਦਾ ਕਿ ਘਰੇ ਕਲਾ ਕਲੇਸ਼ ਮਿਟਾਉਣ ਵਾਸਤੇ ਆਹ ਪੰਡਤ ਨੂੰ ਫਲਾਣੇ ਨੂੰ ਤੁਸੀਂ ਸੰਪਰਕ ਕਰ ਲਓ, ਲਵ ਅਫੇਅਰ ਕਰਨ ਵਾਸਤੇ ਆਹ ਫਲਾਣੇ ਨੂੰ ਸੰਪਰਕ ਕਰ ਲਓ, ਤਾਂ ਫਿਰ ਮੈਂ ਤਾਂ ਕਿਤੇ ਵੀ ਕੌਮ ਦੇ ਨਾਲ ਨਹੀਂ ਨਾ ਖੜਿਆ, ਕਿਤੇ ਆਪਣੀ ਨੌਜਵਾਨ ਪੀੜ੍ਹੀ ਨੂੰ ਸਹੀ ਰਾਹ ਤੇ ਨਹੀਂ ਨਾ ਪਾ ਰਿਹਾ। ਫਿਰ ਤਾਂ ਮੈਂ ਆਪਣੇ ਨਿੱਜਾਂ ਵਾਸਤੇ ਕੰਮ ਕਰ ਰਿਹਾ, ਮੈਂ ਵੀ ਚਰਚਾ ਕਰ ਰਿਹਾ, ਫਿਰ ਤਾਂ ਆਪਣੇ ਨਿੱਜਾਂ ਵਾਸਤੇ ਕਰ ਰਿਹਾ, ਕਿਉਂਕਿ ਮੈਂ ਕੌਮ ਦਾ ਭਲਾ ਨਹੀਂ ਦੇਖ ਰਿਹਾ, ਮੈਂ ਤਾਂ ਸਿਰਫ ਵਿਊ ਦੇਖਣੇ ਨੇ। ਤੇ ਖੈਰ ਪਰਮਾਤਮਾ ਨੇ ਇੰਨੀ ਕੀ ਸਮਤ ਇੰਨਾ ਕੀ ਹੁਨਰ ਬਖਸ਼ਿਆ ਹੈ ਕਿ ਅਗਰ ਵਿਊਜ਼ ਲੈਣ ਵਾਸਤੇ ਮਾੜਾ ਰਸਤਾ ਇਖਤਿਆਰ ਕਰ ਲਈਏ ਤਾਂ ਸ਼ਾਇਦ ਚੈਨਲ ਕਿਤੇ ਦਾ ਕਿਤੇ ਪਹੁੰਚ ਜੇ। ਪਰ ਮੈਂ ਚੈਨਲ ਸਿਰਫ ਇੱਕ ਮਕਸਦ ਕਰਕੇ ਸ਼ੁਰੂ ਕੀਤਾ ਸੀ ਕਿ ਜੋ ਵੀ ਗੱਲ ਇਸ ਦੇ ਉੱਤੇ ਅਸੀਂ ਰੱਖੀਏ ਉਹ ਇਨਸਾਨੀਅਤ ਦੀ, ਲੋਕ ਭਲਾਈ ਦੀ ਹੋਵੇ, ਕੌਮ ਦੀ ਹੱਕ ਸੱਚ ਦੀ ਹੋਵੇ, ਹਰ ਧਰਮ ਹਰ ਵਰਗ ਦੀ ਹੋਵੇ। ਤੇ ਹਾਂ, ਜੇਕਰ ਸਾਡੇ ਤੋਂ ਕਿਸੇ ਚੀਜ਼ ਦੇ ਵਿੱਚ ਗਲਤੀ ਹੁੰਦੀ ਵੀ ਹੈ, ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਵੀ ਹੈ, ਤੁਸੀਂ ਸਾਨੂੰ ਸਿੱਧਾ ਕਿ ਸੰਪਰਕ ਨੰਬਰ ਹਰ ਪਾਸੇ ਪਏ ਨੇ, ਸਾਨੂੰ ਸਿੱਧਾ ਕਹਿ ਸਕਦੇ ਹੋ। ਅਗਰ ਅਸੀਂ ਗਲਤੀ ਕੀਤੀ ਹੋਈ ਖਿਮਾ ਦੇ ਜਾਚਕ ਵੀ ਹੋਵਾਂਗੇ, ਹੱਥ ਬੰਨ੍ਹ ਕੇ ਮਾਫੀ ਵੀ ਮੰਗਾਂਗੇ। ਪਰ ਹਾਂ, ਆਥੈਂਟਿਕ ਗੱਲ ਹੋਣੀ ਚਾਹੀਦੀ ਹੈ। ਇਹ ਨਹੀਂ ਹੈ ਕਿ ਅਗਰ ਕੋਈ ਅਸੀਂ ਵੀਡੀਓ ਨਸ਼ਰ ਕੀਤੀ ਹੈ ਤੇ ਤੁਸੀਂ ਗਾਲਾਂ ਕੱਢ ਕੇ ਕਹੋ ਕਿ ਉਹ ਵੀਡੀਓ ਡਿਲੀਟ ਕਰੋ, ਕਦੀ ਨਹੀਂ ਹੋਏਗੀ। ਰੀਜ਼ਨ ਦਿਓ ਕਿਉਂ ਹੋਵੇ, ਕਿਉਂਕਿ ਬੀਤੇ ਦਿਨੀ SGPC ਨੇ ਬੜਾ ਪ੍ਰੈਸ਼ਰ ਪਾਇਆ ਸੀਗਾ, ਬਹੁਤ ਇੰਪਲੋਇਜ਼ ਦੇ ਅਲੱਗ-ਅਲੱਗ ਥਾਂ ਤੋਂ ਫੋਨ ਆਏ ਸੀ ਲੋਕਡਾਊਨ ਦੌਰਾਨ, ਕਿਉਂਕਿ ਇੱਕ ਦੋ ਗ੍ਰੰਥੀ ਸਿੰਘਾਂ ਦੀ ਗੱਲ ਮੈਂ ਆਪਣੇ ਚੈਨਲ ਦੇ ਜ਼ਰੀਏ ਕੀਤੀ ਸੀ ਕਿ ਉਹਨਾਂ ਦੇ ਘਰੇ ਅਨਾਜ ਤੱਕ ਨਹੀਂ ਸੀ ਗ੍ਰੰਥੀ ਸਿੰਘਾਂ ਦੇ। ਮੇਰੇ ਤੋਂ ਗਲਤੀ ਇਹ ਹੋ ਗਈ ਸੀ ਕਿ ਗ੍ਰੰਥੀ ਸਿੰਘਾਂ ਦੀ ਇੰਟਰਵਿਊ ਜਿਹੜੀ ਮੈਂ ਕੀਤੀ ਸਟਾਰਟਿੰਗ ਦੇ ਵਿੱਚ ਉਸ ਦੇ ਉੱਤੇ ਮੈਂ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਦੇ ਸ਼ਾਰਟਸ ਲਗਾ ਦਿੱਤੇ ਤੇ SGPC ਤੋਂ ਫੋਨ ਆਉਣ ਲੱਗ ਪਏ ਸੀ ਕਿ SGPC ਦੇ ਸਾਰੇ EMPLOYEES ਨੂੰ ਤਨਖਾਹ ਸਮੇਂ ਤੇ ਮਿਲ ਰਹੀ ਹੈ, ਕੋਈ ਗ੍ਰੰਥੀ ਸਿੰਘ ਭੁੱਖਾ ਨਹੀਂ ਹੈ, ਕੋਈ ਰਾਗੀ ਭੁੱਖਾ ਨਹੀਂ ਹੈ, ਢਾਡੀ ਭੁੱਖਾ ਨਹੀਂ ਹੈ। ਤੁਸੀਂ ਮਤਲਬ ਦਰਬਾਰ ਸਾਹਿਬ ਦੇ ਅੰਦਰ ਦੀ ਫੁਟੇਜ ਲਗਾ ਕੇ ਗ੍ਰੰਥੀ ਸਿੰਘ ਦੀ ਵੀਡੀਓ ਦੇ ਉੱਤੇ ਗਲਤੀ ਕੀਤੀ ਹੈ। ਤੁਸੀਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਢਾਹ ਲਾ ਰਹੇ ਹੋ, ਗੋਲਡਨ ਟੈਂਪਲ ਦੀ ਮਰਿਆਦਾ ਨੂੰ ਢਾਹ ਲਾ ਰਹੇ ਹੋ, ਬਲਾ 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 ਬਹੁਤ ਕੁਝ ਸੀਗਾ। ਤੇ ਮੈਂ ਇੱਕੋ ਹੀ ਉਹਨਾਂ ਨੂੰ ਚੀਜ਼ ਪੁੱਛੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਗੋਲਡਨ ਟੈਂਪਲ ਦੀ ਅਗਰ ਅਸੀਂ ਗੱਲ ਕਰਦੇ ਹਾਂ, ਸ਼੍ਰੀ ਦਰਬਾਰ ਸਾਹਿਬ, ਉਹਨਾਂ ਦੀਆਂ ਗੋਲਕਾਂ ਦੇ ਵਿੱਚ ਜਿਹੜੀ ਮਾਇਆ ਪਾਈ ਜਾਂਦੀ ਹੈ ਉਹ ਸਿਰਫ SGPC EMPLOYEES ਵੱਲੋਂ ਪਾਈ ਜਾਂਦੀ ਹੈ, ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਉਂਦੀਆਂ। ਤੇ ਕੀ ਅਗਰ ਔਖਾ ਵੇਲਾ ਕੌਮ ਤੇ ਆਣ ਪਿਆ ਹੈ, ਮੁਲਕ ਤੇ ਆਣ ਪਿਆ ਹੈ, ਦੁਨੀਆ ਤੇ ਆਣ ਪਿਆ ਹੈ ਕਰੋਨਾ ਜਿਹੀ ਘਾਤਕ ਬਿਮਾਰੀ ਦਾ, ਤਾਂ ਸਾਡੀ ਸਰਮੋਰ ਜਥੇਬੰਦੀ ਦਾ ਫਰਜ਼ ਨਹੀਂ ਬਣਦਾ ਕਿ ਪਹਿਲ ਦੇ ਆਧਾਰ ਦੇ ਉੱਤੇ ਹੋਰ ਕਮਿਊਨਿਟੀਜ਼ ਨੂੰ ਤਾਂ ਕੀ ਸਾਹਮਣੇ ਘੱਟੋ ਘੱਟ ਸਿੱਖ ਕੌਮ ਦੀ ਸਾਰ ਲੈ ਲਵੇ। ਅਜਿਹਾ ਮੰਜ਼ਰ ਸਾਨੂੰ ਨਾ ਦੇਖਣਾ ਪਵੇ ਕਿ ਸਾਡੀ ਕੌਮ ਦੇ ਗ੍ਰੰਥੀ ਜਿਹਨਾਂ ਨੂੰ ਅਸੀਂ ਬਾਬਾ ਬੁੱਢਾ ਜੀ ਦੀ ਪਦਵੀ ਦੇ ਉੱਤੇ ਵੇਖਦੇ ਹਾਂ ਉਹ ਕਿਸੇ ਦੇ ਦਰ ਤੇ ਮੰਗਣ ਜਾ ਰਹੇ ਹੋ। ਤੇ ਅਜਿਹਾ ਹੋਇਆ ਸੀ, ਕਨਫਰਮੇਸ਼ਨ ਆਈ ਸੀ, ਸ਼ਾਇਦ ਅੱਜ ਵੀ ਮੇਰੇ ਕੋਲ ਰਿਕਾਰਡਿੰਗਸ ਪਈਆਂ ਹੋਣਗੀਆਂ, ਦਰਬਾਰ ਸਾਹਿਬ ਆਪ ਅੰਮ੍ਰਿਤਸਰ ਦਾ ਗ੍ਰੰਥੀ ਸਿੰਘ ਗਿਆ ਸੀ। ਕੀ ਸੋਚ ਕੇ ਮੇਰੇ ਪੇ ਦਾ ਘਰ ਹੈ, ਮੇਰੇ ਘਰ ਦੇ ਵਿੱਚ ਅਨਾਜ ਖਤਮ ਹੋਇਆ ਹੈ, ਰਾਸ਼ਨ ਖਤਮ ਹੋਇਆ ਹੈ, ਤੇ ਮੈਂ ਦਰਬਾਰ ਸਾਹਿਬ ਜਾਣਾ, ਉੱਥੇ ਬੇਨਤੀ ਕਰਾਂਗਾ ਕਿਸੇ ਨੂੰ ਕਿ ਮੈਨੂੰ ਥੋੜਾ ਜਿਹਾ ਰਾਸ਼ਨ ਦੇ ਦਿਓ, ਮੇਰੇ ਘਰੇ ਰਾਸ਼ਨ ਮੁੱਕਿਆ ਹੈ। ਤੇ ਉੱਥੇ ਜੋ ਲੋਕ ਮੌਜੂਦ ਸੀ, ਮੈਂ ਤਾਂ ਲੋਕ ਹੀ ਕਹਾਂਗਾ, ਮੈਂ ਸੇਵਾਦਾਰ ਨਹੀਂ ਕਹਾਂਗਾ, ਉਹਨਾਂ ਨੇ ਤਾਨਾ ਮਾਰ ਕੇ ਉਸ ਗ੍ਰੰਥੀ ਸਿੰਘ ਨੂੰ ਇਹ ਗੱਲ ਕਹੀ ਸੀ ਕਿ ਅਸੀਂ ਤਾਂ ਇੱਥੇ ਕੰਮ ਕਰਦੇ ਹਾਂ, ਸਾਨੂੰ ਨਹੀਂ ਮਿਲਦਾ ਕੱਖ, ਤੁਹਾਨੂੰ ਕੀ ਮਿਲੇਗਾ। ਉਦੋਂ ਤੁਸੀਂ ਸੋਚੋ ਕਿੰਨਾ ਦਿਲ ਉਸ ਦਾ ਦੁਖਿਆ ਹੋਵੇਗਾ ਜੋ ਆਪਣੇ ਪਿਤਾ ਦੇ ਘਰ ਗਿਆ ਸੀ, ਜਿੱਥੇ ਕਿਸੇ ਚੀਜ਼ ਦੀ ਘਾਟ ਨਹੀਂ ਹੈ, ਕਿਉਂਕਿ ਦੁਨੀਆ ਜਾਣਦੀ ਹੈ ਗੁਰੂ ਰਾਮਦਾਸ ਦਾ ਘਰ ਕਦੇ ਖਾਲੀ ਨਹੀਂ ਹੋ ਸਕਦਾ।
ਤੇ ਅਗਰ ਚੰਗੀ ਨੀਅਤ ਵਾਲੇ ਸੱਚੀ ਸੁੱਚੀ ਦੇਹ ਵਾਲੇ ਉੱਥੇ ਬੈਠੇ ਹੋਣ ਤਾਂ ਪੂਰੇ ਪੰਜਾਬ ਦਾ ਢਿੱਡ ਉਸ ਇੱਕ ਘਰ ਤੋਂ ਭਰ ਸਕਦਾ ਹੈ ਤੇ 1 2 3 ਦਿਨਾਂ ਵਾਸਤੇ ਨਹੀਂ, ਸਾਲ ਦਰ ਸਾਲ ਦਹਾਕਿਆਂ ਦੇ ਦਹਾਕੇ ਭਰ ਸਕਦਾ ਹੈ ਪੂਰੇ ਪੰਜਾਬ ਦਾ ਢਿੱਡ। ਪਰ ਨੀਅਤ ਹੋਣੀ ਚਾਹੀਦੀ ਹੈ, ਅਗਰ ਚੰਗੀ ਨੀਅਤ ਤੁਹਾਡੇ ਅੰਦਰ ਹੈ। ਪਰ ਉਸ ਵੀਡੀਓ ਨੂੰ ਲੈ ਕੇ ਜੋ ਚੀਜ਼ਾਂ ਹੋਈਆਂ, ਜੋ ਵਾਪਰੀਆਂ, ਮੈਂ ਕੀ ਗਲਤੀ ਕੀਤੀ ਸੀ? ਮੈਂ ਵੀਡੀਓ ਨਹੀਂ ਡਿਲੀਟ ਕੀਤੀ। ਬਹੁਤ ਜਾਣੇ ਦੀਆਂ ਕਾਲਸ ਆਈਆਂ, ਸ਼ਾਇਦ ਮੇਰੇ ਕੋਲ ਵੀ ਪਈਆਂ ਹੋਣ। ਅੰਤ ਇੱਥੇ ਆਉਂਦਾ ਹੈ ਕਿ ਸਾਡੇ ਪੇ ਦਾ ਘਰ ਹੈ। ਅਗਰ ਮੈਂ ਤੰਗ ਹਾਂ ਤਾਂ ਮੈਂ ਆਪਣੇ ਪਿਤਾ ਦੀ ਸ਼ਰਨ ਦੇ ਵਿੱਚ ਜਾ ਕੇ ਹੀ ਆਪਣਾ ਦੁੱਖੜਾ ਰੋਵਾਂਗਾ। ਤੇ ਜੇ ਸਾਡੇ ਪਿਤਾ ਦੀ ਜਾਇਦਾਦ ਦੀ ਕੁਝ ਅਜਿਹੇ ਬੁੱਧੀਮਾਨ ਅਗਿਆਨੀ ਸਮਝਦੇ ਨੇ ਰਜਿਸਟਰੀ ਉਹ ਕਰਾ ਚੁੱਕੇ ਨੇ ਤਾਂ ਇਹ ਉਹਨਾਂ ਦੀ ਬਹੁਤ ਵੱਡੀ ਗਲਤ ਹੈ। ਕਿਉਂਕਿ ਤੁਹਾਡੀਆਂ ਅਹੁਦੇਦਾਰੀਆਂ ਜਿਹੜੀਆਂ ਹੈ ਨੇ, ਜਥੇਦਾਰੀਆਂ ਜਿਹੜੀਆਂ ਹੈ ਨੇ, ਪ੍ਰਧਾਨੀਆਂ ਜਿਹੜੀਆਂ ਹੈ ਨੇ, ਉਹ ਹਮੇਸ਼ਾ ਵਾਸਤੇ ਨਹੀਂ ਹੈ। ਪਰ ਸ਼੍ਰੀ ਅਕਾਲ ਤਖਤ ਉਹ ਹਮੇਸ਼ਾ ਵਾਸਤੇ ਸੀ, ਹੈ ਤੇ ਰਹੇਗਾ। ਜਾਗਦੀਆਂ ਜ਼ਮੀਰਾਂ ਵਾਲੇ ਸਿੰਘ ਹਮੇਸ਼ਾ ਤੋਂ ਸੀ, ਅੱਜ ਵੀ ਹੈ, ਕੱਲ ਵੀ ਰਹਿਣਗੇ। ਮਸੰਦ ਕੱਲ ਵੀ ਸੀ, ਅੱਜ ਵੀ ਹੈ, ਕੱਲ ਵੀ ਰਹਿਣਗੇ। ਤੇ ਉਹਨਾਂ ਦੇ ਸਿਰ ਲਾਣ ਵਾਲੇ ਗਾਟਿਆਂ ਤੋਂ ਕੱਲ ਵੀ ਸੀ, ਅੱਜ ਵੀ ਹੈ, ਕੱਲ ਵੀ ਰਹਿਣਗੇ। ਇਹ ਕਦੀ ਨਾ ਭੁੱਲਣਾ। ਅੰਤ ਦੇ ਵਿੱਚ, ਕਿਉਂਕਿ ਸਮਾਂ ਬਹੁਤ ਹੋ ਗਿਆ ਹੈ, ਇੱਕੋ ਹੀ ਸਵਾਲ ਤੁਹਾਨੂੰ ਕਰਨਾ ਚਾਹਾਂਗਾ, ਕਿਉਂਕਿ ਹਰ ਚੀਜ਼ ਦਾ ਮੈਂ ਨਿਚੋੜ ਕੱਢਣਾ ਜ਼ਰੂਰ ਚਾਹੁੰਦਾ ਹੁੰਦਾ, ਕਿਉਂਕਿ ਇੰਨੀ ਲੰਬੀ ਚਰਚਾ ਹੋ ਗਈ ਹੈ, ਬਹੁਤ ਗੱਲਬਾਤ ਕਰ ਲਈ ਹੈ। ਹੁਣ ਜੋ ਕੁਝ ਵੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਜਾਰੀ ਕੀਤੇ ਗਏ, ਸੰਦੇਸ਼ ਦਿੱਤੇ ਗਏ, ਟੱਟੀਆਂ ਵਾਲੇ ਦਾ ਕੋਈ ਵੀ ਦੀਵਾਨ ਨਾ ਸੁਣਿਆ ਜਾਵੇ, ਨਾ ਲਗਵਾਇਆ ਜਾਵੇ, ਨਾ ਉਹਦੀ ਵੀਡੀਓ ਸ਼ੇਅਰ ਕੀਤੀ ਜਾਵੇ। ਇੱਕ ਪ੍ਰਚਾਰਕ ਨਹੀਂ, ਬਹੁਤ ਸਾਰੇ ਪ੍ਰਚਾਰਕ ਕੂੜ ਪ੍ਰਚਾਰ ਹੋ ਰਿਹਾ ਹੈ, ਨੋ ਡਾਊਟ ਹੋ ਰਿਹਾ ਹੈ। ਮਨਮਤ ਪ੍ਰਚਾਰੀ ਜਾ ਰਹੀ ਹੈ, ਅਜਿਹੀਆਂ ਕਹਾਣੀਆਂ ਪ੍ਰਚਾਰੀਆਂ ਪ੍ਰਸਾਰੀਆਂ ਜਾ ਰਹੀਆਂ ਨੇ ਜੋ ਗੁਰਮਤਿ ਤੋਂ ਬਾਹਰ ਹੈ। ਬਿਲਕੁਲ ਉਹ ਤਾਂ ਹੋ ਹੀ ਰਿਹਾ। ਕਹਿ ਸਕਦੇ ਹਾਂ ਕਿ ਮਿਸ਼ਨਰੀ ਜਿਹੜੇ ਹੈਗੇ ਨੇ ਉਹ ਵੀ ਪੂਰੀ ਤਰ੍ਹਾਂ ਨਾਲ ਕਈ ਥਾਵਾਂ ਦੇ ਉੱਤੇ ਖਰੇ ਨਹੀਂ ਉਤਰ ਰਹੇ। ਟਕਸਾਲੀ ਵੀ ਪੂਰੀਆਂ ਥਾਵਾਂ ਤੇ ਪੂਰੀ ਤਰ੍ਹਾਂ ਨਾਲ ਖਰੇ ਨਹੀਂ। ਗਿਆਨੀ ਠਾਕਰ ਸਿੰਘ ਦਾ ਤੁਸੀਂ ਦੀਵਾਨ ਸੁਣਦੇ, ਵੀਡੀਓ ਸਾਹਮਣੇ ਆਉਂਦੀ ਰਹਿੰਦੀ ਕਿ ਕੁਝ ਹੁਣ ਇਹ ਜੋ ਆਪਸੀ ਮਤਭੇਦ ਨੇ, ਅਗਰ ਸਾਡੀ ਸਰਵਉੱਚ ਅਦਾਲਤ ਜਿਹਨੂੰ ਅਸੀਂ ਕਹਿੰਦੇ ਆ ਸ਼੍ਰੀ ਅਕਾਲ ਤਖਤ ਸਾਹਿਬ, ਅਗਰ ਉੱਥੋਂ ਫਰਮਾਨ ਠੋਕਵੇਂ ਜਾਰੀ ਕੀਤੇ ਜਾਣ ਕਿ ਇੰਨੀ ਤਰੀਕ ਨੂੰ ਸਾਰੀਆਂ ਜਥੇਬੰਦੀਆਂ ਨੂੰ ਉੱਥੇ ਬੁਲਾਇਆ ਜਾਂਦਾ ਹੈ ਤੇ ਹਾਜ਼ਰ ਹੋਣਗੀਆਂ, ਮਜ਼ਾਲ ਹੈ ਕਿ ਕੋਈ ਨਾ ਪਹੁੰਚੇ। ਬਿਲਕੁਲ ਪਹੁੰਚਣਗੇ ਜੀ ਸਭ। ਅਗਰ ਜਥੇਦਾਰ ਆਪ ਜ਼ਿੰਮੇਵਾਰੀ ਲੈ ਕੇ ਗੱਲ ਕਰੇ, ਸੋਧਾ ਕਰਨ ਦੀ ਗੱਲ ਕਰੇ, ਜੋ ਤਰੁੱਟੀਆਂ ਨੇ ਉਹ ਕੱਢਣ ਦੀ ਗੱਲ ਕਰੇ, ਜੋ ਮਤਲਬ ਦੁਵਿਧਾਵਾਂ ਨੇ ਉਹ ਦੂਰ ਕਰਨ ਦੀ ਗੱਲ ਕਰੇ। ਆਪ ਨਹੀਂ ਹੈ ਇੰਨਾ ਗਿਆਨ, ਆਪਣੇ ਤੋਂ ਨਹੀਂ ਹੁੰਦਾ। ਜੋ ਬੁੱਧੀਜੀਵੀ ਜਿਹਨਾਂ ਨੇ PhDਆਂ ਕੀਤੀਆਂ ਨੇ, ਜਿਹੜਾ ਨੇ ਸਕਾਲਰਸ ਨੇ, ਜਿਹੜੇ ਸਾਡੇ ਸਿੱਖ ਧਰਮ ਦੇ ਜਿਹੜੇ ਤਰਕ ਕਰਨ ਵਾਸਤੇ ਆਉਂਦੇ ਨੇ ਸਾਹਮਣੇ, ਉਹਨਾਂ ਨੂੰ ਬੁਲਾ ਕੇ ਇਹੋ ਜਿਹੇ ਤਰਕ ਕੀਤੇ ਜਾਣ ਤਾਂ ਕਿ ਇਸ ਚੀਜ਼ ਦਾ ਨਵੇੜਾ ਕੀਤਾ ਜਾਵੇ। ਹਾਂ, ਤੇ ਕੌਮ ਨੂੰ ਇੱਕ ਪਾਸੇ ਲਾਇਆ ਜਾਵੇ, ਇੱਕ ਜੁੱਟ ਕੀਤਾ ਜਾਵੇ, ਇੱਕ ਮੁੱਠ ਕੀਤਾ ਜਾਵੇ। ਹੁਣ ਕੀ ਹੋ ਗਿਆ, ਪੱਗਾਂ ਦੇ ਰੰਗ ਨਾਲ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਕਿਹੜਾ ਧੜਾ ਕਿੱਧਰ ਦਾ ਹੈ। ਮੈਂ ਤੇ ਦੱਸਣਾ ਚਾਹਾਂਗਾ, ਅਸੀਂ ਮਲੇਸ਼ੀਆ ਗਏ ਕੀਰਤਨ ਵਾਸਤੇ, ਤੇ ਉੱਥੇ ਕੀਰਤਨ ਕਰਨ ਤੋਂ ਪਹਿਲਾਂ ਇੱਕ ਪ੍ਰਬੰਧਕ ਆਇਆ, ਮੈਨੂੰ ਕਹਿਣ ਲੱਗਾ ਜੀ ਤੁਸੀਂ ਮਿਸ਼ਨਰੀ ਹੋ ਜਾਂ ਟਕਸਾਲੀ ਹੋ। ਸਟੇਜ ਤੇ ਬਹਿਣ ਲੱਗਿਆ ਤੇ ਮੇਰਾ ਜਵਾਬ ਸੀ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ, ਬਾਕੀ ਮੈਂ ਜਦੋਂ ਬੈਠਾਂਗਾ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਮੈਂ ਕੌਣ ਹਾਂ। ਤੇ ਅਸੀਂ ਗੱਲ ਕਰਨੀ ਗੁਰਬਾਣੀ ਦੇ ਵਿੱਚੋਂ ਜੋ ਗੁਰੂ ਸਾਹਿਬ ਨੇ ਸਾਨੂੰ ਸੰਦੇਸ਼ ਦਿੱਤਾ। ਸੋ ਇਹ ਧੜੇਬਾਜ਼ੀ ਬਣ ਚੁੱਕੀ ਹੈ। ਅਗਲਾ ਪਹਿਲਾਂ ਪੁੱਛਦਾ ਵੀ ਮਿਸ਼ਨਰੀ ਹੋ ਕਿ ਅਕਾਲੀ ਹੋ, ਟਕਸਾਲੀ ਹੋ, ਤਾਂ ਵੀ ਆਪਣੇ ਜੋ ਸਾਡੀ ਮਤਲਬ ਜਿੱਥੇ ਅਸੀਂ ਜੁੜੇ ਹੋਏ ਆ ਉਹਨੂੰ ਬਿਠਾਣਾ ਸਟੇਜ ਤੇ, ਦੂਜੇ ਨੂੰ ਨਹੀਂ ਬਹਿਣ ਦੇਣਾ ਸੀ। ਕੌਮ ਦੀ ਉਹੀ ਦੋ ਫਾੜ ਹੋਈ ਵੀ ਇਸ ਸਮੇਂ ਕੌਮ, ਤੇ ਜਦ ਤੱਕ ਅਕਾਲੀ ਫੁੱਲਾ ਸਿੰਘ ਵਰਗਾ ਜਥੇਦਾਰ ਨਹੀਂ ਨਾ ਸਾਡੀ ਪਹੁੰਚ ਆਉਂਦਾ ਵੀ ਬਿਲਕੁਲ, ਉਦੋਂ ਤੱਕ ਅਸੀਂ ਇੱਕ ਨਹੀਂ ਹੋ ਸਕਦੇ। ਬਿਲਕੁਲ ਬਿਲਕੁਲ। ਤੇ ਮੈਂ ਅਕਸਰ ਬੇਨਤੀਆਂ ਕਰਦਾ ਹੁੰਦਾ ਵੀ ਅਸੀਂ ਬੈਠ ਕੇ ਇਹ ਸੋਚਦੇ ਹਾਂ, ਜਦੋਂ ਵੀ ਕਿਤੇ ਕੋਈ ਗੱਲ ਆਉਂਦੀ ਹੈ, 4 ਬੰਦੇ ਬਹਿ ਜਾਣ, ਉਹ ਕਹਿਣ ਕੋਈ ਭਿੰਡਰਾਂ ਵਾਲੇ ਵਰਗਾ ਆਊਗਾ, ਕੋਈ ਅਕਾਲੀ ਫੁੱਲਾ ਸਿੰਘ ਵਰਗਾ ਆਊਗਾ, ਕੋਈ ਦਸਮ ਪਾਤਸ਼ਾਹ ਵਰਗਾ ਆਊਗਾ ਜਿਹੜੀ ਕੌਮ ਨੂੰ ਇੱਕ ਕਰੂਗਾ। ਮੈਂ ਕਹਿੰਦਾ ਉਹ ਤਾਂ ਜਦੋਂ ਆਣਗੇ ਵੀ ਤੁਹਾਨੂੰ ਗੁਰੂ ਸਾਹਿਬ ਨੇ ਹਿੰਮਤ ਦਿੱਤੀ ਹੈ, ਸਰੀਰ ਦਿੱਤਾ, ਤੁਸੀਂ ਕੋਸ਼ਿਸ਼ ਕਰੋ ਬਣਨ ਦੀ। ਬਿਲਕੁਲ, ਤੇ ਤੁਸੀਂ ਨਹੀਂ ਬਣ ਸਕਦੇ। ਉਹ ਵੀ ਤਾਂ ਕੋਈ ਸਾਡੇ ਵਾਂਗੂ ਹੀ ਆਊਗਾ ਨਾ ਸੰਸਾਰ 'ਚ, ਜਿਹਨੂੰ ਬੈਠੇ ਅਸੀਂ ਉਡੀਕ ਰਹੇ ਹਾਂ। ਤੇ ਅਸੀਂ ਤਾਂ ਆਏ ਪਏ ਹਾਂ ਵੀ ਅਸੀਂ ਨਹੀਂ ਇਹ ਯਤਨ ਕਰ ਸਕਦੇ ਵੀ ਮੈਂ ਭਾਈ ਯਤਨ ਕਰਦਾ, ਮੈਂ ਤੁਰਨ ਦਾ ਯਤਨ ਕਰਦਾ, ਮੇਰੇ ਨਾਲ। ਪਰ ਗੱਲ ਇੱਥੇ ਮੁੱਕਦੀ ਹੈ ਵੀ ਕੋਈ ਖੜੇ ਤੇ ਫਿਰ ਉਹਨੂੰ ਕੋਈ ਖੜਨ ਦਵੇ ਤਾਂ ਨਾ, ਗੱਲ ਇੱਥੇ ਮੁੱਕਦੀ ਹੈ। ਖਿੱਚਣ ਵਾਲੇ ਬਹੁਤ ਨੇ, ਸਾਰੇ ਨੇ ਖਿੱਚਣ ਵਾਲੇ, ਪਰ ਜੇ ਕੋਈ ਗੱਲ ਸੱਚ ਦੀ ਕਰਦਾ ਵੀ ਹੈ, ਸੋ ਜਿਸ ਤਰ੍ਹਾਂ ਗੱਲਾਂ ਯਾਨੀ ਹਰਪ੍ਰੀਤ ਸਿੰਘ ਦੇ ਵੀ ਆ ਗਏ ਵੀ ਬਿਆਨ ਦਿੱਤੇ ਨਹੀਂ ਦਵਾਏ ਗਏ ਨੇ। ਹੁਣ ਇਹ ਸੱਚਾਈ ਤਾਂ ਆਪਣੇ ਕੋਲ ਸਬੂਤ ਤਾਂ ਕੋਈ ਹੈ ਨਹੀਂ, ਭਾਵੇਂ ਅਗਲੇ ਨੇ ਆਪਣੇ ਠੋਕੇ ਹੀ ਦਿੱਤੇ ਹੋਣ, ਹੋ ਸਕਦਾ, ਪਰ ਖਿੱਚਣ ਵਾਲੇ ਨੇ ਕਹਿਤਾ ਵੀ ਦਵਾਏ ਨੇ ਭਾਈ। ਉਹੀ ਨਾ ਸੋਸ਼ਲ ਮੀਡੀਆ ਤੋਂ ਜਿਹੜੀ ਦੁਵਿਧਾ ਪਾਈ ਆ ਉਹਨੇ ਹੋਰ ਜ਼ਿਆਦਾ ਕਨਫਿਊਜ਼ ਕਰਤਾ। ਸੋਸ਼ਲ ਮੀਡੀਆ ਦੇ ਵਿੱਚ ਹੀ ਸੋਸ਼ਲ ਮੀਡੀਆ ਜ਼ਿਆਦਾ ਤੇ ਹੋਰ
ਇਹਦੇ ਤੇ ਜਿਹੜੀਆਂ ਗੱਲਾਂ ਨੇ 80% ਜ਼ਿਆਦਾ ਝੂਠ ਪ੍ਰਚਾਰੀਆਂ ਜਾਂਦੀਆਂ ਨੇ, 20% ਸੱਚਾਈ ਹੁੰਦੀ ਹੈ। ਬਾਕੀ ਸੁਣਨ ਵਾਲੇ ਨੇ ਉਹ ਆਪਣੇ ਮਾਈਂਡ ਨਾਲ ਇਹਨੂੰ ਤੈਅ ਕਰਨਾ ਵੀ ਗੱਲ ਸਹੀ ਹੈ ਕਿ ਗਲਤ ਹੈ। ਬਿਲਕੁਲ। ਜਿਸ ਤਰ੍ਹਾਂ ਸਾਡੇ ਪੁਰਾਤਨ ਗ੍ਰੰਥਾਂ ਦੀ ਵੀ ਜੇ ਆਪਾਂ ਗੱਲ ਕਰੀਏ ਤਾਂ ਪੜ੍ਹਨ ਵਾਲੇ ਦਾ ਉਹ ਮਾਈਂਡ ਉਹਨਾਂ ਕੁ ਹੋਣਾ ਚਾਹੀਦਾ ਵੀ ਇਹ ਚੀਜ਼ ਸੁਣਾਉਣ ਦੇ ਲਾਇਕ ਹੈ ਕਿ ਨਹੀਂ, ਗਲਤ ਹੈ ਜਾਂ ਠੀਕ ਹੈ। ਸੋ ਉਸੇ ਤਰ੍ਹਾਂ ਸੋਸ਼ਲ ਮੀਡੀਆ ਤੇ ਵੀ ਜਿਹੜੀ ਕੋਈ ਗੱਲਬਾਤ, ਕੋਈ ਵੀ ਪ੍ਰਚਾਰ ਹੋ ਰਿਹਾ ਕਿਸੇ ਵੀ ਗੱਲ, ਪਹਿਲਾਂ ਉਹਦੀ ਘੋਖ ਕਰਨੀ ਚਾਹੀਦੀ। ਅੱਜ ਕੱਲ੍ਹ ਵੀਡੀਓ ਜਾਂਦੀ ਫਲਾਣੀ ਥਾਂ ਤੇ ਬਿਮਾਰ ਹੈ ਜੀ, ਬੰਦਾ ਦਾ ਇਲਾਜ ਕਰਾਓ ਜੀ। तो मैं कितने वीडियो आई तो मैं फोन करता, मैं पूछा जी तुसी बीमार हो, तो अगले का जवाब पता किसी कहता क्यों तू डॉक्टर है, ਉਹਦਾ ਜਵਾਬ ਇਹ ਸੀਗਾ। ਸੋ ਕਹਿਣ ਤੋਂ ਭਾਵ ਉਹ ਝੂਠੀਆਂ ਗੱਲਾਂ ਉਦਾਂ ਹੀ ਅਗਲੇ ਦੇ ਨਾਮ ਤੇ ਅਗਲੇ ਨੂੰ ਬਿਮਾਰ ਕਰਤਾ, ਅਗਲੇ ਨੂੰ ਬਦਨਾਮ ਕਰਤਾ ਕਿ ਆ ਬੀਬੀਆਂ ਬੱਚੇ ਚੱਕਣ ਆਈਆਂ ਨੇ ਜੀ, ਫੋਟੋਆਂ ਕਿਸੇ ਹੋਰ ਦੀਆਂ, ਬੱਚੇ ਕਿਸੇ ਹੋਰ ਦੇ। ਸੋ ਇਦਾਂ ਦੀਆਂ ਗੱਲਾਂ ਨੇ ਜਿਹੜੀਆਂ ਆਪਾਂ ਨੂੰ ਸਾਡੇ ਧਰਮ ਦੇ ਪ੍ਰਤੀ ਵੀ ਕੋਈ ਵੀ ਗੱਲਬਾਤ, ਕੋਈ ਵੀ ਵਿਚਾਰ ਆ ਰਹੀ ਹੈ ਤਾਂ ਸਾਨੂੰ ਘੋਖ ਕਰਕੇ ਅੱਗੇ ਸ਼ੇਅਰ ਕਰਨੀ ਚਾਹੀਦੀ ਹੈ। ਇਦਾਂ ਨਹੀਂ ਅੱਖਾਂ ਬੰਦ ਕਰਕੇ ਸੁਣੀ ਤੇ ਅੱਗੇ ਪ੍ਰਚਾਰ ਕਰਤਾ, ਉਹਦਾ ਅੱਗੇ ਸ਼ੇਅਰ ਕਰਤਾ। ਬਿਲਕੁਲ, ਮਤਲਬ ਸੋ ਸਾਨੂੰ ਇੱਕ ਹੋਣਾ ਪਏਗਾ, ਸਾਡੇ ਜਥੇਦਾਰਾਂ ਦੀ ਜ਼ਿੰਮੇਵਾਰੀ ਹੈ ਜਿਹੜੇ ਅੱਜ ਸੀਟ ਤੇ ਬੈਠੇ ਨੇ ਤੇ ਉਹ ਹੀ ਕਰ ਸਕਦੇ ਨੇ, ਤੇ ਉਹਨਾਂ ਕੋਲ ਮੌਕਾ ਹੈ ਕਿ ਸਾਡੀ ਕੌਮ ਨੂੰ ਇੱਕ ਕਰ ਦੇਣ ਤੇ ਗਿਆਨੀ ਫੂਲਾ ਸਿੰਘ ਜੀ ਦਾ ਜਿਹੜਾ ਸਥਾਨ ਹੈ ਉਹ ਪ੍ਰਾਪਤ ਕਰ ਲੈਣ। ਮੈਂ ਤਾਂ ਇਹ ਕਹਿਣਾ ਚਾਹਾਂਗਾ। ਬਿਲਕੁਲ, ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਵਿਚਾਰ ਸਾਡੀਆਂ ਸੰਗਤਾਂ ਦੇ ਨਾਲ ਸਾਂਝੇ ਕੀਤੇ, ਬਹੁਤ ਬਹੁਤ ਧੰਨਵਾਦ। ਸੋ ਦਰਸ਼ਕੋ, ਅੰਤ ਦੇ ਵਿੱਚ ਮੈਂ ਇੱਕੋ ਹੀ ਗੱਲ ਕਹਿਣਾ ਚਾਹਾਂਗਾ, ਬਹੁਤ ਸਾਰੇ ਲੰਬੇ ਵਿਚਾਰ ਕੀਤੇ ਨੇ, ਬਹੁਤ ਸਾਰੇ ਆਪਣੇ ਦਿਲ ਦੇ ਵਲਵਲੇ ਤੁਹਾਡੇ ਨਾਲ ਸਾਂਝੇ ਕੀਤੇ ਨੇ, ਪਰ ਮੈਂ ਹਮੇਸ਼ਾ ਇੱਕ ਚੀਜ਼ ਸੋਚਦਾ ਹੁੰਦਾ, ਕਹਿੰਦੇ ਕਿ ਸਿਆਣੀ ਕਹਾਵਤ ਕਹਿੰਦੇ ਕਿ ਡੁੱਬੀ ਦਾ ਤਾਂ ਜੇ ਸਾਹ ਨਾ ਆਇਆ। ਤੇ ਰਵਿੰਦਰ ਜੀ ਵੀ ਹੁਣੇ ਕਹਿ ਕੇ ਹਟੇ ਨੇ ਵੀ ਹਰ ਕੋਈ ਇਹੀ ਸੋਚਦਾ, ਕੋਈ ਭਿੰਡਰਾਂ ਵਾਲੇ ਵਰਗਾ ਆਊਗਾ, ਅਕਾਲੀ ਫੂਲਾ ਸਿੰਘ ਵਰਗਾ ਆਊਗਾ ਜਿਹੜਾ ਕੌਮ ਨੂੰ ਗਾਹਾਂ ਲੈ ਕੇ ਜਾਊਗਾ, ਅੱਗੇ ਤੋਰੂਗਾ। ਮਤਲਬ ਤੁਸੀਂ ਸਿਰਫ ਤੇ ਸਿਰਫ ਦੂਜਿਆਂ ਦੇ ਸਹਾਰੇ ਤੁਰਨਾ ਜਾਣਦੇ ਹੋ, ਦੂਜਿਆਂ ਦਾ ਇੰਤਜ਼ਾਰ ਕਰਨਾ ਅਸੀਂ ਜਾਣਦੇ ਹਾਂ, ਪਰ ਉਸ ਦਿਨ ਕੀ ਹੋਊਗਾ ਜਦੋਂ ਪਾਣੀ ਤੁਹਾਡੇ ਨੱਕ ਤੋਂ ਉੱਤੇ ਹੋ ਗਿਆ, ਫਿਰ ਤਾਂ ਹੱਥ ਪੈਰ ਮਾਰੋਗੇ। ਤੇ ਹੁਣ ਮੌਕਾ ਉਹ ਆ ਚੁੱਕਿਆ ਹੈ, ਪਾਣੀ ਨੱਕ ਤੋਂ ਉੱਤੇ ਹੋਣਾ ਸ਼ੁਰੂ ਹੋ ਚੁੱਕਿਆ ਹੈ। ਕਿਉਂਕਿ ਜਿਸ ਤਰੀਕੇ ਨਾਲ ਪੰਜਾਬ ਦੇ ਚਾਹੇ ਜਿਸ ਮਰਜ਼ੀ ਤਰੀਕੇ ਨਾਲ ਲਾਸ਼ਾਂ ਡਿੱਗਦੀਆਂ ਨੇ, ਆਏ ਦਿਨ ਡਿੱਗਦੀਆਂ ਨੇ, ਬੇਕਸੂਰੀਆਂ ਦੀਆਂ ਡਿੱਗਦੀਆਂ ਨੇ, ਬੇਕਸੂਰੇ ਚੱਕ ਕੇ ਜੇਲ੍ਹਾਂ ਵਿੱਚ ਠੋਕੇ ਜਾ ਰਹੇ ਨੇ। 84-90 ਵਾਲਾ ਦੌਰ ਫਿਰ ਤੋਂ ਆ ਰਿਹਾ ਹੈ, ਦੁਹਰਾਇਆ ਜਾ ਰਿਹਾ ਹੈ, ਤੇ ਇਹ ਬਾਦਸਤੂਰ ਜਾਰੀ ਰਹਿਣਾ ਹੈ। ਜਾਂ ਤਾਂ ਤੁਸੀਂ ਸਮਝ ਲਓ ਕਿ ਹਾਂ ਅਸੀਂ ਕੇਸਾਧਾਰੀ ਹਿੰਦੂ ਹੈਗੇ ਹਾਂ, ਅਸੀਂ ਇੱਦਾਂ ਹੀ ਖੁਸ਼ ਹਾਂ, ਪਰ ਜੇ ਆਪਣੇ ਆਪ ਨੂੰ ਉਸ ਕਲਗੀਧਰ ਦਾ ਸਾਚਾ ਨਵਾਜ਼ਿਆ ਸਿੰਘ ਸਮਝਦੇ ਤਾਂ ਘੱਟੋ ਘੱਟ ਹੱਕ ਸੱਚ ਦੀ ਆਵਾਜ਼, ਸੱਚਾਈ ਤੇ ਇਮਾਨਦਾਰੀ ਨਾਲ ਬੁਲੰਦ ਕਰਨੀ ਸ਼ੁਰੂ ਕਰੋ। ਧਿਆਨ ਰੱਖੋ ਬੱਚੇ ਕਿੱਥੇ ਆਉਂਦੇ ਨੇ, ਤੁਹਾਡੇ ਕਿੱਥੇ ਜਾਂਦੇ ਨੇ, ਬੱਚੇ ਕੀ ਪੜ੍ਹਦੇ ਨੇ, ਕੀ ਖਾਂਦੇ ਨੇ, ਕਿਹੜੀ ਸੰਗਤ 'ਚ ਉੱਠਦੇ ਨੇ, ਬਹਿੰਦੇ ਨੇ। ਕਿਉਂਕਿ ਅੱਜ ਅਸੀਂ ਪੈਸੇ ਕਮਾਉਣ ਪਿੱਛੇ ਇੰਨਾ ਕਿ ਵਿਅਸਤ ਹੋ ਗਏ ਹਾਂ ਕਿ ਅਸੀਂ ਨਿਆਣਿਆਂ ਦੇ ਉੱਤੇ ਨਜ਼ਰਾਂ ਰੱਖਦੇ ਨਹੀਂ। ਅਸੀਂ ਪਿੱਟਣਾ ਉਦੋਂ ਸ਼ੁਰੂ ਕਰਦੇ ਹਾਂ ਜਦੋਂ ਸਾਡੇ ਨਿਆਣੇ ਸਾਡੇ ਹੱਥੋਂ ਨਿਕਲ ਜਾਂਦੇ ਨੇ, ਨਸ਼ੇ 'ਚ ਕਰਕ ਹੋ ਜਾਂਦੇ ਨੇ, ਜਾਂ ਮਾਪੇ ਤੇ ਹੱਥ ਚੱਕਣ ਵਾਸਤੇ ਆਉਂਦੇ ਨੇ। ਫਿਰ ਅਸੀਂ ਦੂਜਿਆਂ ਸਾਹਮਣੇ ਰੋਣਾ ਰੋਂਦੇ ਹਾਂ ਕਿ ਸਾਡੇ ਨਿਆਣੇ ਸਾਡੇ ਹੱਥੋਂ ਨਿਕਲ ਗਏ, ਸਾਡੀ ਇੱਜ਼ਤ ਨਹੀਂ ਕਰਦੇ, ਨਸ਼ਾ ਕਰਦੇ ਨੇ, ਗਲਤ ਸੰਗਤ ਦੇ ਵਿੱਚ ਜਾਂਦੇ ਨੇ। ਪਰ ਉਸ ਦਾ ਜਵਾਬ ਇੱਕੋ ਹੀ ਹੈ ਕਿ ਜਦੋਂ ਬੱਚਿਆਂ ਨੂੰ ਚੜ੍ਹਦੀ ਉਮਰੇ ਸਾਂਭਣਾ ਸੀ, ਇੱਕ ਚੰਗੇ ਸਾਂਚੇ ਦੇ ਵਿੱਚ, ਇੱਕ ਚੰਗੀ ਮੂਰਤ ਦੇ ਵਿੱਚ ਢਾਲਣਾ ਸੀ, ਉਦੋਂ ਤੁਹਾਡੇ ਹੱਥ ਬੱਚਿਆਂ ਤੋਂ ਦੂਰ ਸੀ। ਉਦੋਂ ਗੈਰਿਆਂ ਦੇ ਹੱਥ ਬੱਚੇ ਨੂੰ ਲੱਗੇ ਨੇ, ਤੇ ਉਹਨਾਂ ਨੇ ਜਿਹੜੀ ਮੂਰਤ ਬਣਾ ਦਿੱਤੀ ਉਸ ਬੱਚੇ ਦੀ, ਜੋ ਸੂਰਤ ਬਣਾ ਦਿੱਤੀ ਉਸ ਬੱਚੇ ਦੀ, ਅੱਜ ਤੁਹਾਨੂੰ ਉਹ ਭੋਗਣੀ ਪੈ ਰਹੀ ਹੈ। ਕਹਿਣ ਨੂੰ ਬੇਸ਼ੱਕ ਉਹ ਤੁਹਾਡਾ ਬੱਚਾ ਸੀ, ਪਰ ਤਰਾਸ਼ਿਆ ਗੈਰਾਂ ਵੱਲੋਂ ਗਿਆ ਹੈ। ਤੇ ਉਹੀ ਸਮਾਂ ਜਿਹੜਾ ਟੀਨ ਏਜ ਦਾ ਹੁੰਦਾ ਹੈ, ਬੱਚਾ 9 ਸਾਲ ਤੋਂ ਨਿਕਲ ਕੇ 10ਵੀਂ ਕਲਾਸ ਤੋਂ ਲੈ ਕੇ 19 ਸਾਲ ਦੀ ਉਮਰ ਜਿਹੜੀ ਹੁੰਦੀ ਹੈ, ਉਹ ਬੱਚੇ ਨੂੰ ਤਰਾਸ਼ਣ ਦੀ ਹੁੰਦੀ ਹੈ। ਤੇ ਮਾਂ ਪਿਓ ਦਾ ਸਭ ਤੋਂ ਪਹਿਲਾ ਫਰਜ਼ ਬਣਦਾ ਹੈ ਕਿ ਇਸ ਉਮਰੇ ਬੱਚੇ ਦਾ ਖਾਸ ਧਿਆਨ ਰੱਖਿਆ ਜਾਵੇ, ਬੱਚੇ ਨੂੰ ਬਾਣੀ ਦੇ ਨਾਲ ਜੋੜ ਕੇ ਰੱਖਿਆ ਜਾਵੇ, ਸਿੱਖ ਇਤਿਹਾਸ ਨਾਲ ਜੋੜ ਕੇ ਰੱਖਿਆ ਜਾਵੇ। ਦਾਦੀਆਂ ਦਾਦੇ, ਨਾਨੀਆਂ ਨਾਨੇ ਸਾਡੇ ਹੋਣ, ਚਾਚੀਆਂ ਚਾਚੇ ਹੋਣ, ਜਿਹੜੇ ਸਾਖੀਆਂ ਸੁਣਾਉਣ, ਸਿੱਖ ਕੌਮ ਦੀਆਂ ਦਾਸਤਾਨਾਂ ਸੁਣਾਉਣ। ਪਰ ਅੱਜ ਸਾਡੀ ਤਰਾਸਦੀ ਹੈ ਕਿ ਅਸੀਂ ਨਿਊਕਲੀਅਰ ਫੈਮਿਲੀਜ਼ ਬਣ ਕੇ ਰਹਿ ਗਏ। ਸਾਰਿਆਂ ਨੂੰ ਆਪਣੇ ਆਪਣੇ ਅਲੱਗ-ਅਲੱਗ ਘਰ ਚਾਹੀਦੇ ਆ, ਜੁਆਇੰਟ ਫੈਮਿਲੀਜ਼ ਬਹੁਤ ਘੱਟ ਨੇ। ਤੇ ਪਰਮਾਤਮਾ ਉਹਨਾਂ ਜੁਆਇੰਟ ਫੈਮਿਲੀਜ਼ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ, ਕਿਉਂਕਿ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੀ ਰਹਿਣਗੇ ਜਿਹੜੇ ਅੱਜ ਵੀ ਜੁਆਇੰਟ ਫੈਮਿਲੀਜ਼ ਦੇ ਵਿੱਚ ਇੱਕ ਵੱਡੇ ਪਰਿਵਾਰ ਦਾ ਸੁੱਖ ਮਾਣ ਰਹੇ ਨੇ। ਤੇ ਉਹਨਾਂ ਦੇ ਬੱਚੇ ਕਦੇ ਸੰਸਕਾਰਾਂ ਤੋਂ ਬਾਹਰ ਨਹੀਂ ਜਾਣਗੇ, ਕਦੇ ਮਾਂ ਪਿਓ ਦਾ ਜਾਂ ਬਜ਼ੁਰਗਾਂ ਦਾ, ਵੱਡਿਆਂ ਦਾ ਨਿਰਾਦਰ ਨਹੀਂ ਕਰਨਗੇ, ਜਿਹੜੇ ਅੱਜ ਵੀ ਜੁਆਇੰਟ ਫੈਮਿਲੀਜ਼ ਦੇ ਵਿੱਚ ਰਹਿੰਦੇ ਨੇ, ਜਿਨ੍ਹਾਂ ਨੇ ਆਪਣੇ ਰਿਸ਼ਤੇ ਸਾਂਭ ਕੇ ਰੱਖੇ ਹੋਏ ਨੇ। ਪਰ ਜੋ ਆਪਣੇ ਅਹੁਦਿਆਂ ਦੇ ਚੱਕਰ ਦੇ ਵਿੱਚ, ਪੈਸਿਆਂ ਦੇ ਚੱਕਰ ਦੇ ਵਿੱਚ, ਲਾਲਚ ਦੇ ਵਿੱਚ ਅਲੱਗ-ਅਲੱਗ ਆਪਣੇ ਮਕਾਨ, ਕੋਠੀਆਂ, ਬੰਗਲੇ ਬਣਾ ਕੇ ਬਹਿ ਗਏ ਨੇ, ਤੇ ਇੱਕ ਟੱਬਰ ਅਲੱਗ-ਅਲੱਗ ਲੈ ਕੇ ਚਲੇ ਗਏ ਨੇ। ਅੱਜ ਨਹੀਂ ਤਾਂ ਕੱਲ੍ਹ ਉਹ ਦਿਨ ਉਹਨਾਂ ਤੇ ਜ਼ਰੂਰ ਆਉਣਾ ਹੈ ਕਿ ਜਦੋਂ ਉਹ
ਅੱਡੀਆਂ ਰਗੜ ਰਹੇ ਹੋਣਗੇ। ਕੋਈ ਰਿਸ਼ਤਾ ਸਾਡੇ ਕੋਲ ਹੋਵੇ ਆਪਣਾ, ਚਾਹੇ ਉਹ ਭਰਾ ਹੋਵੇ, ਭੈਣ ਹੋਵੇ, ਮਾਂ ਹੋਵੇ, ਪਿਓ ਹੋਵੇ, ਸਾਡਾ ਆਪਣਾ ਕੋਈ ਸਾਡੇ ਕੋਲ ਹੋਵੇ, ਪਰ ਉਦੋਂ ਅੱਡੀਆਂ ਰਗੜੋਗੇ ਕੋਈ ਤੁਹਾਨੂੰ ਆਪਣਾ ਤੁਹਾਡੇ ਕੋਲ ਨਜ਼ਰ ਨਹੀਂ ਆਉਣਾ, ਕਿਉਂਕਿ ਉਦੋਂ ਤੱਕ ਜਿਹੜਾ ਨੂੰ ਤੁਸੀਂ ਆਪਣਾ ਸਮਝ ਕੇ ਆਪਣੇ ਨਾਲ ਲੈ ਕੇ ਗਏ ਹੋ ਨਾ, ਬੇਸ਼ੱਕ ਵਾਈਫ ਹੋਵੇ, ਬੱਚੇ ਹੋਣ, ਉਹ ਹੀ ਬਗਾਨੇ ਹੋ ਚੁੱਕੇ ਹੋਣ, ਪਰ ਉਦੋਂ ਇਹ ਪਾੜ ਪੂਰਨ ਦਾ ਕੋਈ ਫਰਕ ਨਹੀਂ ਪੈਣਾ, ਕਿਉਂਕਿ ਉਹ ਤੁਹਾਡੇ ਕਰਮ ਹੋਣਗੇ ਜੋ ਉਸ ਪਰਮਾਤਮਾ ਨੇ ਉਸ ਵੇਲੇ ਲਿਖ ਦਿੱਤੇ ਸੀ, ਜਦੋਂ ਤੁਸੀਂ ਆਪਣਿਆਂ ਨੂੰ ਆਪਣੇ ਨੀਚਾ ਕਰਕੇ ਆਪਣੇ ਤੋਂ ਦੂਰ ਕੀਤਾ ਸੀ। ਤੇ ਹੁਣ ਇਹ ਤੁਹਾਡੇ ਕਰਮ ਨੇ ਜਿਹੜੇ ਤੁਹਾਨੂੰ ਇੱਥੇ ਹੀ ਭੋਗ ਕੇ ਜਾਣੇ ਪੈਣੇ ਨੇ। ਇਸ ਕਰਕੇ ਹੱਥ ਬੰਨ੍ਹ ਕੇ ਬੇਨਤੀ ਕਰਦਾ ਆ, ਆਪਣੇ ਘਰ ਨੂੰ ਸਾਂਭ ਕੇ ਰੱਖਿਆ ਕਰੋ, ਘਰ ਨੂੰ ਇੱਕਜੁੱਟ ਇੱਕ ਮੁੱਠ ਕਰਕੇ ਰੱਖਿਆ ਕਰੋ, ਬਜ਼ੁਰਗਾਂ ਦਾ ਆਦਰ ਸਨਮਾਨ ਕਰਿਆ ਕਰੋ, ਨਾ ਉਹਨਾਂ ਨੂੰ ਇਸਤੇਮਾਲ ਕਰਕੇ ਵਿਰਧ ਉਮਰੇ ਧੱਕੇ ਖਾਣ ਵਾਸਤੇ ਸੜਕਾਂ ਤੇ ਕੱਢ ਦਿਆ ਕਰੋ, ਵਿਰਧ ਆਸ਼ਰਮਾਂ 'ਚ ਸੁੱਟ ਦਿਆ ਕਰੋ, ਬੱਚਿਆਂ ਨੂੰ ਪਿਆਰ ਦਿਆ ਕਰੋ, ਚੰਗੇ ਸੰਸਕਾਰ ਦਿਆ ਕਰੋ। ਜੇ ਅਜਿਹਾ ਕਰਨਾ ਸ਼ੁਰੂ ਕਰ ਦਿੱਤਾ ਤੁਸੀਂ, ਤਾਂ ਹੋ ਸਕਦਾ ਸਾਡੀ ਆਉਣ ਵਾਲੀ ਪੀੜ੍ਹੀ, ਨਵਾਂ ਭਵਿੱਖ ਸਾਡੇ ਪੰਜਾਬ ਦਾ, ਸਾਡੇ ਟੱਬਰ ਦਾ ਬਹੁਤ ਚੰਗਾ ਹੋਵੇ, ਉੱਜਵਲ ਹੋਵੇ। ਤੇ ਜਿੱਥੇ ਤੱਕ ਸਾਡੀਆਂ ਸਰਮੋਰ ਜਥੇਬੰਦੀਆਂ ਦੀ ਗੱਲ ਰਹੀ, ਕੌਮ ਦੀ ਗੱਲ ਰਹੀ, ਤਾਂ ਸਰਮੋਰ ਆਗੂਆਂ ਬਾਰੇ ਬਹੁਤ ਡਿਸਕਸ਼ਨ ਹੋ ਚੁੱਕਿਆ ਹੈ, ਜਥੇਬੰਦੀਆਂ ਬਾਰੇ ਬਹੁਤ ਹੋ ਚੁੱਕਿਆ ਹੈ, ਬਹੁਤ ਜ਼ਿਆਦਾ ਹੋਰ ਗੱਲਬਾਤ ਇਸ ਦੇ ਉੱਤੇ ਨਹੀਂ ਕਰਨਾ ਚਾਹਾਂਗਾ। ਮੈਂ ਅੰਤ ਵਿੱਚ ਸਿਰਫ ਇੰਨਾ ਕਹਿਣਾ ਚਾਹਾਂਗਾ, ਜੇਕਰ ਉਹਨਾਂ ਦੇ ਜ਼ਮੀਰ ਜਾਗਦੇ ਨੇ, ਜੇਕਰ ਵਾਕਈ ਹੀ ਉਹ ਸਿੱਖ ਕੌਮ ਦੀ ਭਲਾਈ ਚਾਹੁੰਦੇ ਨੇ, ਚੜ੍ਹਦੀ ਕਲਾ ਚਾਹੁੰਦੇ ਨੇ, ਤਾਂ ਸਿਰਫ ਇੱਕ ਫੈਸਲਾ ਲੈਣ ਕਿ ਕਿੱਦਾਂ ਸਾਰੀਆਂ ਜਥੇਬੰਦੀਆਂ, ਸਾਰੀਆਂ ਸੰਸਥਾਵਾਂ ਇੱਕਜੁੱਟ ਇੱਕ ਮੁੱਠ ਕਰਨੀਆਂ ਨੇ ਤੇ ਕੌਮ ਵਿੱਚ ਪਏ ਹੋਏ ਪਾੜ ਕਿੱਦਾਂ ਦੂਰ ਕਰਨੇ ਨੇ, ਤਾਂ ਜੋ ਸਿੱਖ ਕੌਮ ਇੱਕ ਪਲੇਟਫਾਰਮ ਤੇ ਇਕੱਠੀ ਹੋ ਕੇ ਹਾਂ ਦਾ ਨਾਰਾ ਮਾਰ ਕੇ ਗਾਂਹ ਤੁਰ ਸਕੇ, ਤੇ ਇਸ ਕੌਮ ਨੂੰ ਸਿਰਫ ਸ਼ਹਾਦਤਾਂ ਵਾਸਤੇ ਇਸਤੇਮਾਲ ਨਾ ਕੀਤਾ ਜਾਵੇ, ਜਾਂ ਜਦੋਂ ਬਾਰਡਰਾਂ ਤੇ ਲੜਾਈ ਲੱਗੀ ਹੋਵੇ ਉਦੋਂ ਸਿੱਖ ਰੈਜੀਮੈਂਟਾਂ ਉੱਧਰ ਨੂੰ ਤੋਰਨ ਵਾਸਤੇ ਨਾ ਭੇਜੀਆਂ ਜਾਣ। ਆਪਣੇ ਹੱਕ ਅਸੀਂ ਹੱਕ ਨਾਲ ਲੈ ਸਕੀਏ, ਮੰਗ ਸਕੀਏ। ਤੇ ਜੇਕਰ ਲੈਣ ਵਾਸਤੇ, ਮੰਗਣ ਵਾਸਤੇ ਤੁਹਾਡੀ ਹਿੰਮਤ ਨਹੀਂ ਪੈਂਦੀ, ਤਾਂ ਫਿਰ ਤੁਸੀਂ ਇਹ ਸੋਚ ਲਓ ਤੁਹਾਨੂੰ ਸਿੱਖ ਕਹਾਉਣ ਦਾ ਕੋਈ ਹੱਕ ਨਹੀਂ। ਇਸੇ ਦੇ ਨਾਲ ਜੇ ਮੇਰੇ ਤੋਂ ਕੁਝ ਵੱਧ ਘੱਟ ਬੋਲਿਆ ਗਿਆ ਹੋਵੇ, ਹੱਥ ਬੰਨ੍ਹ ਕੇ ਮਾਫੀ ਹੈ ਜੀ। ਵਿਚਾਰ ਚੰਗੇ ਲੱਗੇ ਹੋਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਬਾਕੀ ਆਪਣੀ ਭਾਵਨਾਵਾਂ ਨੀਚੇ ਤੁਸੀਂ ਕਮੈਂਟਸ ਦੇ ਵਿੱਚ ਵਿਅਕਤ ਕਰ ਹੀ ਸਕਦੇ ਹੋ। ਆਪਣੇ ਹੋਸਟ ਹੈ ਦੋਸਤ ਪ੍ਰੀਤ ਸੈਣੀ ਹੁੰਦੀ ਹੋਈ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।